ਬੇਹੱਦ ਦੀ ਪਰਮ ਮਹਾਸ਼ਾਂਤੀ ਬਾਪੂ ਜੀ ਦਸ਼ਰਥ ਭਾਈ ਪਟੇਲ ਜੀ ਦੇ YouTube ਪੰਜਾਬੀ ਚੈਨਲ ਪੰਜਾਬੀ ਵਿੱਚ ਅਨੰਤ ਗਿਆਨ ਵਿੱਚ ਆਪ ਜੀ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਲਾਈਫ ਆਫਟਰ ਡੈਥ ਪਾਰਟ 2 ਮਰਨ ਤੋਂ ਬਾਅਦ ਦੀ ਦੁਨੀਆ ਭਾਗ 2 ਪਰਮ ਸ਼ਾਂਤੀ ਅਨੰਤ ਪਰਮ ਸ਼ਾਂਤੀ ਬਾਪੂ ਜੀ ਭਾਗ 1 ਦਾ ਵੀਡੀਓ ਜੋ ਕਿ ਲਾਈਫ ਆਫਟਰ ਡੈਥ ਯਾਨੀ ਮਰਨ ਤੋਂ ਬਾਅਦ ਦੀ ਦੁਨੀਆ ਦੇ ਬਾਰੇ ਤੇ ਸੀ, ਉਸ ਦੇ ਅਗਲੇ ਭਾਗ 2 ਤੇ ਆਪ ਜੀ ਦਾ ਸਵਾਗਤ ਹੈ। ਬਾਪੂ ਜੀ ਭਾਗ 1 ਤੇ ਮੇਰਾ ਆਖਰੀ ਸਵਾਲ ਸੀ ਕਿ ਕੌਣ ਇਹ ਡਿਸਾਈਡ ਜਾਂ ਤੈਅ ਕਰਦਾ ਹੈ ਕਿ ਅਸੀਂ ਕਿੱਥੇ ਜੰਮਣਾ ਹੈ ਅਤੇ ਕੀ ਅਸੀਂ ਇਸਤਰੀ ਬਣਾਂਗੇ ਜਾਂ ਪੁਰਸ਼। ਇਸ ਸਵਾਲ ਦੇ ਬਾਰੇ ਤੇ ਅਸੀਂ ਗੱਲ ਕਰ ਰਹੇ ਸੀ। ਬਾਪੂ ਜੀ ਵੇਖੋ, ਸੂਖਮ ਜਗਤ ਤੇ ਕਈ ਇਹੋ ਜਿਹੇ ਸਾਧੂ ਸੰਤ ਮਹਾਤਮਾ ਬੈਠੇ ਹਨ। ਉਹ ਆਤਮਾ ਨੂੰ ਗਾਈਡਲਾਈਨ ਯਾਨੀ ਰਸਤਾ ਦੱਸਦੇ ਹਨ ਕਿ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਇੰਨਾ ਬਾਕੀ ਹੈ ਤੇ ਤੂੰ ਇਸ ਤਰ੍ਹਾਂ ਦੀ ਲੂਲਾ ਲੰਗੜੀ ਮਨੁੱਖ ਆਤਮਾ ਬਣ ਜਾਂ ਇਸ ਤਰ੍ਹਾਂ ਦੀ ਬਣ ਜਾਂ ਤੂੰ ਕਿਸੇ ਗਰੀਬ ਦੇ ਘਰ ਜਨਮ ਲੈ ਲੈ। ਤੇ ਜੇਕਰ ਕੋਈ ਆਤਮਾ ਕਿਸੇ ਗਰੀਬ ਦੇ ਘਰ ਜਨਮ ਲੈਂਦੀ ਹੈ ਅਤੇ ਉਹ ਆਤਮਾ ਬਹੁਤ ਪਾਵਰਫੁਲ ਯਾਨੀ ਸ਼ਕਤੀ ਨਾਲ ਭਰੀ ਹੋਈ ਹੈ ਅਤੇ ਆਤਮਾ ਦੀ ਸਟੇਜ ਜਾਂ ਅਵਸਥਾ ਬਹੁਤ ਚੰਗੀ ਹੈ ਤੇ ਉਸ ਨੂੰ ਕਹਿੰਦੇ ਹਨ ਕਿ ਤੂੰ ਪੈਸੇ ਵਾਲੀ ਬਣੀ ਅਤੇ ਪੈਸੇ ਵਾਲਾ ਬਣ ਕੇ ਪੈਸੇ ਕਮਾ ਕੇ ਚੰਗਾ ਕਰਮ ਕਰਨਾ ਤੇ ਉਹ ਆਤਮਾ ਪੈਸੇ ਵਾਲੇ ਦੇ ਘਰ ਜਨਮ ਲੈ ਲੈਂਦੀ ਹੈ। ਇਹ ਸਭ ਸੂਖਮ ਜਗਤ ਵਾਲੇ ਸਾਧੂ ਸੰਤ ਆਤਮਾਵਾਂ ਨੂੰ ਡਾਇਰੈਕਸ਼ਨ ਦਿੰਦੇ ਹਨ ਅਤੇ ਰਸਤਾ ਦੱਸਦੇ ਹਨ। ਪਹਿਲਾਂ ਚਿੱਤਰਗੁਪਤ ਹੁੰਦਾ ਸੀ, ਉਸ ਦਾ ਦਰਬਾਰ ਲੱਗਦਾ ਸੀ ਅਤੇ ਉਹ ਆਤਮਾਵਾਂ ਦਾ ਹਿਸਾਬ ਕਿਤਾਬ ਦੇਖ ਕੇ ਦੱਸਦਾ ਸੀ ਕਿ ਕਿੱਥੇ ਜਨਮ ਲੈਣਾ ਹੈ, ਪਰ ਹੁਣ ਇਹ ਸਭ ਖਤਮ ਹੋ ਗਿਆ ਹੈ। ਅਨੰਤ ਪਰ ਬਾਪੂ ਜੀ ਮੇਰਾ ਸਵਾਲ ਸੀ ਕਿ ਇਹ ਕੌਣ ਦੱਸਦਾ ਹੈ ਕਿ ਮੇਲ ਯਾਨੀ ਪੁਰਖ ਬਣਨਾ ਹੈ ਕਿ ਫੀਮੇਲ ਯਾਨੀ ਇਸਤਰੀ ਬਣਨਾ ਹੈ। ਬਾਪੂ ਜੀ ਇਸ ਗੱਲ ਦਾ ਨਿਰਣਾ ਤੇ ਆਤਮਾ ਦੇ ਉੱਪਰ ਹੁੰਦਾ ਹੈ। ਜਿਸ ਤਰ੍ਹਾਂ ਕਿ ਕੋਈ ਪੁਰਸ਼ ਮਰ ਗਿਆ ਤੇ ਉਸ ਦੀ ਆਤਮਾ ਦੇ ਅੰਦਰ ਪੁਰਸ਼ ਦੀ ਭਾਵਨਾ ਹੈ, ਯਾਨੀ ਉਸ ਦੀ ਆਤਮਾ ਇਹ ਮੰਨਦੀ ਹੈ ਕਿ ਮੈਂ ਤੇ ਪੁਰਖ ਹਾਂ, ਤੇ ਜਦੋਂ ਉਸ ਦੀ ਆਤਮਾ ਸਰੀਰ ਛੱਡਦੀ ਹੈ ਤੇ ਪੁਰਸ਼ ਦੀ ਭਾਵਨਾ ਨਾਲ ਹੀ ਸਰੀਰ ਛੱਡਦੀ ਹੈ। ਪਰ ਜਦੋਂ ਉਹ ਆਤਮਾ ਸੂਖਮ ਜਗਤ ਤੇ ਜਾਂਦੀ ਹੈ ਤੇ ਸੂਖਮ ਜਗਤ ਤੇ ਵੀ ਆਤਮਾ ਦੇ ਅੰਦਰ ਦੇ ਭਾਵ ਬਦਲ ਜਾਂਦੇ ਹਨ, ਭਾਵਨਾ ਬਦਲ ਜਾਂਦੀ ਹੈ। ਸੂਖਮ ਜਗਤ ਤੇ ਕਰਮਾਂ ਦੇ ਹਿਸਾਬ ਕਿਤਾਬ ਦੇ ਕਾਰਨ ਭਾਵਨਾ ਬਦਲ ਜਾਂਦੀ ਹੈ। ਅਨੰਤ ਤੇ ਬਾਪੂ ਜੀ ਇੱਥੇ ਵੀ ਯਾਨੀ ਇਸ ਸਥੂਲ ਜਗਤ ਤੇ ਵੀ ਇਸ ਤਰ੍ਹਾਂ ਹੁੰਦਾ ਹੈ ਨਾ। ਜੇਕਰ ਕੋਈ ਮੁੰਡਾ ਹੈ ਤੇ ਉਹ ਕੁੜੀ ਬਣ ਜਾਂਦਾ ਹੈ, ਕੁੜੀ ਹੈ ਤੇ ਮੁੰਡਾ ਬਣ ਜਾਂਦੀ ਹੈ। ਇਸ ਨੂੰ ਲੋਕੀ ਹਾਰਮੋਨਲ ਚੇਂਜ ਯਾਨੀ ਸਰੀਰ ਦੇ ਰਸਾਇਣਾਂ ਦਾ ਬਦਲਾਵ ਹੁੰਦਾ ਹੈ ਕਹਿੰਦੇ ਹਨ। ਬਾਪੂ ਜੀ ਪਹਿਲਾਂ ਤੁਸੀਂ ਇਹ ਸਮਝੋ ਕਿ ਹਾਰਮੋਨ ਕਿਸ ਤਰ੍ਹਾਂ ਬਣਦੇ ਹਨ ਅਤੇ ਪੁਰਸ਼ ਤੇ ਇਸਤਰੀ ਦੇ ਹਾਰਮੋਨਾਂ ਤੇ ਕੀ ਡਿਫਰੈਂਸ ਯਾਨੀ ਫਰਕ ਹੈ। ਪੁਰਸ਼ ਜਾਂ ਇਸਤਰੀ ਦੀ ਆਤਮਾ ਤੇ ਜੋ ਭਾਵਨਾ ਪਈ ਹੈ, ਜਿਸ ਤਰ੍ਹਾਂ ਕਿ ਮੈਂ ਪੁਰਸ਼ ਹਾਂ, ਪੁਰਸ਼ ਭਾਵ ਹੈ ਤੇ ਪੁਰਸ਼ ਭਾਵ ਦੇ ਹਿਸਾਬ ਕਿਤਾਬ ਨਾਲ ਹੀ ਉਸ ਦੀ ਬਾਡੀ ਯਾਨੀ ਸਰੀਰ ਦੇ ਅੰਦਰ ਹਾਰਮੋਨ ਬਣਦੇ ਹਨ। ਕਾਰਨ ਅਤੇ ਸੂਖਮ ਸਰੀਰ ਬਣਦਾ ਹੈ। ਹੁਣ ਜਿਸ ਤਰ੍ਹਾਂ ਕਿ ਉਸ ਦੇ ਸੂਖਮ ਸਰੀਰ ਤੇ ਭਾਵ ਹੈ ਕਿ ਮੈਂ ਪੁਰਸ਼ ਹਾਂ ਤੇ ਹੁਣ ਉਹ ਆਤਮਾ ਪੁਰਸ਼ ਭਾਵ ਦੇ ਨਾਲ ਹੀ ਜਨਮ ਲਏਗੀ। ਇਸਤਰੀ ਜਾਂ ਪੁਰਸ਼ ਗਰਭ ਦੇ ਅੰਦਰ ਹੀ ਬਣਦਾ ਹੈ ਤੇ ਗਰਭ ਦੇ ਅੰਦਰ ਦੀ ਆਤਮਾ ਆਪਣੇ ਪਿਛਲੇ ਜਨਮ ਦਾ ਇਸਤਰੀ ਜਾਂ ਪੁਰਸ਼ ਦਾ ਭਾਵ ਲੈ ਕੇ ਹੀ ਆਉਂਦੀ ਹੈ। ਅੱਗੇ ਬਾਪੂ ਜੀ ਦੱਸਦੇ ਹਨ, ਪਰ ਮੈਨੂੰ ਜ਼ਿਆਦਾਤਰ ਇਹ ਪਤਾ ਹੈ ਕਿ ਜ਼ਿਆਦਾਤਰ ਮਤਲਬ 99% ਜੇਕਰ ਪੁਰਸ਼ ਹੁੰਦਾ ਹੈ ਤੇ ਉਹ ਪੁਰਸ਼ ਹੀ ਜੰਮਦਾ ਹੈ ਅਤੇ ਜੇਕਰ ਇਸਤਰੀ ਹੈ ਤੇ ਉਹ ਇਸਤਰੀ ਹੀ ਜੰਮਦੀ ਹੈ। ਮੈਂ ਉੱਪਰ ਯਾਨੀ ਸੂਖਮ ਜਗਤ ਤੇ ਬਹੁਤ ਘੱਟ ਭਾਵ ਬਦਲਦੇ ਵੇਖੇ ਹਨ। ਯਾਨੀ ਜੇਕਰ ਕੋਈ ਇਸਤਰੀ ਦੇ ਭਾਵ ਵਾਲੀ ਆਤਮਾ ਹੈ ਤੇ ਉਹ ਪੁਰਸ਼ ਬਣ ਕੇ ਜਨਮ ਲਵੇ ਜਾਂ ਕੋਈ ਪੁਰਸ਼ ਦੇ ਭਾਵ ਵਾਲੀ ਇਸਤਰੀ ਬਣ ਕੇ ਜਨਮ ਲਵੇ, ਭਾਵ ਬਦਲ ਕੇ ਜਨਮ ਲੈਣ ਦੇ ਬਹੁਤ ਰੇਅਰ ਕੇਸ ਯਾਨੀ ਦੁਰਲਭ ਘਟਨਾ ਹੁੰਦੀ ਹੈ। ਹਾਰਮੋਨਸ ਬਦਲਣ ਦੀ ਇੱਕ ਹੋਰ ਵੀ ਵਜ੍ਹਾ ਹੈ ਜੋ ਮੈਂ ਤੁਹਾਨੂੰ ਦੱਸਦਾ ਹਾਂ। ਬਾਪੂ ਜੀ ਅੱਗੇ ਦੱਸਦੇ ਹਨ ਕਿ ਮੈਂ ਜੋ ਸਮਾਧੀ ਅਵਸਥਾ 'ਚ ਵੇਖਿਆ ਅਤੇ ਮਹਿਸੂਸ ਕੀਤਾ ਹੈ ਹਾਰਮੋਨਸ ਬਦਲਣ ਦੇ ਬਾਰੇ ਤੇ, ਜਿਸ ਤਰ੍ਹਾਂ ਕਿ ਕੋਈ ਆਤਮਾ ਜੰਮੀ ਤੇ ਪੁਰਸ਼
ਪਰ ਉਸ ਦੇ ਅੰਦਰ ਛੋਟੀ ਉਮਰ ਤੇ ਯਾਨੀ 5 ਜਾਂ 10 ਸਾਲ ਦੀ ਉਮਰ ਤੇ ਉਸ ਦੇ ਅੰਦਰ ਇਸਤਰੀ ਤੱਤ ਵਾਲੀ ਆਤਮਾ ਨੇ ਪ੍ਰਵੇਸ਼ ਕੀਤਾ। ਹੁਣ ਜਨਮ ਤਾਂ ਪੁਰਸ਼ ਨੇ ਲਿਆ ਹੈ, ਸਰੀਰ ਤਾਂ ਪੁਰਸ਼ ਦਾ ਹੈ, ਪਰ ਉਸ ਦੇ ਅੰਦਰ ਇਸਤਰੀ ਤੱਤ ਵਾਲੀ ਆਤਮਾ ਨੇ ਪ੍ਰਵੇਸ਼ ਕੀਤਾ ਹੈ, ਯਾਨੀ ਭੂਤ ਪ੍ਰੇਤ ਨੇ ਪ੍ਰਵੇਸ਼ ਕੀਤਾ ਹੈ। ਤੇ ਉਸ ਪੁਰਸ਼ ਦੀ ਆਤਮਾ ਦਾ ਭਾਵ ਇੰਬੈਲੈਂਸ ਯਾਨੀ ਅਸੰਤੁਲਿਤ ਜਾਂ ਖਰਾਬ ਹੋ ਜਾਂਦਾ ਹੈ। ਤੇ ਕਦੀ ਉਹ ਪੁਰਸ਼ ਭਾਵ ਤੇ ਆਂਦਾ ਹੈ ਤੇ ਕਦੀ ਇਸਤਰੀ ਭਾਵ ਤੇ ਆਂਦਾ ਹੈ। ਫਿਰ ਬਾਅਦ 'ਚ ਹੌਲੀ ਹੌਲੀ ਉਹ ਭੂਤ ਪ੍ਰੇਤ ਪੂਰਾ ਹੀ ਉਸ ਪੁਰਸ਼ ਦੀ ਬੋਡੀ ਯਾਨੀ ਸਰੀਰ ਤੇ ਪ੍ਰਵੇਸ਼ ਕਰਕੇ ਉਸ ਨੂੰ ਕੰਟਰੋਲ ਯਾਨੀ ਕਾਬੂ ਕਰ ਲੈਂਦਾ ਹੈ ਅਤੇ ਫਿਰ ਪੂਰਨ ਅਤੇ ਪਰਮਾਨੈਂਟਲੀ ਯਾਨੀ ਪੱਕੇ ਤੌਰ ਤੇ ਇਸਤਰੀ ਭਾਵ ਆ ਜਾਂਦਾ ਹੈ। ਤੇ ਫਿਰ ਇਸਤਰੀ ਭਾਵ 'ਚ ਆ ਕੇ ਉਹ ਆਪਣੇ ਸਰੀਰ ਨੂੰ ਚੇਂਜ ਯਾਨੀ ਬਦਲਵਾ ਲੈਂਦਾ ਹੈ, ਮਤਲਬ ਸਰੀਰ ਦੇ ਅੰਗਾਂ ਦਾ ਬਦਲਾਵ ਕਰਵਾ ਲੈਂਦਾ ਹੈ। ਅਨੰਤ। ਚਲੋ ਬਾਪੂ ਜੀ, ਇਹ ਗੱਲ ਤੇ ਹੋ ਗਈ। ਹੁਣ ਅਸੀਂ ਗੱਲ ਕਰਾਂਗੇ ਜੋ ਮਰੀ ਹੋਈ ਆਤਮਾ ਦੇ ਬਾਰੇ 'ਚ, ਮਤਲਬ ਜੋ ਮਨੁੱਖ ਮਰ ਗਿਆ ਹੈ ਉਸ ਦੀ ਆਤਮਾ ਦੇ ਬਾਰੇ ਤੇ। ਜਦੋਂ ਉਹ ਆਤਮਾ ਸਰੀਰ ਛੱਡ ਕੇ ਚਲੀ ਜਾਂਦੀ ਹੈ ਤੇ ਉਸ ਦੇ ਜਾਣ ਦੇ ਬਾਅਦ ਜੋ ਪ੍ਰਾਰਥਨਾ ਜਾਂ ਅਰਦਾਸ ਉਸ ਆਤਮਾ ਲਈ ਕੀਤੀ ਜਾਂਦੀ ਹੈ ਕਿ ਉਹ ਸਫਲ ਹੁੰਦੀ ਹੈ, ਜਾਂ ਉਹਦੇ ਲਈ ਕੀਤਾ ਹੋਇਆ ਪਿੰਡ ਦਾਨ, ਨਾਰਾਇਣ ਬਲੀ ਜੋ ਆਪ ਜੀ ਬੋਲਦੇ ਹੋ, ਇਹ ਸਭ ਸਫਲ ਹੁੰਦਾ ਹੈ। ਮਤਲਬ ਇਹਨਾਂ ਚੀਜ਼ਾਂ ਦਾ ਫਲ ਉਸ ਆਤਮਾ ਨੂੰ ਮਿਲਦਾ ਹੈ। ਬਾਪੂ ਜੀ, ਅਸਲੀਅਤ 'ਚ ਵੇਖਿਆ ਜਾਵੇ ਤੇ ਜੋ ਭਾਰਤ ਦੇ ਹਿੰਦੂ ਸ਼ਾਸਤਰਾਂ ਦੇ ਅੰਦਰ ਫਿਲਾਸਫੀਆਂ, ਮਤਲਬ ਜੋ ਸ਼ਾਸਤਰਾਂ 'ਚ ਗੱਲਾਂ ਲਿਖੀਆਂ ਹਨ, ਪਹਿਲਾਂ ਉਹ 100% ਸੱਚ ਹੁੰਦੀਆਂ ਸਨ। ਭਾਵੇਂ ਉਹ ਕੋਈ ਵੀ ਸ਼ਾਸਤਰ ਹੋਵੇ, ਵੇਦ ਹੋਵੇ, ਉਪਨਿਸ਼ਦ ਹੋਵੇ, ਪੁਰਾਣ ਹੋਵੇ, ਉਸ ਵਿੱਚ ਲਿਖੀ ਹੋਈ ਗੱਲ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ। ਪਰ ਹੁਣ ਹਰ ਚੀਜ਼ ਬਦਲ ਗਈ ਹੈ। ਪਹਿਲਾਂ ਭਾਰਤ ਵਿੱਚ ਅੱਜ ਤੋਂ 5000 ਸਾਲ ਪਹਿਲਾਂ ਸਿਰਫ ਹਿੰਦੂ ਫਿਲਾਸਫੀ ਸੀ। ਹੁਣ ਉਹ ਹੌਲੀ ਹੌਲੀ ਬਹੁਤ ਘੱਟ ਰਹਿ ਗਈ ਹੈ ਨਾ। ਹੁਣ ਦੂਸਰੇ ਧਰਮ ਵਾਲੇ ਕ੍ਰਿਸਚਨ, ਮੁਸਲਮਾਨ, ਬੁੱਧ ਜਾਂ ਹੋਰ ਵੀ ਇਸ ਸਭ ਤੇ ਹਿੰਦੂ ਫਿਲਾਸਫੀ ਨੂੰ ਨਹੀਂ ਮੰਨਦੇ ਤੇ ਨਾਰਾਇਣ ਬਲੀ ਯਾਨੀ ਇੱਕ ਤਰ੍ਹਾਂ ਦਾ ਮਰੀ ਹੋਈ ਆਤਮਾ ਦੀ ਸ਼ਾਂਤੀ ਲਈ ਸ਼ਰਾਧ ਨੂੰ ਵੀ ਨਹੀਂ ਮੰਨਣਗੇ। ਨਾਰਾਇਣ ਬਲੀ 'ਚ ਕੀ ਹੁੰਦਾ ਹੈ? ਕੋਈ ਤੁਹਾਡਾ ਪੂਰਵਜ ਯਾਨੀ ਵੱਡਾ ਘਰ ਤੇ ਬੈਠਾ ਹੈ, ਯਾਨੀ ਉਸ ਦੀ ਆਤਮਾ ਦੀ ਮੁਕਤੀ ਨਹੀਂ ਹੋਈ, ਉਸ ਤੇ ਉਹ ਕਹਿੰਦਾ ਹੈ ਕਿ ਨਾਰਾਇਣ ਬਲੀ ਚੜਾਓ ਤੇ ਗੰਗਾ ਦੇ ਕਿਨਾਰੇ ਜਾਂ ਕੋਈ ਵੀ ਚੰਗੀ ਪਵਿੱਤਰ ਨਦੀ ਦੇ ਕਿਨਾਰੇ ਜਾ ਕੇ ਉਸ ਦੀ ਵਿਧ ਕਰਦੇ ਹਨ ਉਸ ਆਤਮਾ ਦੀ ਤ੍ਰਿਪਤੀ ਜਾਂ ਸ਼ਾਂਤੀ ਦੇ ਲਈ। ਤੇ ਇਹ ਇੱਕ ਤਰ੍ਹਾਂ ਦਾ ਪ੍ਰੋਸੈਸ ਜਾਂ ਵਿਧੀ ਹੁੰਦੀ ਹੈ। ਅਨੰਤ। ਪਰ ਕੀ ਇਹ ਕੀਤੀ ਹੋਈ ਵਿਧੀ ਸਫਲ ਹੁੰਦੀ ਹੈ? ਇਹ ਇੱਕ ਵੱਡਾ ਸਵਾਲ ਹੈ। ਬਾਪੂ ਜੀ, ਅਸਲ 'ਚ ਵਕਤ ਦੇ ਹਿਸਾਬ ਨਾਲ ਸਭ ਕੁਝ ਬਦਲਦਾ ਜਾਂਦਾ ਹੈ। ਅਨੰਤ। ਪਰ ਜੇਕਰ ਉਸ ਆਤਮਾ ਨੇ ਕਿਤੇ ਹੋਰ ਜਨਮ ਲੈ ਲਿਆ ਹੋਏਗਾ ਤੇ ਕਿਸ ਤਰ੍ਹਾਂ ਉਸ ਨੂੰ ਇਸ ਤਰ੍ਹਾਂ ਦੇ ਕੀਤੇ ਹੋਏ ਉਸ ਦੇ ਨਾਂ ਜਾਂ ਕੰਮ ਦਾ ਫਲ ਮਿਲੇਗਾ? ਬਾਪੂ ਜੀ, ਜੋ ਨਾਰਾਇਣ ਬਲੀ ਦੀ ਵਿਧੀ ਕਰਦੇ ਹਾਂ, ਕਿਤੇ ਵੀ ਕਰਦੇ ਹਾਂ ਜਾਂ ਕਿਸੇ ਲਈ ਵੀ ਕਰਦੇ ਹਾਂ, ਤੇ ਜੋ ਆਤਮਾ ਸਰੀਰ ਛੱਡ ਦਿੰਦੀ ਹੈ ਉਸ ਦੀ 13ਵੀਂ ਕਰਦੇ ਹਾਂ, ਸਭ ਨੂੰ ਰੋਟੀ ਖਵਾਉਂਦੇ ਹਾਂ ਜਾਂ 12ਵੀਂ ਕਰਦੇ ਹਾਂ ਤੇ ਬਾਹਮਣਾਂ ਨੂੰ ਦਾਨ ਦਿੱਤਾ ਜਾਂਦਾ ਹੈ ਤੇ ਕਹਿੰਦੇ ਹਾਂ ਕਿ ਰਸਤੇ ਤੇ ਆਤਮਾ ਭੁੱਖੀ ਪਿਆਸੀ ਨਹੀਂ ਰਹੇਗੀ, ਉਸ ਨੂੰ ਰੋਟੀ ਮਿਲੇਗੀ, ਬਾਹਮਣਾਂ ਨੂੰ ਦਾਨ ਕਰੋ ਤੇ ਉਸ ਨੂੰ ਰਸਤੇ ਤੇ ਮਿਲ ਜਾਏਗਾ। ਅਨੰਤ। ਇੱਥੇ ਇਹ ਸਭ ਕੁਝ ਕਰਾਂਗੇ ਤਾਂ ਉਸ ਨੂੰ ਉੱਥੇ ਮਿਲ ਜਾਏਗਾ? ਬਾਪੂ ਜੀ, ਉਸ ਨੂੰ ਮਿਲੇਗਾ, ਪਰ ਦੂਸਰੇ ਜਨਮ ਦੇ ਪ੍ਰੋਸੀਜਰ ਯਾਨੀ ਵਿਧੀ ਤੇ ਮਿਲੇਗਾ। ਜਦੋਂ ਉਹ ਦੂਸਰੇ ਜਨਮ ਤੇ ਜਾਏਗੀ ਤੇ ਉਦੋਂ ਉਹਨੂੰ ਉੱਥੇ ਮਿਲੇਗਾ। ਪਹਿਲੇ ਇਸ ਤਰ੍ਹਾਂ ਮੰਨਦੇ ਸੀ, ਪਰ ਪਹਿਲਾਂ ਬਾਹਮਣ 'ਚ ਸ਼ਕਤੀ ਵੀ ਹੁੰਦੀ ਸੀ ਜੋ ਵੀ ਵਿਧੀ ਕਰਾਉਂਦੇ ਸੀ ਤੇ ਉਸ ਆਤਮਾ ਨੂੰ ਵਿਧੀ ਦੇ ਪ੍ਰੋਸੈਸ ਨਾਲ ਸ਼ਕਤੀ ਮਿਲਦੀ ਸੀ। ਪਹਿਲਾਂ ਇਹ ਸਭ ਅਸਲੀਅਤ 'ਚ ਸੱਚ ਸੀ ਤੇ 12ਵੀਂ 13ਵੀਂ ਤੱਕ ਤੇ ਆਤਮਾਵਾਂ ਲਾਗੇ ਹੀ ਘੁੰਮਦੀਆਂ ਰਹਿੰਦੀਆਂ ਹਨ। ਜਦੋਂ ਵਿਧੀ ਯਾਨੀ ਪ੍ਰੋਸੈਸ ਹੁੰਦਾ ਸੀ 13ਵੀਂ ਤੱਕ ਤੇ ਕਰਦੇ ਸੀ, ਪਿੰਡ ਦਾਨ ਕਰਾਉਂਦੇ ਸੀ ਤੇ ਫਿਰ ਆਤਮਾ ਉੱਪਰ ਕਿਤੇ ਦੂਰ ਚਲੀ ਜਾਂਦੀ ਸੀ। ਅਨੰਤ। 13 ਦਿਨਾਂ ਤੱਕ ਤੇ ਆਤਮਾ ਜਨਮ ਨਹੀਂ ਲੈਂਦੀ। ਬਾਪੂ ਜੀ, 13 ਦਿਨਾਂ ਤੱਕ ਤੇ ਆਤਮਾ ਘਰ 'ਚ ਹੀ ਘੁੰਮਦੀ ਹੈ,
ਜਦੋਂ ਤੱਕ ਵਿਧੀ ਨਹੀਂ ਹੁੰਦੀ, ਪਿੰਡਦਾਨ ਨਹੀਂ ਹੁੰਦਾ, ਉਦੋਂ ਤੱਕ ਘਰ ਤੇ ਹੀ ਰਹਿੰਦੀ ਹੈ। ਲਾਗੇ ਲਾਗੇ ਸਭ ਨੂੰ ਵੇਖਦੀ ਹੈ, ਦੁਖੀ ਹੁੰਦੀ ਹੈ। ਕੋਈ ਰੋਂਦਾ ਹੈ ਤੇ ਉਸ ਨੂੰ ਵੇਖ ਕੇ ਹੋਰ ਦੁਖੀ ਹੁੰਦੀ ਹੈ। ਇਸ ਲਈ ਮਰਨ ਤੋਂ ਬਾਅਦ ਆਤਮਾ ਦੀ ਸਦਗਤੀ ਹੋਵੇ, ਇਸ ਦੇ ਲਈ ਕਿਸੇ ਨੂੰ ਵੀ ਰੋਣਾ ਨਹੀਂ ਚਾਹੀਦਾ। ਆਤਮਾ ਦੀ ਸਦਗਤੀ ਹੋਵੇ, ਉਸ ਦੇ ਲਈ ਪਰਮਾਤਮਾ ਦੇ ਕੋਲ ਅਰਦਾਸ ਜਾਂ ਪ੍ਰਾਰਥਨਾ ਕਰਨੀ ਚਾਹੀਦੀ, ਕਿਉਂਕਿ ਤੁਸੀਂ ਰੋਗੇ ਤੇ ਉਹ ਵੀ ਸੂਖਮ ਜਗਤ ਤੇ ਰੋਏਗੀ। ਇਸ ਲਈ ਜੋ ਵਿਧੀਆਂ ਦਾ ਵਿਸ਼ੇ ਹੈ ਉਹ ਬਹੁਤ ਡੂੰਘਾ ਵਿਸ਼ਾ ਹੈ। ਜੋ ਲੋਕ ਵਿਧੀ ਕਰਾਉਂਦੇ ਹਨ, ਨਾਰਾਇਣ ਬਲੀ ਕਰਾਉਂਦੇ ਹਨ, ਜਾਂ ਜੋ ਆਪਣੇ ਪੂਰਵਜਾਂ ਯਾਨੀ ਵੱਡਿਆਂ ਦੀ ਆਤਮਾ ਦੀ ਤ੍ਰਿਪਤੀ ਦੇ ਲਈ ਵਿਧੀ ਕਰਾਉਂਦੇ ਹਨ, ਇਹ ਸਭ ਕਰਨ ਦਾ ਕਾਰਨ ਅਤੇ ਵਿਧੀਆਂ ਸਭ ਸ਼ਾਸਤਰਾਂ ਤੇ ਪਹਿਲਾਂ ਹੀ ਤੋਂ ਲਿਖੀਆਂ ਹੋਈਆਂ ਹਨ। ਆਨੰਦ। ਬਾਪੂ ਜੀ ਹੁਣ ਇਸ ਤੋਂ ਅੱਗੇ ਵਧਦੇ ਹਾਂ। ਜਿਸ ਤਰ੍ਹਾਂ ਕਿ ਸੂਖਮ ਲੋਕ ਦੇ ਅੰਦਰ ਦੇਵਤਾ, ਦੈਤ, ਐਂਜਲ ਜਾਂ ਫਰਿਸ਼ਤੇ ਸਾਰੇ ਲੋਕੀ ਆਪਣੇ ਆਪਣੇ ਲੈਵਲ ਯਾਨੀ ਸਤਰ ਤੇ ਹਨ, ਤੇ ਇਹ ਸਾਰੇ ਹੁਣ ਵੀ ਕੰਮ ਕਰ ਰਹੇ ਹਨ। ਉਹਨਾਂ ਆਤਮਾਵਾਂ ਨਾਲ ਮਤਲਬ ਜੋ ਮਰੀਆਂ ਹੋਈਆਂ ਆਤਮਾਵਾਂ ਹਨ ਅਤੇ ਜੋ ਉੱਪਰ ਜਾਂਦੀਆਂ ਹਨ, ਉਹਨਾਂ ਨਾਲ ਡੀਲ ਜਾਂ ਗੱਲਬਾਤ ਕਰਨ ਲਈ। ਬਾਪੂ ਜੀ ਹਾਂ, ਹੁਣ ਵੀ ਕੰਮ ਕਰ ਰਹੇ ਹਨ। ਤੁਸੀਂ ਹੁਣ ਵੀ ਦੁਨੀਆ ਤੇ ਵੇਖੋਗੇ ਨਾ, ਤੇ ਕੋਈ ਅਸੁਰਾਂ ਯਾਨੀ ਦੈਤਾਂ ਦੀ ਪੂਜਾ ਕਰਦਾ ਹੈ। ਅਨੰਤ। ਆਪ ਜੀ ਬਿਲਕੁਲ ਠੀਕ ਕਹਿ ਰਹੇ ਹੋ। ਸ਼੍ਰੀ ਲੰਕਾ ਤੇ ਰਾਵਣ ਦਾ ਮੰਦਿਰ ਹੈ। ਬਾਪੂ ਜੀ ਰਾਵਣ ਦਾ ਵੀ ਮੰਦਿਰ ਹੈ, ਪਰ ਲੋਕੀ ਕਈ ਤਰ੍ਹਾਂ ਦੇ ਸ਼ੈਤਾਨਾਂ ਮਤਲਬ ਦੈਤਾਂ ਦੀ ਪੂਜਾ ਕਰਦੇ ਹਨ। ਉਹਨਾਂ ਨੂੰ ਪੂਜਦੇ ਹਨ ਕਿਉਂਕਿ ਉਹਨਾਂ ਨੂੰ ਸ਼ੈਤਾਨਾਂ ਦੀ ਸ਼ਕਤੀ ਚਾਹੀਦੀ। ਇੱਕ ਵਾਰ ਮੈਂ ਟੀਵੀ ਤੇ ਵੇਖਿਆ ਕਿ ਕੁਝ ਲੋਕ ਸ਼ੈਤਾਨ ਦੇ ਭਗਤ ਸਨ ਅਤੇ ਉਸ ਦੀ ਭਗਤੀ ਕਰਦੇ ਸਨ ਅਤੇ ਸ਼ੈਤਾਨ ਨੂੰ ਬੁਲਾਉਂਦੇ ਸਨ। ਸ਼ੈਤਾਨ ਨੂੰ ਬੁਲਾਉਣ ਦੀ ਇੱਕ ਵਿਧੀ ਯਾਨੀ ਤਰੀਕਾ ਹੁੰਦਾ ਹੈ। ਇਸ ਲਈ ਕਈ ਲੋਕੀ ਵੱਖਰੀ ਵੱਖਰੀ ਵਿਧੀਆਂ ਕਰਦੇ ਹਨ ਵੱਖ-ਵੱਖ ਸ਼ੈਤਾਨਾਂ ਜਾਂ ਦੈਤਾਂ ਲਈ। ਫਿਰ ਉਹਨਾਂ ਨੂੰ ਬੁਲਾਉਂਦੇ ਹਨ ਅਤੇ ਕਹਿੰਦੇ ਹਨ ਕਿ ਮੈਨੂੰ ਸ਼ੈਤਾਨ ਦੀ ਸ਼ਕਤੀ ਚਾਹੀਦੀ ਹੈ, ਜਿਸ ਨੂੰ ਡਰੈਕੁਲਾ ਯਾਨੀ ਇੱਕ ਬਹੁਤ ਵੱਡੇ ਸ਼ੈਤਾਨ ਦਾ ਨਾਂ ਮਤਲਬ ਸ਼ੈਤਾਨ ਦੀ ਸ਼ਕਤੀ ਦਾ ਨਾਂ ਹੈ। ਸ਼ੈਤਾਨ ਜੋ ਕਿ ਉੱਪਰ ਸੂਖਮ ਜਗਤ ਤੇ ਹਨ, ਪਰ ਉਹ ਸੂਖਮ ਜਗਤ ਤੇ ਜ਼ਿਆਦਾ ਉੱਪਰ ਨਹੀਂ ਜਾ ਸਕਦੇ। 500 ਤੋਂ 1000 ਕਿਲੋਮੀਟਰ ਤੋਂ ਜ਼ਿਆਦਾ ਉੱਪਰ ਨਹੀਂ ਜਾ ਸਕਦੇ। ਸ਼ੈਤਾਨਾਂ ਦਾ 500 ਤੋਂ 1000 ਕਿਲੋਮੀਟਰ ਉੱਪਰ ਸੂਖਮ ਜਗਤ ਦੇ ਵਿੱਚ ਬਹੁਤ ਵੱਡਾ ਰਾਜ ਹੈ। ਜਦੋਂ ਕੋਈ ਵੀ ਆਤਮਾਵਾਂ ਉੱਪਰ ਕਿਸੇ ਵੀ ਪ੍ਰਕਿਰਿਆ ਯਾਨੀ ਪ੍ਰੋਸੈਸ ਤੇ ਜਾਂਦੀਆਂ ਹਨ ਤੇ ਉਸ ਨੂੰ ਪਹਿਲਾਂ ਸ਼ੈਤਾਨ ਫੜਦੇ ਹਨ, ਪਰ ਜੋ ਚੰਗੀਆਂ ਆਤਮਾਵਾਂ ਹਨ ਉਹ ਸਿੱਧਾ 2000 ਕਿਲੋਮੀਟਰ ਉੱਪਰ ਹੀ ਜਾਂਦੀ ਹੈ, ਇਸ ਤੋਂ ਨੀਚੇ ਨਹੀਂ ਜਾਂਦੀ। ਜੇਕਰ ਕੋਈ ਸਾਧੂ ਸੰਤ ਚੰਗੀਆਂ ਆਤਮਾਵਾਂ ਨੂੰ ਪ੍ਰੋਸੈਸ ਯਾਨੀ ਪ੍ਰਕਿਰਿਆ ਤੇ ਲਿਆਂਦਾ ਹੈ ਤੇ ਉਸ ਆਤਮਾ ਨੂੰ ਉਹ ਦੱਸਦੇ ਹਨ ਕਿ ਤੂੰ ਸਿੱਧਾ 2000-3000 ਕਿਲੋਮੀਟਰ ਉੱਪਰ ਹੀ ਜਾਣਾ ਹੈ, ਇਸ ਤੋਂ ਨੀਚੇ ਨਹੀਂ ਜਾਣਾ, ਨਹੀਂ ਤੇ ਸ਼ੈਤਾਨ ਤੈਨੂੰ ਫੜ ਲੈਣਗੇ। ਇਸ ਤਰ੍ਹਾਂ ਸ਼ੈਤਾਨਾਂ ਜਾਂ ਦੈਤਾਂ ਦਾ ਰਾਜ ਉੱਪਰ ਸੂਖਮ ਜਗਤ ਤੇ ਵੀ ਉਸੇ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਸਥੂਲ ਜਗਤ ਤੇ ਅਸੁਰ ਯਾਨੀ ਬੁਰੇ ਸੁਭਾਅ ਵਾਲੇ ਲੋਕ ਵੀ ਹਨ ਅਤੇ ਮਨੁੱਖ ਵੀ ਹਨ। ਅਨੰਤ। ਤੇ ਬਾਪੂ ਜੀ ਉੱਪਰ ਜਿਸ ਤਰ੍ਹਾਂ ਫੜਨ ਵਾਲੇ ਦੈਤ ਵੀ ਹਨ, ਉਸੇ ਤਰ੍ਹਾਂ ਬਚਾਉਣ ਵਾਲੀਆਂ ਚੰਗੀਆਂ ਆਤਮਾਵਾਂ ਵੀ ਉੱਥੇ ਹੋਣਗੀਆਂ। ਬਾਪੂ ਜੀ ਪਰ ਹਰ ਜਗ੍ਹਾ ਤੇ ਇੱਕ ਲੇਅਰਸ ਯਾਨੀ ਸਤਹ ਹੁੰਦੀ ਹੈ। ਹਰ ਲੇਅਰਸ ਤੇ ਚੰਗੀਆਂ ਆਤਮਾਵਾਂ ਵੀ ਹਨ, ਬੁਰੀਆਂ ਆਤਮਾਵਾਂ ਵੀ ਹਨ। ਜਿਸ ਤਰ੍ਹਾਂ ਧਰਤੀ ਤੇ ਚੰਗੇ ਮਨੁੱਖ ਵੀ ਹਨ ਅਤੇ ਬੁਰੇ ਮਨੁੱਖ ਵੀ ਹਨ, ਉਸੇ ਤਰ੍ਹਾਂ ਸੂਖਮ ਜਗਤ ਤੇ ਵੀ ਹੁੰਦਾ ਹੈ। ਪਰ ਜੇਕਰ ਤੁਸੀਂ ਬਹੁਤ ਉੱਪਰ ਚਲੇ ਜਾਓ ਨਾ, 1000-2000 ਕਿਲੋਮੀਟਰ ਦੇ ਉੱਪਰ, ਤੇ ਆਤਮਾਵਾਂ ਦੀ ਸਟੇਜ ਯਾਨੀ ਅਵਸਥਾ ਬਦਲ ਜਾਂਦੀ ਹੈ। ਹੌਲੀ ਹੌਲੀ ਜਿਸ ਤਰ੍ਹਾਂ ਉੱਪਰ ਜਾਂਦੇ ਜਾਓਗੇ ਤੇ ਉਸ ਤਰ੍ਹਾਂ ਆਤਮਾ ਨਿਸੰਕਲਪ ਯਾਨੀ ਵਿਚਾਰਾਂ ਤੋਂ ਰਹਿਤ ਬਣਦੀ ਜਾਏਗੀ। ਆਤਮਾ ਦੀ ਅਵਸਥਾ ਬਹੁਤ ਚੰਗੀ ਬਣਦੀ ਜਾਏਗੀ। ਆਤਮਾ ਪੋਜ਼ਿਟਿਵ ਯਾਨੀ ਚੰਗੇ ਅਤੇ ਪਵਿੱਤਰ ਵਿਚਾਰਾਂ ਵਾਲੀ ਹੁੰਦੀ ਜਾਏਗੀ। ਪਰ ਜੇਕਰ ਆਤਮਾ ਚੰਗੀ ਹੈ ਤਾਂ ਹੀ ਉਹ ਉੱਪਰ ਜਾ ਸਕੇਗੀ ਨਾ, ਨਹੀਂ ਤੇ ਆਤਮਾ ਉੱਪਰ ਨਹੀਂ ਜਾ ਸਕੇਗੀ। ਉੱਪਰ ਜਾਣ ਲਈ ਆਤਮਾ 'ਚ ਪਾਵਰ ਯਾਨੀ ਸ਼ਕਤੀ ਹੋਣੀ ਚਾਹੀਦੀ ਹੈ। ਅਤੇ ਪਾਵਰ ਕਿਸ ਤਰ੍ਹਾਂ ਆਏਗੀ? ਜਦੋਂ ਆਤਮਾ ਚੰਗੀ ਬਣੇਗੀ, ਚੰਗੀ ਸੋਚ ਹੋਏਗੀ, ਆਤਮਾ ਤਿਆਗ ਤਪੱਸਿਆ ਕਰੇਗੀ, ਪਰਮਾਤਮਾ ਨੂੰ ਯਾਦ ਕਰੇਗੀ, ਫਿਰ ਆਤਮਾ ਤੇ ਪਾਵਰ ਆਏਗੀ। ਉਦੋਂ ਹੀ ਆਤਮਾ 2000 ਕਿਲੋਮੀਟਰ, 3000 ਕਿਲੋਮੀਟਰ, 4000 ਕਿਲੋਮੀਟਰ ਉੱਪਰ ਜਾਏਗੀ।
ਜਿਸ ਤਰ੍ਹਾਂ ਆਤਮਾ ਉੱਪਰ ਜਾਂਦੀ ਹੈ, ਆਤਮਾ ਦੀ ਸੋਚ ਬਦਲ ਜਾਂਦੀ ਹੈ। ਆਤਮਾ ਪੋਜ਼ਿਟਿਵ ਯਾਨੀ ਸਕਾਰਾਤਮਕ ਵਿਚਾਰਾਂ ਵਾਲੀ ਹੋ ਜਾਂਦੀ ਹੈ। ਤੇ ਜੋ ਪਿਸ਼ਾਚ ਵਰਗੀਆਂ ਯਾਨੀ ਬੁਰੇ ਵਿਚਾਰਾਂ ਵਾਲੀਆਂ ਆਤਮਾਵਾਂ ਹਨ ਨਾ, ਜ਼ਿਆਦਾ ਤੋਂ ਜ਼ਿਆਦਾ 1000 ਕਿਲੋਮੀਟਰ ਤੱਕ ਜਾ ਸਕਦੀਆਂ ਹਨ, ਇਸ ਤੋਂ ਉੱਪਰ ਨਹੀਂ ਜਾ ਸਕਦੀਆਂ। ਅਤੇ ਸੂਖਮ ਜਗਤ ਦੀ ਨਿਚਲੀ ਲੇਅਰਸ ਤੇ ਬੈਠੇ ਬੈਠੇ ਇੱਥੇ ਨੀਚੇ ਯਾਨੀ ਧਰਤੀ ਲੋਕ ਤੇ ਜੋ ਉਹਨਾਂ ਦੇ ਚੇਲੇ ਚਪਾਟੇ ਜਾਂ ਭੂਤ ਪ੍ਰੇਤ ਆਤਮਾਵਾਂ ਹਨ, ਉਹਨਾਂ ਕੋਲੋਂ ਉਲਟੇ ਕੰਮ ਕਰਵਾਉਂਦੀਆਂ ਹਨ, ਬਲੀ ਕਰਵਾਉਂਦੀਆਂ ਹਨ। ਬਲੀ ਕਰਵਾਉਣ ਵਾਲੀਆਂ ਆਤਮਾਵਾਂ ਕੌਣ ਹਨ? ਕੀ ਕਿਸੇ ਮਨੁੱਖ ਦੀ ਬਲੀ ਕਰਵਾਉਣ ਵਾਲੇ ਦੇਵਤਾ ਕਵਾਣਗੇ? ਆਨੰਦ ਬਾਪੂ ਜੀ ਆਪ ਜੀ ਨੇ ਜੋ ਦੱਸਿਆ ਹੈ ਇੱਕਦਮ ਠੀਕ ਦੱਸਿਆ ਹੈ। ਇੱਕ ਵਾਰ ਮੈਂ YouTube ਯਾਨੀ ਮੋਬਾਈਲ ਫੋਨ ਦੀ ਇੱਕ ਐਪ ਵੇਖ ਰਿਹਾ ਸੀ ਤੇ ਟੀਵੀ ਜੋਸ਼ਵਾ, ਇਹ ਭੂਤ ਪ੍ਰੇਤ ਕੱਢਣ ਵਾਲੇ ਵਿਦੇਸ਼ਾਂ ਦੇ ਪ੍ਰਸਿੱਧ ਆਦਮੀ ਦਾ ਨਾਂ ਹੈ, ਦਾ ਇੱਕ ਵੀਡੀਓ ਸੀ ਜਿਸ ਤੇ ਉਹ ਇੱਕ ਆਤਮਾ ਨੂੰ ਕਿਸੇ ਮਨੁੱਖ ਤੋਂ ਕੱਢ ਰਿਹਾ ਸੀ ਤੇ ਉਹ ਆਤਮਾ ਆਪਣਾ ਅਨੁਭਵ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਉਹ ਇੱਕ ਆਤਮਾ ਹੈ ਅਤੇ ਰੈੱਡ ਸੀ ਯਾਨੀ ਇੱਕ ਸਮੁੰਦਰ ਤੋਂ ਆਈ ਸੀ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਗੱਲਾਂ ਦੱਸ ਰਹੀ ਸੀ। ਤੇ ਕੀ ਇਹ ਸਭ ਗੱਲਾਂ ਠੀਕ ਹੁੰਦੀਆਂ ਹਨ? ਬਾਪੂ ਜੀ ਹਾਂ, ਸਮੁੰਦਰ ਵਾਲੀ ਆਤਮਾ ਸਮੁੰਦਰ ਤੋਂ ਆਏਗੀ, ਪਰ ਸਮੁੰਦਰ ਵਾਲੀ ਆਤਮਾ ਸਮੁੰਦਰ ਦੇ ਅੰਦਰ ਨਹੀਂ ਰਹਿੰਦੀ, ਸਮੁੰਦਰ ਦੇ ਉੱਪਰ ਰਹਿੰਦੀ ਹੈ। ਕੋਈ ਪਹਾੜ ਤੇ ਰਹਿੰਦੀ ਹੈ, ਕੋਈ ਗੁਫਾ ਤੇ ਰਹਿੰਦੀ ਹੈ, ਕੋਈ ਮੰਦਰ ਤੇ, ਕੋਈ ਮਸਜਿਦ ਤੇ ਰਹਿੰਦੀ ਹੈ, ਕੋਈ ਜੰਗਲਾਂ ਤੇ ਰਹਿ ਕੇ ਤਿਆਗ ਤਪੱਸਿਆ ਕਰਦੀ ਹੈ। ਭੂਤ ਪ੍ਰੇਤ ਵੀ ਜੰਗਲਾਂ ਤੇ ਰਹਿ ਕੇ ਤਪੱਸਿਆ ਕਰਦੇ ਹਨ। ਇਸ ਕਰਕੇ ਜੰਗਲਾਂ ਤੇ ਵੀ ਮੰਦਰ ਬਣਾਉਂਦੇ ਸਨ ਕਿ ਆਤਮਾ ਮਰਨ ਤੋਂ ਬਾਅਦ ਜੰਗਲਾਂ ਤੇ ਜਾ ਕੇ ਤਿਆਗ ਤਪੱਸਿਆ ਕਰੇ। ਇਸ ਕਰਕੇ ਆਤਮਾਵਾਂ ਮੰਦਰਾਂ ਤੇ ਵੀ ਜਾ ਕੇ ਬਹੁਤ ਤਿਆਗ ਤਪੱਸਿਆ ਕਰਦੀਆਂ ਹਨ। ਅਨੰਤ ਤੇ ਬਾਪੂ ਜੀ ਕੀ ਮਰੀਆਂ ਹੋਈਆਂ ਆਤਮਾਵਾਂ ਨੂੰ ਬੁਲਾਉਣਾ ਡੇਂਜਰ ਯਾਨੀ ਖਤਰਨਾਕ ਹੁੰਦਾ ਹੈ? ਬਾਪੂ ਜੀ ਅਸਲ ਤੇ ਕੋਈ ਵੀ ਆਤਮਾ ਜੋ ਹੁੰਦੀ ਹੈ ਯਾਨੀ 3 ਤੱਤਾਂ ਦਾ ਸੂਖਮ ਸਰੀਰ ਜੋ ਮਰਿਆ ਹੋਇਆ ਹੈ, ਯਾਨੀ ਜੇਕਰ ਮਰੀ ਹੋਈ ਆਤਮਾ ਨੂੰ ਬੁਲਾਓਗੇ ਤੇ ਉਹ ਆਤਮਾ ਚੰਗੀ ਵੀ ਹੋ ਸਕਦੀ ਹੈ ਅਤੇ ਬੁਰੀ ਜਾਂ ਮਾੜੀ ਵੀ ਹੋ ਸਕਦੀ ਹੈ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਆਤਮਾ ਨੂੰ ਬੁਲਾਉਣ ਤੇ ਕਿਸ ਤਰ੍ਹਾਂ ਦੀ ਆਤਮਾ ਆਏਗੀ। ਉਹ ਆਤਮਾ ਚੰਗੀ ਅਤੇ ਮਾੜੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ। ਆਨੰਦ ਹਾਂ, ਜਿਸ ਤਰ੍ਹਾਂ ਦਾ ਕਰੈਕਟਰ ਯਾਨੀ ਚਰਿੱਤ ਉਸ ਦਾ ਧਰਤੀ ਤੇ ਮਤਲਬ ਜਦੋਂ ਉਹ ਜੀਵਿਤ ਸੀ ਹੋਏਗਾ, ਉਸ ਤਰ੍ਹਾਂ ਦੀ ਹੀ ਤੇ ਉਹ ਆਤਮਾ ਹੋਏਗੀ। ਬਾਪੂ ਜੀ ਪਰ ਜ਼ਿਆਦਾਤਰ ਤੇ ਚੰਗੀਆਂ ਆਤਮਾਵਾਂ ਨਹੀਂ ਹੁੰਦੀਆਂ, ਕਿਉਂਕਿ ਚੰਗੀਆਂ ਆਤਮਾਵਾਂ ਤੇ ਉੱਪਰ ਚਲੀਆਂ ਜਾਂਦੀਆਂ ਹਨ, ਉਹ ਧਰਤੀ ਦੇ ਨਜ਼ਦੀਕ ਨਹੀਂ ਰਹਿੰਦੀਆਂ। ਅਨੰਤ ਪਰ ਚੰਗੀਆਂ ਆਤਮਾਵਾਂ ਨੂੰ ਬੁਲਾਉਣ ਤੇ ਆਉਣਗੀਆਂ ਜਾਂ ਨਹੀਂ? ਬਾਪੂ ਜੀ ਜਿਹੜੀ ਆਤਮਾ 2000 3000 ਕਿਲੋਮੀਟਰ ਜਾਂ 5000 ਕਿਲੋਮੀਟਰ ਉੱਪਰ ਚਲੀ ਜਾਂਦੀ ਹੈ ਨਾ, ਉਹ ਨਹੀਂ ਆਉਂਦੀ। ਲੱਖ ਕੋਸ਼ਿਸ਼ ਕਰੋ ਉਹ ਆਤਮਾ ਨਹੀਂ ਆਏਗੀ। ਜਿਹੜੀ ਆਤਮਾ ਇੰਨੀ ਉੱਪਰ ਚਲੀ ਗਈ ਹੋਵੇ, ਇਸ ਤਰ੍ਹਾਂ ਦੀ ਆਤਮਾਵਾਂ ਨੂੰ ਮਤਲਬ ਚੰਗੀਆਂ ਆਤਮਾਵਾਂ ਨੂੰ ਡਿਸਟਰਬ ਯਾਨੀ ਤੰਗ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਉਸ ਆਤਮਾ ਨੂੰ ਬੁਲਾਉਣ ਲਈ ਪ੍ਰੋਸੈਸ ਯਾਨੀ ਵਿਧੀ ਕਰੋਗੇ, ਉਸ ਆਤਮਾ ਦਾ ਨਾਂ ਲੈ ਕੇ ਉਸ ਨੂੰ ਬੁਲਾਓਗੇ ਤੇ ਉਸ ਆਤਮਾ ਤੱਕ ਤੁਹਾਡੀ ਆਵਾਜ਼ ਪਹੁੰਚ ਜਾਂਦੀ ਹੈ ਅਤੇ ਉਹ ਸੁਣ ਵੀ ਲੈਂਦੀ ਹੈ, ਪਰ ਉਹ ਕਹੇਗੀ ਕਿ ਮੈਂ ਨਹੀਂ ਨੀਚੇ ਜਾਣਾ। ਇਸ ਲਈ ਕਿਸੇ ਵੀ ਆਤਮਾ ਨੂੰ ਬੁਲਾਉਣਾ ਨਹੀਂ ਚਾਹੀਦਾ ਹੈ। ਕਿਸੇ ਵੀ ਆਤਮਾ ਨੂੰ, ਭਾਵੇਂ ਉਹ ਪਿਸ਼ਾਚ ਹੋਵੇ ਜਾਂ ਭੂਤ ਪ੍ਰੇਤ ਹੋਵੇ, ਕਿਸੇ ਨੂੰ ਨਹੀਂ ਬੁਲਾਉਣਾ ਚਾਹੀਦਾ ਹੈ। ਜੇਕਰ ਕੋਈ ਨੈਗੇਟਿਵ ਯਾਨੀ ਬੁਰੇ ਵਿਚਾਰਾਂ ਵਾਲੀ ਆਤਮਾ ਆ ਗਈ ਅਤੇ ਕਿਸੇ ਤੇ ਪ੍ਰਵੇਸ਼ ਕਰ ਗਈ ਤੇ ਫਿਰ ਉਸ ਨੂੰ ਕੱਢਣਾ ਬਹੁਤ ਮੁਸ਼ਕਿਲ ਹੁੰਦਾ ਹੈ। ਪਿਸ਼ਾਚ ਨੂੰ ਕੱਢਣਾ ਤੇ ਬਹੁਤ ਮੁਸ਼ਕਿਲ ਹੁੰਦਾ ਹੈ। ਜਿਸ ਕਿਸੇ ਦੇ ਸਰੀਰ ਤੇ ਪਿਸ਼ਾਚ ਪ੍ਰਵੇਸ਼ ਕਰ ਜਾਂਦਾ ਹੈ ਤੇ ਉਸ ਨੂੰ ਕੱਢਣ ਲਈ ਉਸ ਸਰੀਰ ਨੂੰ ਕਿੰਨੀ ਸਜ਼ਾ ਦਿੱਤੀ ਜਾਂਦੀ ਹੈ। ਉਸ ਦੇ ਸਰੀਰ ਨੂੰ ਮਾਰਦੇ ਕੁੱਟਦੇ ਹਨ, ਗਰਮ ਲੋਹੇ ਦੀ ਸਲਾਖਾਂ ਨਾਲ ਸਰੀਰ ਨੂੰ ਦਾਗਦੇ ਹਨ, ਕਿਉਂਕਿ ਮਾੜੀ ਆਤਮਾ ਉਸ ਸਰੀਰ ਦੇ ਅੰਦਰ ਛੁਪ ਜਾਂਦੀ ਹੈ। ਭੂਤ ਪ੍ਰੇਤ ਵੀ ਬੁਲਾਉਣ ਵਾਲੇ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਹਨ। ਇਸ ਤਰ੍ਹਾਂ ਦੇ ਮਾੜੇ ਵਿਚਾਰਾਂ ਵਾਲੇ ਸੂਖਮ ਸਰੀਰ ਨੂੰ ਆਤਮਾ ਨਹੀਂ ਕਵਾਂਗੇ, ਭੂਤ ਪ੍ਰੇਤ ਕਵਾਂਗੇ। ਇਸ ਤਰ੍ਹਾਂ ਦੀ ਬੁਰੀਆਂ ਆਤਮਾਵਾਂ ਨੂੰ ਹਮੇਸ਼ਾ ਭੂਤ ਪ੍ਰੇਤ ਕਿਹਾ ਕਰੋ, ਆਤਮਾ ਨਹੀਂ ਕਿਹਾ ਕਰੋ। ਇਸ ਤਰ੍ਹਾਂ ਦੇ ਸੂਖਮ ਸਰੀਰਾਂ ਨੂੰ ਆਤਮਾਵਾਂ ਨਹੀਂ ਕਵਾਂਗੇ। ਜੋ ਆਤਮਾ ਪਰਮਾਤਮਾ ਨੂੰ ਜਾਣਦੀ ਹੈ, ਉਹ ਆਤਮਾ ਤੇ ਉੱਪਰ ਚਲੀ ਜਾਂਦੀ ਹੈ। ਭੂਤ ਪ੍ਰੇਤ ਹੀ ਇੱਥੇ ਧਰਤੀ ਤੇ ਰਹਿੰਦੇ ਹਨ। ਅਨੰਤ ਅਸੀਂ ਕੀ ਇਸ ਤਰ੍ਹਾਂ ਦੀ ਆਤਮਾ ਨੂੰ ਜੀਵ ਆਤਮਾ ਬੋਲਦੇ ਹਾਂ? ਬਾਪੂ ਜੀ ਜੀਵ ਆਤਮਾ ਨਾ ਕਹੋ,
ਜੀਵ ਆਤਮਾ ਵੀ ਚੰਗੀ ਆਤਮਾ ਹੈ। ਜੀਵ ਆਤਮਾ ਵੀ ਉਸ ਨੂੰ ਕਹਿੰਦੇ ਹਨ ਜੋ ਕਿਸੇ ਨੂੰ ਦੁੱਖ ਨਹੀਂ ਦਿੰਦੀ, ਉਸ ਨੂੰ ਅਸੀਂ ਜੀਵ ਕਹਿੰਦੇ ਹਾਂ। ਬੁਰੀਆਂ ਆਤਮਾਵਾਂ ਨੂੰ ਤੇ ਭੂਤ ਪ੍ਰੇਤ ਹੀ ਕਹੋ, ਕਿਉਂਕਿ ਇਸ ਤਰ੍ਹਾਂ ਦੀਆਂ ਆਤਮਾਵਾਂ ਮਾਇਆਵੀ ਹਨ। ਮਤਲਬ ਉਹਨਾਂ ਦੀ ਸ਼ਕਤੀਆਂ ਬੁਰੀਆਂ ਅਤੇ ਮਾਇਆਵੀ ਹਨ, ਦੁੱਖ ਦੇਣ ਵਾਲੀਆਂ ਹਨ। ਇਸ ਕਰਕੇ ਇਹਨਾਂ ਆਤਮਾਵਾਂ ਨੂੰ ਭੂਤ ਪ੍ਰੇਤ ਹੀ ਕਵਾਂਗੇ। ਅਨੰਤ ਤੇ ਬਾਪੂ ਜੀ ਗੀਤਾ ਪ੍ਰੈਸ ਦੀ ਪੁਨਰ ਜਨਮ ਯਾਨੀ ਦੁਬਾਰਾ ਜੰਮਣ ਅਤੇ ਪਰਲੋਕ ਦੇ ਉੱਪਰ ਜੋ ਕਿਤਾਬ ਹੈ, ਉਸ ਦੇ ਉੱਪਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਹਨ, ਜਿਸ ਤਰ੍ਹਾਂ ਕਿ ਪੱਥਰ ਮਾਰਨ ਵਾਲੇ ਪ੍ਰੇਤ ਹੁੰਦੇ ਹਨ, ਹੋਰ ਕਈ ਬਹੁਤ ਹੈਰਾਨ ਕਰਨ ਵਾਲੀਆਂ ਗੱਲਾਂ ਹਨ। ਮਤਲਬ ਇਹ ਕਿ ਜੇਕਰ ਮੈਂ ਉਹ ਸਾਰੀਆਂ ਗੱਲਾਂ ਇੱਥੇ ਕਰਾਂਗਾ ਤੇ ਬਹੁਤ ਲੰਬੀਆਂ ਗੱਲਾਂ ਹੋ ਜਾਣਗੀਆਂ। ਬਾਪੂ ਜੀ 100 ਘੰਟੇ ਦਾ ਵੀਡੀਓ ਬਣੇਗਾ ਜੇਕਰ ਪਰਲੋਕ ਪੁਨਰ ਜਨਮ ਦੀਆਂ ਗੱਲਾਂ ਕਰਾਂਗੇ ਤੇ। ਪਰ ਜਿਸ ਤਰ੍ਹਾਂ ਕਿ ਸਾਡੇ ਭਾਰਤ ਦੇ ਸ਼ਾਸਤਰਾਂ ਤੇ ਬੁਰੀਆਂ ਆਤਮਾਵਾਂ ਦੇ ਬਾਰੇ ਤੇ ਲਿਖਿਆ ਹੈ ਕਿ ਐਸੀਆਂ ਆਤਮਾਵਾਂ ਕੋਈ 5000 ਸਾਲ 10,000 ਸਾਲ ਕਿਸੇ ਝਾੜ ਜਾਂ ਦਰਖਤ ਤੇ ਬੈਠੀ ਰਹੀ, ਕੋਈ ਕਿਤੇ ਕਿਸੇ ਜਗ੍ਹਾ ਤੇ ਉੱਪਰ ਰਹੀ, ਤੇ ਇਹ ਸਭ ਕੁਝ ਹੈ। ਬਹੁਤ ਆਤਮਾਵਾਂ ਹਨ। ਅਨੰਤ ਬਾਪੂ ਜੀ ਐਸਾ ਕੌਣ ਹੈ ਜੋ ਮਨੁੱਖ ਨੂੰ ਪਰਮਾਤਮਾ ਦੇ ਨਜ਼ਦੀਕ ਜਾਂ ਲਾਗੇ ਜਾਣ ਤੋਂ ਰੋਕਦਾ ਹੈ, ਅਤੇ ਕਿਉਂ ਰੋਕਦਾ ਹੈ? ਬਾਪੂ ਜੀ ਵੇਖੋ, ਇੱਕ ਗੱਲ ਦੱਸਦਾ ਹਾਂ ਕਿ ਜੋ ਬੁਰੀਆਂ ਜਾਂ ਨੈਗੇਟਿਵ ਆਤਮਾਵਾਂ ਹੁੰਦੀਆਂ ਹਨ, ਤੁਸੀਂ ਜਿਸ ਤਰ੍ਹਾਂ ਹੀ ਪਰਮਾਤਮਾ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋਗੇ, ਤੁਸੀਂ ਗਿਆਨ ਮਾਰਗ ਤੇ ਜਾਣ ਦੀ ਕੋਸ਼ਿਸ਼ ਕਰੋਗੇ, ਤੇ ਇਸ ਤਰ੍ਹਾਂ ਦੀ ਬੁਰੀਆਂ ਆਤਮਾਵਾਂ ਤੁਹਾਨੂੰ ਰੇਜ਼ ਮਾਰ ਕੇ ਯਾਨੀ ਮਨ ਦੇ ਵਿਚਾਰਾਂ ਨੂੰ ਜੋ ਕਿ ਪਰਮਾਤਮਾ ਗਿਆਨ ਦੀ ਤਰਫ ਜਾਣਾ ਚਾਹੁੰਦੇ ਹਨ ਨੂੰ ਪਰਮਾਤਮਾ ਗਿਆਨ ਤੇ ਜਾਣ ਤੋਂ ਰੋਕਣਗੇ। ਅਨੰਤ ਜਿਸ ਤਰ੍ਹਾਂ ਕਿ ਪਹਿਲਾਂ ਸਾਧੂ ਸੰਤ ਜੋ ਯੱਗ ਯਾਨੀ ਪਰਮਾਤਮਾ ਦੀ ਪੂਜਾ ਦੀ ਇੱਕ ਤਰ੍ਹਾਂ ਦੀ ਵਿਧੀ ਜਦੋਂ ਕਰਦੇ ਸਨ ਤੇ ਦੈਤ ਉੱਪਰੋਂ ਦੀ ਹੱਡੀਆਂ ਜਾਂ ਹੋਰ ਇਸ ਤਰ੍ਹਾਂ ਦੀ ਸਮੱਗਰੀ ਸੁੱਟਦੇ ਸਨ ਤਾਂ ਕਿ ਪਰਮਾਤਮਾ ਦੀ ਪੂਜਾ ਦੀ ਵਿਧੀ ਨਾ ਹੋ ਸਕੇ, ਉਸ 'ਚ ਵਿਘਨ ਪਏ। ਬਾਪੂ ਜੀ ਹਾਂ, ਯੱਗ ਜਾਂ ਹਵਨ ਤੇ ਹੱਡੀਆਂ ਸੁੱਟਦੇ ਸਨ, ਇਸ ਲਈ ਤੇ ਰਾਮ ਨੇ ਦੈਤਾਂ ਜਾਂ ਰਾਖਸ਼ਾਸਾਂ ਨੂੰ ਮਾਰਿਆ ਸੀ। ਰਿਸ਼ੀ ਵਸ਼ਿਸ਼ਠ ਰਾਖਸ਼ਾਸਾਂ ਨੂੰ ਮਾਰਨ ਲਈ ਹੀ ਤੇ ਰਾਮ ਨੂੰ ਲੈ ਗਏ ਸਨ। ਅਨੰਤ ਤੇ ਨਾਰਮਲ ਯਾਨੀ ਆਮ ਜਾਂ ਸਾਧਾਰਨ ਲੋਕਾਂ ਦਾ ਕੀ ਹਾਲ ਹੁੰਦਾ ਹੈ? ਉਸ ਨੂੰ ਕੌਣ ਰੋਕਦਾ ਹੈ ਪਰਮਾਤਮਾ ਦੀ ਤਰਫ ਜਾਣ ਤੋਂ? ਬਾਪੂ ਜੀ ਜਿਹੜੀ ਆਤਮਾ ਬਹੁਤ ਪਾਵਰਫੁਲ ਯਾਨੀ ਸ਼ਕਤੀ ਵਾਲੀ ਹੁੰਦੀ ਹੈ, ਉਸ ਦੇ ਅੰਦਰ ਕਈ ਜਨਮਾਂ ਦੀ ਤਪੱਸਿਆ ਦੇ ਫਲ ਦੇ ਰੂਪ ਤੇ ਪਰਮਾਤਮਾ ਦਾ ਗਿਆਨ ਇਮਰਜ ਯਾਨੀ ਜਮਾ ਹੁੰਦਾ ਹੈ। ਪਰਮਾਤਮਾ ਦਾ ਗਿਆਨ ਇੱਕ ਜਨਮ ਦੀ ਤਪੱਸਿਆ ਦੇ ਫਲ ਰੂਪ ਤੇ ਪ੍ਰਾਪਤ ਨਹੀਂ ਹੁੰਦਾ। ਅਨੇਕਾਂ ਜਨਮਾਂ ਤੋਂ ਉਹ ਆਤਮਾ ਪਰਮਾਤਮਾ ਕੋਲ ਜਾਣ ਲਈ, ਪਰਮਾਤਮਾ ਗਿਆਨ ਪ੍ਰਾਪਤ ਕਰਨ ਲਈ ਤਿਆਗ ਤਪੱਸਿਆ ਕਰਦੀ ਹੈ ਅਤੇ ਪਰਮਾਤਮਾ ਦੇ ਗਿਆਨ ਨੂੰ ਲੱਭਦੀ ਰਹਿੰਦੀ ਹੈ। ਫਿਰ ਜਾ ਕੇ ਉਸ ਨੂੰ ਪਰਮਾਤਮਾ ਦਾ ਗਿਆਨ ਹੁੰਦਾ ਹੈ। ਅਨੰਤ ਜਿਸ ਤਰ੍ਹਾਂ ਕਿ ਆਪ ਜੀ ਨੇ ਕਿਹਾ ਸੀ ਕਿ ਬ੍ਰਹਮ ਗਿਆਨ ਤੇ ਬਹੁਤ ਭਾਗਾਂ ਵਾਲੀ ਆਤਮਾਵਾਂ ਨੂੰ ਹੀ ਹੁੰਦਾ ਹੈ। ਬਾਪੂ ਜੀ ਵੇਖੋ, ਬ੍ਰਹਮ ਗਿਆਨ ਨੂੰ ਇਮਰਜ ਕਰਨਾ ਮਤਲਬ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ। ਜਦੋਂ ਮਨੁੱਖ ਆਤਮਾਵਾਂ ਕਈ ਜਨਮ ਲੈਂਦੀਆਂ ਹਨ ਅਤੇ ਇੱਕੋ ਹੀ ਵਿਚਾਰ ਜਾਂ ਸੰਕਲਪ ਨਾਲ ਜਨਮ ਲੈਂਦੀਆਂ ਹਨ ਕਿ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ ਹੈ ਅਤੇ ਉਸੇ ਲਈ ਹਰ ਜਨਮ ਤੇ ਤਿਆਗ ਤਪੱਸਿਆ ਕਰਦੀਆਂ ਹਨ, ਉਦੋਂ ਫਿਰ ਉਹ ਬ੍ਰਹਮ ਗਿਆਨ ਤੱਕ ਪਹੁੰਚਦੀਆਂ ਹਨ। ਅਤੇ ਫਿਰ ਬ੍ਰਹਮ ਗਿਆਨੀ ਆਤਮਾਵਾਂ ਜਦੋਂ ਆਖਰੀ ਜਨਮ ਤੇ ਜੀਵਨ ਤੇ ਜਨਮ ਲੈਂਦੀਆਂ ਹਨ ਤੇ ਬਹੁਤ ਉੱਪਰ ਦੇ ਲੈਵਲ ਯਾਨੀ ਸਤਰ ਤੇ ਇਮਰਜ ਹੁੰਦੀਆਂ ਹਨ, ਯਾਨੀ ਬਹੁਤ ਉੱਪਰ ਦੇ ਲੈਵਲ ਤੇ ਜਾਂਦੀਆਂ ਹਨ, ਵਿਚਕਾਰ ਤੇ ਨਹੀਂ। ਆਤਮਾ ਸਿੱਧੀ ਬਿੰਦੀ ਦਾ ਰੂਪ ਬਣ ਜਾਂਦੀ ਹੈ। ਉਸ ਦਾ ਸੂਖਮ ਸਰੀਰ ਨਹੀਂ ਹੁੰਦਾ। ਸੂਖਮ ਸਰੀਰ ਦੇ ਬਗੈਰ ਉਹ ਬਿੰਦੀ ਦਾ ਰੂਪ ਧਾਰਨ ਕਰਦੀ ਹੈ। ਬ੍ਰਹਮ ਗਿਆਨੀ ਨਿਰਾਕਾਰ ਯਾਨੀ ਆਕਾਰ ਤੋਂ ਰਹਿਤ ਨੂੰ ਯਾਦ ਕਰਦਾ ਹੈ, ਕਿਉਂਕਿ ਬ੍ਰਹਮ ਗਿਆਨੀ ਨੂੰ ਪਤਾ ਹੈ ਜਿਸ ਤਰ੍ਹਾਂ ਜੋਤਿਰਲਿੰਗ ਨਿਰਾਕਾਰੀ ਸ਼ਿਵ ਦਾ ਪ੍ਰਤੀਕ ਹੈ ਅਤੇ ਨਿਰਾਕਾਰੀ ਸ਼ਿਵ ਪਰਮ ਧਾਮ ਤੇ ਰਹਿੰਦਾ ਹੈ, ਇਸ ਤਰ੍ਹਾਂ ਦੀ ਉਹ ਬ੍ਰਹਮ ਗਿਆਨੀ ਨਿਰਾਕਾਰੀ ਸ਼ਿਵ ਨੂੰ ਯਾਦ ਯਾਨੀ ਧਿਆਉਂਦਾ ਹੈ। ਤੇ ਬ੍ਰਹਮ ਗਿਆਨੀ ਨੂੰ ਪਤਾ ਹੁੰਦਾ ਹੈ ਕਿ ਮੈਂ ਜਦੋਂ ਉੱਪਰ ਜਾਣ ਦੇ ਪ੍ਰੋਸੈਸ ਯਾਨੀ ਪ੍ਰਕਿਰਿਆ ਤੇ ਜਾਵਾਂਗਾ ਤੇ ਜੇਕਰ ਮੈਂ ਸੂਖਮ ਸਰੀਰ ਕੱਢ ਕੇ ਜਾਵਾਂਗਾ ਤੇ ਮੈਨੂੰ ਬਹੁਤ ਯਾਨੀ ਬੇਹਿਸਾਬ ਵਕਤ ਲੱਗੇਗਾ ਉੱਪਰ ਨਿਰਾਕਾਰੀ ਸ਼ਿਵ ਕੋਲ ਪਰਮਧਾਮ ਜਾਣ ਤੇ, ਅਤੇ ਵਿਚਕਾਰ ਸੂਖਮ ਜਗਤ ਤੇ ਪਹਿਲਾਂ ਮੈਨੂੰ ਅਸੁਰ ਜਾਂ ਰਾਖਸ਼ਸ ਮਿਲਣਗੇ ਅਤੇ ਉਹ ਮੈਨੂੰ ਉੱਪਰ ਜਾਣ ਨਹੀਂ ਦੇਣਗੇ
ਰੋਕ ਲੈਣਗੇ ਅਤੇ ਫਿਰ ਮੈਨੂੰ ਪਰੇਸ਼ਾਨ ਕਰਨਗੇ। ਇਸ ਲਈ ਜੋ ਬ੍ਰਹਮ ਗਿਆਨੀ ਹੁੰਦਾ ਹੈ, ਅੰਤਮਤੀ ਸੋ ਗਤੀ ਦੇ ਹਿਸਾਬ ਨਾਲ ਉਸ ਦੇ ਅੰਤ ਸਮੇਂ ਤੇ ਉਸ ਦੀ ਆਤਮਾ ਨਿਰਾਕਾਰੀ ਸਰੀਰ ਧਾਰਨ ਕਰਦੀ ਹੈ, ਯਾਨੀ ਨਿਰਾਕਾਰੀ ਸਟੇਜ ਮਤਲਬ ਅਵਸਥਾ ਨੂੰ ਧਾਰਨ ਕਰਦੀ ਹੈ। ਉਸ ਦਾ ਸੂਖਮ ਸਰੀਰ ਨਹੀਂ ਹੁੰਦਾ। ਆਤਮਾ ਨਿਰਾਕਾਰੀ ਬਿੰਦੂ ਯਾਨੀ ਡਾਟ ਬਣ ਕੇ ਸਿੱਧਾ ਪਰਮ ਧਾਮ ਤੇ ਚਲੀ ਜਾਂਦੀ ਹੈ। ਇਸ ਤਰ੍ਹਾਂ ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਇਹੀ ਬ੍ਰਹਮ ਗਿਆਨ ਹੈ। ਆਤਮਾ ਦੀ ਨਿਰਾਕਾਰੀ ਅਵਸਥਾ ਬਣਾ ਕੇ ਸਿੱਧਾ 1 ਸੈਕਿੰਡ 'ਚ ਪਰਮ ਧਾਮ ਤੇ ਨਿਰਾਕਾਰੀ ਪਰਮਾਤਮਾ ਕੋਲ ਪਹੁੰਚ ਜਾਣਾ, ਐਸੀ ਨੂੰ ਬ੍ਰਹਮ ਗਿਆਨ ਕਹਿੰਦੇ ਹਨ। ਅਨੰਤ ਤੇ ਬਾਪੂ ਜੀ ਇੱਥੇ ਯਾਨੀ ਧਰਤੀ ਤੇ ਜੋ ਮਨੁੱਖ ਨੂੰ ਪਰਮਾਤਮਾ ਦੀ ਤਰਫ ਜਾਣ ਤੋਂ ਰੋਕਦੇ ਹਨ, ਜਿਸ ਤਰ੍ਹਾਂ ਕਿ ਉਸਦੇ ਰਿਸ਼ਤੇਦਾਰ ਹੀ, ਜਿਸ ਤਰ੍ਹਾਂ ਕਿ ਕ੍ਰਿਸ਼ਨ ਨੇ ਵੀ ਗੀਤਾ 'ਚ ਅਰਜੁਨ ਨੂੰ ਕਿਹਾ ਹੈ ਕਿ ਕੌਣ ਜੀਏਗਾ ਅਤੇ ਕੌਣ ਮਰੇਗਾ, ਤੇਰੀ ਸਮੱਸਿਆ ਜਾਂ ਮੁਸ਼ਕਿਲ ਨਹੀਂ ਹੈ। ਪਰ ਅੱਜ ਕੱਲ੍ਹ ਇਹੀ ਮੁਸ਼ਕਿਲ ਹੈ ਕਿ ਜੇਕਰ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਹੈ ਤੇ ਸਾਰੇ ਉਸ ਨੂੰ, ਜਿਸ ਤਰ੍ਹਾਂ ਕਿ ਉਸਦੇ ਰਿਸ਼ਤੇਦਾਰ ਯਾਨੀ ਰਿਲੇਟਿਵ ਹੀ ਉਸ ਨੂੰ ਕਹਿਣ ਲੱਗ ਪੈਂਦੇ ਹਨ ਕਿ ਕਿੱਥੇ ਫਸ ਗਿਆ, ਇਹ ਕੀ ਕਰ ਰਿਹਾ ਹੈ। ਤੇ ਇਸ ਤਰ੍ਹਾਂ ਦੇ ਲੋਕ ਉਸ ਨੂੰ ਰੋਕਣ ਲਈ ਵਿੱਚ ਕਿਉਂ ਆ ਜਾਂਦੇ ਹਨ। ਬਾਪੂ ਜੀ ਵੇਖੋ, ਇਸ ਤਰ੍ਹਾਂ ਦੇ ਸੰਸਾਰ 'ਚ 99.99 ਯਾਨੀ 99.99 ਨੈਗੇਟਿਵ ਯਾਨੀ ਮਾੜੇ ਵਿਚਾਰਾਂ ਵਾਲੇ ਲੋਕ ਰਹਿੰਦੇ ਹਨ। ਮਾਇਆਵੀ ਯਾਨੀ ਮੋਹ ਮਾਇਆ ਨਾਲ ਭਰੇ ਹੋਏ ਭੌਤਿਕ ਜਗਤ ਵਾਲੇ ਲੋਕ ਰਹਿੰਦੇ ਹਨ। ਇਸ ਲਈ ਜੇਕਰ ਤੁਸੀਂ ਕੋਈ ਚੰਗਾ ਕੰਮ ਕਰਨ ਲਈ ਜਾਓਗੇ ਤੇ ਉਹ ਤੁਹਾਨੂੰ ਰੋਕਣਗੇ, ਕਿਉਂਕਿ ਉਹਨਾਂ ਨੂੰ ਗਿਆਨ ਨਹੀਂ ਹੈ। ਅੱਜ ਜੋ ਗਿਆਨ ਚੱਲ ਰਿਹਾ ਹੈ, ਜਿੰਨਾ ਵੀ ਦੁਨੀਆ 'ਚ ਗਿਆਨ ਚੱਲ ਰਿਹਾ ਹੈ, ਉਸ ਤੋਂ ਉੱਪਰ ਦਾ ਗਿਆਨ ਯਾਨੀ ਪਰਮ ਗਿਆਨ ਜੇਕਰ ਤੁਸੀਂ ਦਓਗੇ, ਜੋ ਕਿ ਧਾਰਮਿਕ ਜਾਂ ਦੂਸਰੀਆਂ ਕਿਤਾਬਾਂ 'ਚ ਨਹੀਂ ਲਿਖਿਆ ਹੈ, ਕਿਉਂਕਿ ਉਹ ਪਰਮ ਗਿਆਨ ਹੈ ਅਤੇ ਪਰਮ ਗਿਆਨ ਕੋਈ ਵੀ ਦੇ ਨਹੀਂ ਸਕਦਾ ਅਤੇ ਨਾ ਉਸ ਪਰਮ ਗਿਆਨ ਨੂੰ ਕੋਈ ਲਿਖ ਸਕਦਾ ਹੈ। ਜਿਸ ਤਰ੍ਹਾਂ ਵੇਦ ਵਿਆਸ ਨੇ ਜੋ ਵੀ ਵੇਦ, ਉਪਨਿਸ਼ਦ, ਪੁਰਾਣ ਜੋ ਵੀ ਲਿਖੇ, ਉਹ ਆਪਣੀ ਦਿਵ ਦ੍ਰਿਸ਼ਟੀ ਯਾਨੀ ਬ੍ਰਹਮ ਦ੍ਰਿਸ਼ਟੀ ਨਾਲ ਦੇਖਿਆ ਅਤੇ ਲਿਖਿਆ। ਪਰ ਪਰਮ ਗਿਆਨ ਤੇ ਕੋਈ ਲਿਖਾ ਨਹੀਂ ਸਕਦਾ। ਤੇ ਜੇਕਰ ਤੁਸੀਂ ਸੱਚਾ ਪਰਮ ਗਿਆਨ ਦਓਗੇ ਤੇ ਧਰਤੀ ਤੇ ਰਹਿਣ ਵਾਲੇ ਯਾਨੀ ਸਾਧਾਰਨ ਮਨੁੱਖ ਉਸ ਦਾ ਅਪੋਜ਼ ਯਾਨੀ ਵਿਰੋਧ ਕਰਨਗੇ, ਕਿਉਂਕਿ ਸਾਧਾਰਨ ਮਨੁੱਖ ਜਾਂ ਸਥੂਲ ਜਗਤ ਦੇ ਲੋਕ ਉਸ ਗਿਆਨ ਨੂੰ ਸਮਝ ਨਹੀਂ ਸਕਣਗੇ। ਇਸ ਲਈ ਕੋਈ ਚੰਗਾ ਕੰਮ ਕਰਨ ਵਾਲੀ ਆਤਮਾ ਹੈ ਤੇ ਕੋਈ ਉਸ ਦਾ ਸਹਿਯੋਗ ਜਾਂ ਸਾਥ ਨਹੀਂ ਦਿੰਦਾ। ਸੂਖਮ ਜਗਤ ਵਾਲੀਆਂ ਬੁਰੀਆਂ ਜਾਂ ਨੈਗੇਟਿਵ ਆਤਮਾਵਾਂ ਵੀ ਚੰਗਾ ਕੰਮ ਨਹੀਂ ਕਰਨ ਦਿੰਦੀਆਂ। ਜਿਸ ਤਰ੍ਹਾਂ ਹੀ ਕੋਈ ਆਤਮਾ ਚੰਗਾ ਕੰਮ ਕਰਨ ਲਈ ਸੋਚਦੀ ਹੈ ਤੇ ਇਹ ਸੂਖਮ ਜਗਤ ਵਾਲੀਆਂ ਆਤਮਾਵਾਂ, ਨੈਗੇਟਿਵ ਆਤਮਾਵਾਂ ਉਸ ਦਾ ਸੰਕਲਪ ਯਾਨੀ ਵਿਚਾਰ ਫੜ ਲੈਂਦੀਆਂ ਹਨ, ਕਿਉਂਕਿ ਐਸੀਆਂ ਬੁਰੀਆਂ ਆਤਮਾਵਾਂ ਨੇੜੇ ਤੇੜੇ ਹੀ ਬੈਠੀਆਂ ਹੁੰਦੀਆਂ ਹਨ ਨਾ, ਘਰਾਂ ਤੇ ਵੀ ਬੈਠੀਆਂ ਹੁੰਦੀਆਂ ਹਨ ਅਤੇ ਫਿਰ ਭੂਤ ਪ੍ਰੇਤ ਤਾਂ ਬੈਠੇ ਹੀ ਹੈ ਤੇ ਉਹੀ ਭੂਤ ਪ੍ਰੇਤ ਜੋ ਘਰ ਤੇ ਬੈਠੇ ਹਨ ਉਹੀ ਉਸ ਨੂੰ ਚੰਗਾ ਕੰਮ ਨਹੀਂ ਕਰਨ ਦੇਣਗੇ। ਅਤੇ ਸਥੂਲ ਜਗਤ ਤੇ ਵੀ ਜੋ ਉਸਦੇ ਰਿਸ਼ਤੇਦਾਰ ਹਨ ਜਾਂ ਉਸਦੇ ਦੇਹ ਦੇ ਸਗੇ ਸੰਬੰਧੀ ਹਨ, ਉਸ ਦਾ ਵਿਰੋਧ ਕਰਨਗੇ। ਉਹ ਉਸ ਨੂੰ ਚੰਗਾ ਕੰਮ ਨਹੀਂ ਕਰਨ ਦੇਣਗੇ, ਕਿਉਂਕਿ ਉਹ ਚੰਗਾ ਕੰਮ ਕਰਨ ਵਾਲੇ ਨੂੰ ਸਮਝ ਨਹੀਂ ਸਕਣਗੇ, ਕਿਉਂਕਿ ਉਹਨਾਂ ਸਥੂਲ ਜਗਤ ਵਾਲੇ ਲੋਕਾਂ ਦੀ ਆਤਮਾ ਦੀ ਕੈਪੈਸਿਟੀ ਯਾਨੀ ਸਮਰੱਥਾ ਬਿਲਕੁਲ ਹਲਕੇ ਗੁਣਾਂ ਵਾਲੀ ਯਾਨੀ ਡਾਊਨ ਹੈ। ਇਸ ਲਈ ਗੀਤਾ 'ਚ ਭਗਵਾਨ ਕ੍ਰਿਸ਼ਨ ਨੇ ਕਿਹਾ ਕਿ ਤੂੰ ਮੈਨੂੰ ਦੇਹ ਅਤੇ ਦੇਹ ਦੇ ਸਾਰੇ ਸੰਬੰਧ ਭੁੱਲ ਕੇ ਆਤਮ ਸਰੂਪ ਬਣ ਕੇ ਮੈਨੂੰ ਪਰਮਾਤਮਾ ਨੂੰ ਯਾਦ ਕਰ, ਮੈਂ ਤੇਰੇ ਸਾਰੇ ਪਾਪਾਂ ਦਾ ਨਾਸ਼ ਕਰ ਦੇਵਾਂਗਾ। ਇਸ ਕਰਕੇ ਗੀਤਾ ਦੇ ਭਗਵਾਨ ਨੇ ਬਾਰ-ਬਾਰ ਦੇਹ ਅਤੇ ਦੇਹ ਦੇ ਸੰਬੰਧ ਭੁੱਲ ਕੇ ਪਰਮਾਤਮਾ ਨੂੰ ਯਾਦ ਕਰਨ ਦੀ ਗੱਲ ਬਾਰ-ਬਾਰ ਕਹੀ। ਗੀਤਾ 'ਚ ਕਈ ਜਗ੍ਹਾ 'ਚ ਕਿਹਾ ਹੈ ਕਿ ਤੇਰੇ ਦੁਸ਼ਮਣ ਕੌਣ ਹਨ। ਇਹ ਗੱਲ ਅਰਜੁਨ ਨੂੰ ਗਿਆਨ ਦਿੰਦੇ ਵਕਤ ਕ੍ਰਿਸ਼ਨ ਨੇ ਕਹੀ ਅਤੇ ਕ੍ਰਿਸ਼ਨ ਨੇ ਕਿਹਾ ਕਿ ਤੇਰੇ ਸਾਹਮਣੇ ਜੋ ਖੜੇ ਹਨ, ਤੇਰੇ ਦੇਹ ਅਤੇ ਦੇਹ ਦੇ ਸੰਬੰਧੀ, ਜਿਸ ਤਰ੍ਹਾਂ ਭੀਸ਼ਮ ਪਿਤਾਮਾ ਜਾਂ ਹੋਰ ਜੋ ਵੀ ਖੜੇ ਹਨ, ਇਹ ਸਾਰੇ ਹੀ ਜਿੰਦਾ ਲਾਸ਼ਾਂ ਹਨ, ਯਾਨੀ ਮਰੀਆਂ ਹੋਈਆਂ ਆਤਮਾਵਾਂ, ਯਾਨੀ ਚੰਗੀ ਬੁੱਧ, ਚੰਗੇ ਵਿਚਾਰਾਂ ਤੋਂ ਰਹਿਤ, ਸਿਰਫ ਸਵਾਸ ਲੈਂਦੇ ਹੋਏ ਸਥੂਲ ਸਰੀਰ ਹਨ।
ਤੂੰ ਇਹਨਾਂ ਨੂੰ ਮਾਰ ਦੇ, ਯਾਨੀ ਇਹਨਾਂ ਨੂੰ ਮਾਰ ਕੇ ਤੂੰ ਸਥੂਲ ਸਰੀਰਾਂ ਦਾ ਨਾਸ਼ ਨਹੀਂ ਕਰੇਗਾ, ਬਲਕਿ ਇਹਨਾਂ ਦੇ ਗਲਤ ਅਤੇ ਮਾੜੇ ਵਿਚਾਰਾਂ ਦਾ, ਬੁਰੀ ਬੁੱਧ ਦਾ ਨਾਸ਼ ਕਰੇਗਾ। ਕਿਉਂਕਿ ਜਿਨ੍ਹਾਂ ਦੇ ਚੰਗੇ ਅਤੇ ਮਾੜੇ ਵਿਚਾਰਾਂ ਦੀ ਸੋਚ ਕਰਨ ਦੀ ਜਾਂ ਸਮਝਣ ਦੀ ਸ਼ਕਤੀ ਹੀ ਨਾ ਹੋਵੇ ਤੇ ਉਹ ਇੱਕ ਸਵਾਸ ਲੈਂਦੇ ਹੋਏ ਸਥੂਲ ਸਰੀਰ ਹਨ, ਜੀਵਿਤ ਮਨੁੱਖ ਨਹੀਂ ਹਨ। ਇਸ ਲਈ ਇਹਨਾਂ ਨੂੰ ਮਾਰਨ ਤੇ ਕੋਈ ਪਾਪ ਨਹੀਂ ਹੈ। ਇਸ ਲਈ ਕਈ ਜਗ੍ਹਾ ਤੇ ਅਰਜੁਨ ਨੂੰ ਬੋਲਿਆ ਹੈ ਕਿ ਤੇਰੇ ਸਭ ਤੋਂ ਵੱਡੇ ਦੁਸ਼ਮਣ ਕੌਣ ਹਨ? ਦੇਹ ਅਤੇ ਦੇਹ ਦੇ ਸੰਬੰਧੀ, ਕਿਉਂਕਿ ਇਹ ਚੰਗਾ ਕੰਮ ਤੇ ਕਰਨਗੇ ਨਹੀਂ ਅਤੇ ਤੈਨੂੰ ਵੀ ਨਹੀਂ ਕਰਨ ਦੇਣਗੇ, ਵਿੱਚ ਵਿਘਨ ਪਾਉਣਗੇ। ਇਸ ਲਈ ਦੇਹ ਅਤੇ ਦੇਹ ਦੇ ਸਾਰੇ ਸੰਬੰਧ ਭੁੱਲ ਕੇ, ਕਿਉਂਕਿ ਉਹਨਾਂ ਨੂੰ ਭੁੱਲਣਾ ਹੀ ਹੈ, ਕੋਈ ਤੁਹਾਨੂੰ ਸਹਿਯੋਗ ਯਾਨੀ ਸਾਥ ਦਵੇ ਕਿ ਨਾ ਦਵੇ ਅਸੀਂ ਵੇਖਣਾ ਨਹੀਂ ਹੈ, ਯਾਨੀ ਮਦਦ ਦੀ ਕੋਈ ਉਮੀਦ ਨਹੀਂ ਕਰਨੀ ਹੈ ਚੰਗਾ ਕੰਮ ਕਰਨ ਲੱਗੇ। ਅਤੇ ਲੋਕ ਲਾਜ ਯਾਨੀ ਆਪਣੀ ਮਾਣ ਮਰਿਆਦਾ ਨੂੰ ਪਹਿਲੇ ਛੱਡਣਾ ਹੈ, ਕਿਉਂਕਿ ਜੋ ਚੰਗਾ ਕੰਮ ਕਰਦੇ ਹਨ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਮੈਨੂੰ ਲੋਕੀ ਬੁਰਾ ਭਲਾ ਕਹਿਣਗੇ, ਗਾਲਾਂ ਕੱਢਣਗੇ। ਜੋ ਸੱਚ ਹੁੰਦਾ ਹੈ ਯਾਨੀ ਜੋ ਪਰਮ ਸੱਚ ਹੁੰਦਾ ਹੈ ਉਹ ਹਮੇਸ਼ਾ ਕੌੜਾ ਹੁੰਦਾ ਹੈ। ਇਸ ਲਈ ਜੋ ਪਰਮ ਸੱਚ ਨੂੰ ਜਾਣਨ ਵਾਲਾ ਹੈ, ਪਰਮ ਸੱਚ ਦਾ ਕੰਮ ਕਰਨ ਵਾਲਾ ਹੈ, ਉਹਨੂੰ ਦੁਨੀਆ ਭਰ ਦੀਆਂ ਗਾਲਾਂ ਖਾਣੀਆਂ ਪੈਂਦੀਆਂ ਹਨ, ਪੱਥਰ ਖਾਣੇ ਪੈਂਦੇ ਹਨ, ਕਿਉਂਕਿ ਚੰਗਾ ਕੰਮ ਕਰਨ ਵਾਲੇ ਨੂੰ ਕੋਈ ਮਦਦ ਨਹੀਂ ਦਿੰਦਾ। ਆਨੰਦ। ਹਾਂ, ਇੱਕ ਜਗ੍ਹਾ ਫੇਸਬੁੱਕ ਤੇ ਵੀ ਵੇਖਿਆ ਸੀ ਕਿ ਝੂਠ ਬੋਲਣ ਵਾਲੇ ਤੇ ਰੌਲਾ ਪਾ ਕੇ ਬੋਲਦੇ ਹਨ ਅਤੇ ਜੋ ਸੱਚ ਬੋਲਣ ਵਾਲੇ ਹੁੰਦੇ ਹਨ ਉਹਨਾਂ ਦੇ ਕੋਲ ਤਾਂ ਕੋਈ ਹੁੰਦਾ ਹੀ ਨਹੀਂ ਹੈ। ਬਾਪੂ ਜੀ, ਅੱਜ ਕੱਲ੍ਹ ਝੂਠ ਦੀ ਦੁਨੀਆ ਤੇ ਸੱਚ ਬੋਲਣਾ ਬਹੁਤ ਕੌੜਾ ਹੈ, ਯਾਨੀ ਮੁਸ਼ਕਲ ਹੈ। ਆਨੰਦ। ਹੁਣ ਬਾਪੂ ਜੀ, ਅਸੀਂ ਇਸ ਤੋਂ ਅੱਗੇ ਵੱਧਦੇ ਹਾਂ। ਜਿਸ ਤਰ੍ਹਾਂ ਕਿ ਘੋਰ ਪਾਪ ਕਰਨ ਵਾਲੇ, ਬੁਰੀਆਂ ਆਦਤਾਂ ਵਾਲੇ, ਨਸ਼ੀਲੇ ਪਦਾਰਥਾਂ ਨੂੰ ਲੈਣ ਵਾਲੇ ਜਾਂ ਨਸ਼ਿਆਂ ਨਾਲ ਭਰੇ ਹੋਏ ਜੋ ਲੋਕ ਹਨ, ਉਹਨਾਂ ਮਨੁੱਖਾਂ ਦੀ ਸੂਖਮ ਦੇਹ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਕੀ ਅਸਰ ਹੁੰਦਾ ਹੈ? ਬਾਪੂ ਜੀ, ਹਾਂ, ਜਿਸ ਤਰ੍ਹਾਂ ਕੋਈ ਮਨੁੱਖ ਨਸ਼ਾ ਕਰਨ ਵਾਲਾ, ਬੀੜੀ ਜਾਂ ਸਿਗਰਟ ਪੀਣ ਵਾਲਾ ਹੁੰਦਾ ਹੈ ਤੇ ਉਸ ਦਾ ਜੋ ਸੂਖਮ ਸਰੀਰ ਹੈ, ਉਸ ਸੂਖਮ ਸਰੀਰ ਦਾ ਜੋ ਵਾਯੂ ਤੱਤ ਦਾ ਸਰੀਰ ਹੈ ਉਹ ਬਿਲਕੁਲ ਡੈਮੇਜ ਯਾਨੀ ਖਤਮ ਹੋ ਜਾਂਦਾ ਹੈ। ਫਿਰ ਉਹ ਆਤਮਾ ਜਾਂ ਮਨੁੱਖ ਜਦੋਂ ਮਰ ਜਾਂਦਾ ਹੈ ਤੇ ਉਸ ਦਾ ਸੂਖਮ ਸਰੀਰ ਦਾ ਵਾਯੂ ਤੱਤ ਦਾ ਸਰੀਰ ਡੈਮੇਜ ਹੀ ਰਹਿੰਦਾ ਹੈ। ਤੇ ਫਿਰ ਜਦੋਂ ਉਹ ਆਤਮਾ ਦੁਬਾਰਾ ਮਨੁੱਖ ਜਨਮ ਲੈਂਦੀ ਹੈ ਤੇ ਉਸ ਨੂੰ ਕੈਂਸਰ ਹੁੰਦਾ ਹੈ ਤੇ ਉਸ ਦੇ ਸਥੂਲ ਸਰੀਰ ਤੇ ਜਿੱਥੇ ਵੀ ਯਾਨੀ ਜਿਸ ਸਰੀਰ ਦੇ ਹਿੱਸੇ ਤੇ ਕੈਂਸਰ ਰੋਗ ਹੁੰਦਾ ਹੈ ਉਸ ਜਗ੍ਹਾ ਦੇ ਸੂਖਮ ਸਰੀਰ ਦੇ ਵਾਯੂ ਤੱਤ ਦੇ ਸੂਖਮ ਸੈੱਲ ਯਾਨੀ ਸੂਖਮ ਕਣ ਡਿਸਚਾਰਜ ਯਾਨੀ ਖਤਮ ਹੋਏ ਹੁੰਦੇ ਹਨ। ਆਨੰਦ। ਸੂਖਮ ਸਰੀਰ ਦੇ ਸੂਖਮ ਸੈੱਲ ਡਿਸਚਾਰਜ ਹੋ ਜਾਂਦੇ ਹਨ? ਬਾਪੂ ਜੀ, ਸੂਖਮ ਸਰੀਰ ਸੈੱਲ ਨਾਲ ਬਣਿਆ ਹੁੰਦਾ ਹੈ ਨਾ? ਆਨੰਦ। ਜਿਸ ਤਰ੍ਹਾਂ ਕਿ ਸਾਇੰਸ ਵਾਲੇ ਦੱਸਦੇ ਹਨ ਕਿ 100 ਟ੍ਰਿਲੀਅਨ ਸੈੱਲਸ ਤੋਂ ਬਣਿਆ ਹੈ ਮਨੁੱਖ ਸਰੀਰ। ਬਾਪੂ ਜੀ, ਹਾਂ, ਜਿੰਨੇ ਵੀ ਸੈੱਲ ਹਨ ਤੇ ਜਿਸ ਤਰ੍ਹਾਂ ਸਮੋਕਿੰਗ ਯਾਨੀ ਧੂਮਰਪਾਨ ਕੀਤਾ ਤੇ ਸਰੀਰ ਤੇ ਕੈਂਸਰ ਹੋ ਗਿਆ ਤੇ ਕੈਂਸਰ ਵਾਲੇ ਹਿੱਸੇ ਦੇ ਸੈੱਲ ਦੇ ਵਿੱਚ ਜੋ ਸੂਖਮ ਸਰੀਰ ਦੇ ਸੈੱਲ ਹਨ ਉਹ ਡਿਸਚਾਰਜ ਹੋ ਜਾਂਦੇ ਹਨ। ਤੁਸੀਂ ਵੇਖੋ ਸਾਡੇ ਸਥੂਲ ਸਰੀਰ ਦੇ ਅੰਦਰ ਸੂਖਮ ਸਰੀਰ ਕਿੱਥੇ ਹੁੰਦਾ ਹੈ? ਆਨੰਦ। ਆਪ ਜੀ ਦੱਸੋ, ਇਹ ਬਹੁਤ ਇੰਪੋਰਟੈਂਟ ਯਾਨੀ ਮਹੱਤਵਪੂਰਨ ਗੱਲ ਹੈ। ਬਾਪੂ ਜੀ, ਜਿਸ ਤਰ੍ਹਾਂ ਕਿ ਸਾਡੇ ਸਥੂਲ ਸਰੀਰ ਦਾ ਇੱਕ ਸੈੱਲ ਯਾਨੀ ਕਣ ਹੈ ਉਹ ਜਲ ਜਾਂ ਪਾਣੀ ਅਤੇ ਮਿੱਟੀ ਨਾਲ ਬਣਿਆ ਹੈ ਅਤੇ ਉਸ ਦੇ ਅੰਦਰ ਸੂਖਮ ਸਰੀਰ ਹੈ, ਇਸ ਤਰ੍ਹਾਂ ਹਰੇਕ ਸਥੂਲ ਸਰੀਰ ਦੇ ਸੈੱਲ ਜਾਂ ਕਣ ਦੇ ਅੰਦਰ ਸੂਖਮ ਸਰੀਰ ਹੈ। ਮਤਲਬ ਹਰੇਕ ਜਲ ਅਤੇ ਮਿੱਟੀ ਦੇ ਕਣ ਦੇ ਅੰਦਰ ਵਾਯੂ, ਅਗਨ ਅਤੇ ਆਕਾਸ਼ ਦਾ ਇੱਕ ਕਣ ਹੈ। ਅਨੰਤ। ਜਿਸ ਤਰ੍ਹਾਂ ਕਿ ਕਹਿੰਦੇ ਹਨ ਨਾ, ਨਿਊਟਰੋਨ ਦੇ ਅੰਦਰ ਇਲੈਕਟ੍ਰੋਨ, ਪ੍ਰੋਟੋਨ ਹੈ। ਬਾਪੂ ਜੀ, ਹਾਂ, 3 ਲੇਅਰਸ ਯਾਨੀ ਪਰਤਾਂ ਹੁੰਦੀਆਂ ਹਨ। ਵਿਚਕਾਰ ਯਾਨੀ ਸਭ ਤੋਂ ਪਹਿਲਾਂ ਨਿਊਟਰੋਨ, ਉਸ ਦੇ ਉੱਪਰ ਪ੍ਰੋਟੋਨ ਅਤੇ ਉਸ ਦੇ ਅੰਦਰ ਇਲੈਕਟ੍ਰੋਨ ਹੈ। ਮਤਲਬ ਸਭ ਤੋਂ ਪਹਿਲਾਂ ਜਾਂ ਵਿਚਕਾਰ ਆਕਾਸ਼ ਤੱਤ ਹੈ, ਫਿਰ ਵਾਯੂ ਅਤੇ ਅਗਨੀ ਦਾ ਕਣ ਹੈ, ਉਸ ਦੇ ਉੱਪਰ ਜਲ ਅਤੇ ਮਿੱਟੀ ਦਾ ਕਣ ਹੈ
ਸਾਡੇ ਸਥੂਲ ਸਰੀਰ ਦੇ ਇੱਕ ਕਣ ਜਾਂ ਸੈੱਲ ਨੂੰ ਤੁਸੀਂ ਐਟਮ ਕਹਿ ਲਓ। ਹੁਣ ਐਟਮ ਵਿੱਚ ਜੋ ਆਕਾਸ਼ ਤੱਤ ਹੈ ਉਹ ਨਿਊਟਰੋਨ ਹੈ। ਨਿਊਟਰੋਨ यानी आकाश तत्त बैलेंस रखता है, यानी वो बाकी दी दो परतां यानी वायु अते अग्नि। अग्नि तत्त वायु दे विच ही है दी परत ते दूसरी जल अते मिट्टी दी परत नूं आपस 'ਚ जोड़ के रखता है, यानी न्यूट्रॉन प्रोटॉन अते इलैक्ट्रॉन नूं बैलेंस 'ਚ या जोड़ के रखता है, क्योंकि मनुख शरीर इन्हां पंजां तत्तां दे मेल नाल ही बनिया है, यानी जल मिट्टी वायु अग्नि अते आकाश दे 5 तत्तां दे जुड़न नाल ही मनुख शरीर बनिया है। आनंद ते कैंसर रोग सब तो पहला सूखम शरीर नूं डैमेज करता है। बापू जी ਵੇਖੋ, ਸਭ ਤੋਂ ਪਹਿਲਾਂ ਕੋਈ ਵੀ ਰੋਗ ਮਨ ਤੇ ਆਂਦਾ ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਮਨ ਕਿਸ ਨੂੰ ਪ੍ਰਭਾਵਿਤ ਜਾਂ ਅਸਰ ਕਰਦਾ ਹੈ, ਕਾਰਨ ਸਰੀਰ ਨੂੰ। ਅਤੇ ਕਾਰਨ ਸਰੀਰ ਕਿਸ ਨੂੰ ਪ੍ਰਭਾਵਿਤ ਕਰਦਾ ਹੈ, ਸੂਖਮ ਨੂੰ। ਅਤੇ ਸੂਖਮ ਸਰੀਰ ਦਾ ਖਰਾਬ ਹੋਣਾ ਮਤਲਬ ਤੁਹਾਡਾ ਔਰਾ ਖਰਾਬ ਹੋਣਾ। ਤੇ ਤੁਸੀਂ ਔਰਾ ਵੇਖ ਕੇ ਵੀ ਰੋਗੀ ਹੋਣ ਦਾ ਪਤਾ ਲਗਾ ਸਕਦੇ ਹੋ। ਆਨੰਦ ਤੇ ਸੂਖਮ ਸਰੀਰ ਦੇ ਬਾਅਦ ਇਹ ਬਿਮਾਰੀ ਸਥੂਲ ਸਰੀਰ ਤੇ ਆਂਦੀ ਹੈ। ਬਾਪੂ ਜੀ ਪਹਿਲਾਂ ਸੂਖਮ ਸਰੀਰ ਤੇ ਆਂਦੀ ਹੈ, ਫਿਰ ਸਥੂਲ ਸਰੀਰ ਤੇ ਆਂਦੀ ਹੈ। ਪਰ ਜੇਕਰ ਤੁਸੀਂ ਸੂਖਮ ਸਰੀਰ ਨੂੰ ਚੇਂਜ ਯਾਨੀ ਸ਼ਕਤੀ ਨਾਲ ਭਰ ਕੇ ਬਦਲ ਲਓ ਤੇ ਸਥੂਲ ਸਰੀਰ ਵੀ ਹੌਲੀ ਹੌਲੀ ਚੇਂਜ ਹੁੰਦਾ ਹੈ। ਆਨੰਦ ਕਿ ਰਿਐਲਿਟੀ ਵਿੱਚ ਯਾਨੀ ਅਸਲੀਅਤ 'ਚ ਇਸ ਤਰ੍ਹਾਂ ਹੁੰਦਾ ਹੈ ਬਾਪੂ ਜੀ? ਬਾਪੂ ਜੀ ਕਿਉਂ ਨਹੀਂ ਹੁੰਦਾ ਹੈ? शिव निराकार यानी निराकार परमात्मा तो पावर यानी शक्ति लो अते हमेशा कर्म योगी जीवन यानी परमात्मा दी याद ते काम करते हुए जीवन बिताओ। ते जो निराकारी परमात्मा तो पावर आएगी, परम प्रकाश आएगा, परम लाइट आएगी ते उस पावर नाल हौली हौली तुहाडा सूखम शरीर अते बाद 'ਚ तुहाडा स्थूल शरीर भी ठीक हो जाएगा। पर इस तरह ਚਾਰਜ ਹੋ ਕੇ ਠੀਕ ਹੋਣ ਲਈ ਬਹੁਤ ਤਪੱਸਿਆ ਕਰਨੀ ਪੈਂਦੀ ਹੈ। ਵਿਕਾਰਾਂ ਨੂੰ ਜਿੱਤਣਾ ਹੁੰਦਾ ਹੈ, ਮਨ ਤੇ ਜਿੱਤ ਕਰਨੀ ਪੈਂਦੀ ਹੈ ਤੇ ਫਿਰ ਹੌਲੀ ਹੌਲੀ ਸੂਖਮ ਸਰੀਰ ਠੀਕ ਹੁੰਦਾ ਹੈ। ਸੂਖਮ ਸਰੀਰ ਠੀਕ ਹੋਣ ਦਾ ਇੱਕ ਕਾਇਦਾ ਹੈ ਯਾਨੀ ਨਿਯਮ ਹੈ। ਪ੍ਰਿੰਸੀਪਲ ਆਫ ਨੈਚੁਰਲ ਲਾਅ ਮਤਲਬ ਪ੍ਰਕਿਰਤੀ ਜਾਂ ਕੁਦਰਤ ਦਾ ਨਿਯਮ ਹੈ। ਅਨੰਤ ਮਤਲਬ ਕਿ ਜਿਸ ਤਰ੍ਹਾਂ ਸੂਖਮ ਸਰੀਰ ਅਤੇ ਬਾਅਦ 'ਚ ਸਥੂਲ ਸਰੀਰ ਰੋਗੀ ਹੋਇਆ, ਇਸ ਤਰ੍ਹਾਂ ਹੀ ਉਹ ਚੰਗਾ ਵੀ ਹੋ ਸਕਦਾ ਹੈ। ਨੈਗੇਟਿਵ ਯਾਨੀ ਮਾੜੀ ਸੋਚ ਕਰਕੇ ਤੁਹਾਡੀ ਪਰਮਾਤਮਾ ਤੋਂ ਦੂਰੀ ਹੋਈ ਅਤੇ ਤੁਸੀਂ ਇਸ ਤਰ੍ਹਾਂ ਦੀ ਮਾੜੀ ਸੰਗਤ 'ਤੇ ਪਏ ਅਤੇ ਤੁਹਾਡਾ ਸੂਖਮ ਸਰੀਰ ਡਿਸਚਾਰਜ ਯਾਨੀ ਖਤਮ ਹੋਇਆ ਅਤੇ ਫਿਰ ਸਥੂਲ ਸਰੀਰ ਖਰਾਬ ਹੋਇਆ। ਉਸ ਤਰ੍ਹਾਂ ਹੀ ਜਦੋਂ ਪਰਮਾਤਮਾ ਦਾ ਸਾਥ ਮਿਲੇਗਾ, ਉਸ ਦਾ ਰੰਗ ਆਏਗਾ, ਪਾਵਰ ਆਏਗੀ ਤੇ ਫਿਰ ਸੂਖਮ ਸਰੀਰ ਚੇਂਜ ਯਾਨੀ ਬਦਲੀ ਹੋਏਗਾ ਤੇ ਸਥੂਲ ਸਰੀਰ ਵੀ ਠੀਕ ਹੋ ਜਾਏਗਾ। ਬਾਪੂ ਜੀ ਹਾਂ, ਕਾਮਨ ਪ੍ਰਿੰਸੀਪਲ ਯਾਨੀ ਸਧਾਰਨ ਜਾਂ ਆਮ ਨਿਯਮ ਹੈ ਯੂਨੀਵਰਸ ਦਾ। ਅਨੰਤ ਬਾਪੂ ਜੀ ਇਹ ਤੇ ਆਪ ਜੀ ਨੇ ਬਹੁਤ ਵਧੀਆ ਦੱਸਿਆ। ਹੁਣ ਆਪ ਜੀ ਅੱਗੇ ਦੱਸੋ ਕਿ ਮਰਨ ਤੋਂ ਪਹਿਲਾਂ ਇਨਸਾਨ ਨੂੰ ਕੀ ਕੀ ਛੱਡ ਦੇਣਾ ਚਾਹੀਦਾ? ਬਾਪੂ ਜੀ ਮੈਂ ਤੇ ਕਹਿੰਦਾ ਹਾਂ ਕਿ ਬਚਪਨ ਤੋਂ ਹੀ ਯਾਨੀ ਛੋਟੇ ਹੁੰਦਿਆਂ ਤੋਂ ਹੀ ਸਾਰਿਆਂ ਨੂੰ ਆਪਣਾ ਸੁਧਾਰ ਕਰ ਲੈਣਾ ਚਾਹੀਦਾ। ਇਹ ਸਾਰੀ ਦੁਨੀਆ ਦੀ ਚੀਜ਼ਾਂ, ਇਹ ਦੁਨੀਆ ਸਭ ਮਾਇਆ ਭਰਮ ਭੁਲੇਖਾ ਹੈ। ਇਹ ਸਭ ਗੱਲਾਂ ਮਾਤਾ ਪਿਤਾ ਨੂੰ ਬੱਚਿਆਂ ਨੂੰ ਬਚਪਨ ਤੋਂ ਹੀ ਦੱਸਣੀਆਂ ਚਾਹੀਦੀਆਂ ਕਿ ਇਹ ਦੁਨੀਆ ਭਰਮ ਹੈ, ਇਹ ਮਨੁੱਖ ਦੇ ਝੂਠੀ ਹੈ। ਸ਼ਾਸਤਰਾਂ 'ਤੇ ਵੀ ਕਿਹਾ ਗਿਆ ਹੈ ਕਿ ਝੂਠੀ ਕਾਇਆ ਝੂਠੀ ਮਾਇਆ। ਇਹ ਸਰੀਰ ਅਸਲੀ ਸਰੀਰ ਨਹੀਂ ਹੈ। ਅਸਲੀ ਸਰੀਰ ਤੇ ਪਰਮ ਤੱਤਾਂ ਦਾ ਹੈ ਜੋ ਕਿ ਕਾਰਨ ਜਗਤ ਯਾਨੀ ਪਰਮ ਤੱਤਾਂ ਦੇ ਜਗਤ ਦਾ ਹੁੰਦਾ ਹੈ, ਕਿਉਂਕਿ ਉੱਥੇ ਸਰੀਰ ਪਰਮ ਤੱਤਾਂ ਦਾ ਹੁੰਦਾ ਹੈ। ਬੱਚਿਓ ਤੁਸੀਂ ਪਹਿਲਾਂ ਫਰਿਸ਼ਤੇ ਸੀ, ਇਹ ਗੱਲ ਯਾਦ ਕਰਾਉਣੀ ਚਾਹੀਦੀ। ਇਹ ਸਾਰਾ ਸੰਸਾਰ ਮਾਇਆਵੀ ਹੈ। ਇੱਥੇ ਝੂਠੀ ਕਾਇਆ ਝੂਠੀ ਮਾਇਆ ਯਾਨੀ ਪਦਾਰਥ, ਝੂਠਾ ਜਗ ਸੰਸਾਰ, ਇਹ ਸਾਰਾ ਸੰਸਾਰ ਹੀ ਝੂਠਾ ਹੈ। ਇਹ ਅਸਲੀ ਸੰਸਾਰ ਨਹੀਂ ਹੈ। ਜੋ ਕੁਝ ਇਹਨਾਂ ਅੱਖਾਂ ਦੇ ਰਾਹੀਂ ਦਿਸਦਾ ਹੈ ਉਹ ਸਭ ਨਾਸ ਹੋਣ ਵਾਲਾ ਹੈ ਯਾਨੀ ਖਤਮ ਹੋਣ ਵਾਲਾ ਹੈ।
ਅਤੇ ਜੋ ਇਨ੍ਹਾਂ ਅੱਖਾਂ ਨਾਲ ਨਹੀਂ ਵੇਖ ਸਕਦੇ ਉਹੀ ਪਰਮ ਸੱਚ ਹੈ। ਤੇ ਅਸਲੀ ਸੰਸਾਰ ਕਿੱਥੇ ਹੈ? ਅਮਰਲੋਕ ਅਤੇ ਅਵਿਨਾਸ਼ੀ ਦੁਨੀਆ ਯਾਨੀ ਕਦੀ ਵੀ ਖਤਮ ਨਾ ਹੋਣ ਵਾਲੀ ਦੁਨੀਆ ਕਿੱਥੇ ਹੈ? ਇਹ ਸਭ ਪਰਮ ਸੱਚ ਦੇ ਬਾਰੇ ਤੇ ਦੱਸਣਾ ਚਾਹੀਦਾ। ਅਮਰਲੋਕ ਦੀ ਕਹਾਣੀ ਰੋਜ਼ ਆਪਣੇ ਬੱਚਿਆਂ ਨੂੰ ਸੁਣਾਉਣੀ ਚਾਹੀਦੀ। ਮਾਂ-ਬਾਪ ਨੂੰ ਬਚਪਨ ਤੋਂ ਹੀ ਘਰ 'ਚ ਹੀ ਗਿਆਨ ਸੁਣਾਉਣਾ ਚਾਹੀਦਾ। ਜਿਸ ਤਰ੍ਹਾਂ ਮਹਾਭਾਰਤ ਦੇ ਅਰਜੁਨ ਦੇ ਪੁੱਤਰ ਅਭਿਮਨਿਊ ਨੇ ਆਪਣੀ ਮਾਂ ਦੇ ਗਰਭ ਤੇ ਹੀ ਚੱਕਰਵਿਊਹ ਯੁੱਧ ਦਾ ਗਿਆਨ ਸੁਣਿਆ ਸੀ, ਉਸੇ ਤਰ੍ਹਾਂ ਅੱਜ ਵੀ ਗਰਭ 'ਚ ਹੀ ਬੱਚੇ ਨੂੰ ਗਿਆਨ ਸੁਣਾਉਣਾ ਚਾਹੀਦਾ ਕਿ ਬੇਟਾ ਤੂੰ ਹੁਣ ਆਪਣੇ ਕਰਮਾਂ ਦੇ ਲੇਖੇ ਜੋਖੇ ਕਰਕੇ ਧਰਤੀ ਤੇ ਆ ਰਿਹਾ ਹੈ, ਪਰ ਇੱਥੇ ਸਭ ਕੁਝ ਮਾਇਆ ਭਰਮ ਭੁਲੇਖਾ ਹੈ। ਪਰ ਤੂੰ ਪੈਦਾ ਹੋਣ ਤੋਂ ਪਹਿਲਾਂ ਹੀ ਇਹ ਗਿਆਨ ਸੁਣ ਲੈ ਕਿ ਤੂੰ ਪਰਮਾਤਮਾ ਨਿਰਾਕਾਰ ਨੂੰ ਯਾਦ ਕਰਨਾ ਹੈ, ਪਰ ਬ੍ਰਹਮ ਨੂੰ ਯਾਦ ਕਰਨਾ ਹੈ। ਆਨੰਦ ਬਾਪੂ ਜੀ ਗੁਰਬਾਣੀ ਤੇ ਵੀ ਇਸ ਤਰ੍ਹਾਂ ਕਿਤੇ ਲਿਖਿਆ ਹੈ ਕਿ ਗਰਭ ਦੇ ਅੰਦਰ ਜਦੋਂ ਆਤਮਾ ਹੁੰਦੀ ਹੈ ਤੇ ਉਸ ਨੂੰ ਬਹੁਤ ਦੁੱਖ ਝੇਲਣਾ ਪੈਂਦਾ ਹੈ। ਉਹਨੂੰ ਆਪਣੇ ਹੀ ਪਾਪ ਯਾਦ ਆਉਂਦੇ ਹਨ ਤੇ ਉਸ ਨੂੰ ਦੱਸਿਆ ਜਾਂਦਾ ਹੈ ਕਿ ਹੁਣ ਤੂੰ ਧਰਤੀ ਤੇ ਜਾਏਗਾ ਤੇ ਤੂੰ ਚੰਗਾ ਬਣ ਕੇ ਰਹਿਣਾ, ਚੰਗੇ ਕਰਮ ਕਰਨਾ। ਪਰ ਜਦੋਂ ਉਹ ਆਤਮਾ ਜਨਮ ਲੈ ਲੈਂਦੀ ਹੈ ਤੇ ਉਹ ਸਭ ਕੁਝ ਭੁੱਲ ਜਾਂਦੀ ਹੈ। ਬਾਪੂ ਜੀ ਜਦੋਂ ਤੱਕ ਆਤਮਾ ਗਰਭ 'ਚ ਹੁੰਦੀ ਹੈ ਉਸ ਨੂੰ ਆਪਣਾ ਪਿਛਲਾ ਜਨਮ ਯਾਦ ਹੁੰਦਾ ਹੈ, ਇਸ ਲਈ ਪਿਛਲੇ ਜਨਮ ਦੇ ਕੀਤੇ ਹੋਏ ਪਾਪ ਉਸ ਨੂੰ ਵਿਖਾਈ ਦਿੰਦੇ ਹਨ ਅਤੇ ਉਸ ਆਤਮਾ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਪਿਛਲੇ ਜਨਮ ਦੇ ਕੀਤੇ ਹੋਏ ਪਾਪਾਂ ਕਰਕੇ ਹੀ ਉਹ ਧਰਤੀ ਤੇ ਜਨਮ ਲੈ ਰਿਹਾ ਹੈ, ਇਸ ਲਈ ਉਹ ਦੁਖੀ ਹੁੰਦਾ ਹੈ ਅਤੇ ਉਸ ਦੇ ਦੁੱਖ ਦਾ ਇਫੈਕਟ ਯਾਨੀ ਅਸਰ ਉਸ ਦੀ ਮਾਂ ਤੇ ਪੈਂਦਾ ਹੈ ਅਤੇ ਉਸ ਦੀ ਮਾਂ ਵੀ ਦੁਖੀ ਹੁੰਦੀ ਹੈ। ਪਰ ਜੇਕਰ ਮਾਂ ਗੀਤਾ ਗਿਆਨ ਪੜ੍ਹੇ ਜਾਂ ਚੰਗਾ ਗਿਆਨ ਪੜ੍ਹੇ, ਪਰਮਾਤਮਾ ਨੂੰ ਯਾਦ ਕਰੇ ਤੇ ਮਾਂ ਦੇ ਮਨ ਦਾ ਇਫੈਕਟ ਜੋ ਬੱਚਾ ਉਸ ਦੇ ਗਰਭ ਤੇ ਹੈ ਉਸ ਤੇ ਵੀ ਪਏਗਾ ਅਤੇ ਉਸ ਦੇ ਅੰਦਰ ਵੀ ਪਰਮਾਤਮਾ ਦਾ ਗਿਆਨ ਇਮਰਜ ਯਾਨੀ ਜਮਾ ਹੋ ਜਾਏਗਾ। ਆਨੰਦ ਬਾਪੂ ਜੀ ਇਹ ਗਿਆਨ ਤੋਂ ਜਾਂ ਯੋਗ ਤੋਂ ਸੂਖਮ ਸਰੀਰ ਪ੍ਰਕਾਸ਼ ਨਾਲ ਭਰ ਸਕਦਾ ਹੈ ਯਾਨੀ ਪ੍ਰਕਾਸ਼ਮਾਨ ਹੋ ਜਾਂਦਾ ਹੈ। ਤੇ ਇਹ ਸੂਖਮ ਸਰੀਰ ਪ੍ਰਕਾਸ਼ਮਾਨ ਕੀ ਉੱਪਰ ਜਾ ਕੇ ਹੀ ਹੋ ਸਕਦਾ ਹੈ ਜਾਂ ਧਰਤੀ ਤੇ ਵੀ ਹੋ ਸਕਦਾ ਹੈ? ਬਾਪੂ ਜੀ ਵੇਖੋ, ਮੈਂ ਤੁਹਾਨੂੰ ਦੱਸਦਾ ਹਾਂ ਕਿ ਸੂਖਮ ਜਗਤ ਦੇ ਕਿੰਨੇ ਲੇਅਰਸ ਹੁੰਦੇ ਹਨ। ਜਿਸ ਤਰ੍ਹਾਂ ਕੋਈ ਚੰਗੀ ਆਤਮਾ ਸਰੀਰ ਛੱਡਦੀ ਹੈ ਪਰ ਉਹਦੀ ਉੱਪਰ ਸੂਖਮ ਜਗਤ ਤੇ ਜਾਣ ਦੀ ਸਪੀਡ ਜਾਂ ਗਤੀ ਘੱਟ ਹੈ ਤੇ ਪਹਿਲਾਂ ਸੂਖਮ ਜਗਤ ਤੇ ਹੌਲੀ ਜਾਏਗੀ, ਫਿਰ ਉਹ ਸੂਖਮ ਜਗਤ ਦੇ ਨੀਚੇ ਵਾਲੇ ਲੇਅਰਸ ਤੇ ਪਹਿਲਾਂ ਆਏਗੀ। ਜਿਸ ਤਰ੍ਹਾਂ ਕਿ 1 ਲੱਖ ਕਿਲੋਮੀਟਰ ਉੱਪਰ ਗਈ, ਫਿਰ ਉੱਥੇ ਉਸ ਨੂੰ ਸਾਧੂ ਸੰਤ ਮਿਲੇ ਅਤੇ ਉਹਨਾਂ ਨੇ ਉਸ ਆਤਮਾ ਨੂੰ ਯੋਗ ਕਰਨ ਦੀ ਵਿਧੀ ਦੱਸੀ ਤੇ ਉਹਨਾਂ ਦੀ ਦੱਸੀ ਹੋਈ ਵਿਧੀ ਦੇ ਤਰੀਕੇ ਦੇ ਰਾਹੀਂ ਉਸ ਆਤਮਾ ਨੇ ਯੋਗ ਕੀਤਾ। ਉਹ ਆਤਮਾ ਉੱਪਰ ਜਾਣ ਲਈ ਉੱਥੇ ਪ੍ਰੋਸੈਸ ਯਾਨੀ ਪ੍ਰਕਿਰਿਆ ਕਰਦੀ ਹੈ, ਯਾਨੀ ਯੋਗ ਕਰਨ ਦਾ ਸਹੀ ਢੰਗ ਸਿੱਖਦੀ ਅਤੇ ਯੋਗ ਕਰਦੀ ਹੈ। ਫਿਰ ਯੋਗ ਕਰਨ ਕਰਕੇ ਉਹ ਨਿਸੰਕਲਪ ਯਾਨੀ ਵਿਚਾਰਾਂ ਤੋਂ ਰਹਿਤ ਬਣਦੀ ਹੈ ਅਤੇ ਫਿਰ ਆਤਮ ਸਰੂਪ ਦੀ ਅਨੁਭੂਤੀ ਯਾਨੀ ਅਹਿਸਾਸ ਕਰਦੀ ਹੈ। ਆਤਮ ਸਰੂਪ ਦੇ ਅਹਿਸਾਸ ਨਾਲ ਆਤਮਾ ਤੇ ਪਾਵਰ ਆਉਂਦੀ ਹੈ। ਸੂਖਮ ਜਗਤ ਤੇ ਸਾਧੂ ਸੰਤ ਉਸ ਆਤਮਾ ਨੂੰ ਦੱਸਦੇ ਹਨ ਕਿ ਜੇਕਰ ਤੂੰ ਵਿਸ਼ਨੂੰ ਨੂੰ ਯਾਦ ਕਰਦੀ ਹੈ ਤੇ ਤੂੰ ਵਿਸ਼ਨੂੰ ਲੋਕ ਤੱਕ ਪਹੁੰਚ ਜਾਏਂਗੀ। ਜੇ ਸ਼ਿਵ ਨੂੰ ਯਾਦ ਕਰਦੀ ਹੈ ਯਾਨੀ ਸ਼ਿਵ ਦੀ ਭਗਤੀ ਕਰਦੀ ਹੈ ਤੇ ਸ਼ਿਵਪੁਰੀ ਪਹੁੰਚ ਜਾਏਂਗੀ। ਇਸ ਤਰ੍ਹਾਂ ਉਸ ਆਤਮਾ ਨੂੰ ਪ੍ਰੋਸੈਸ ਦੱਸਦੇ ਹਨ ਤੇ ਆਤਮਾ ਯੋਗ ਕਰਦੇ ਕਰਦੇ ਪਾਵਰ ਲੈਂਦੇ ਲੈਂਦੇ ਹੌਲੀ ਹੌਲੀ ਉੱਪਰ ਜਾਂਦੀ ਹੈ। ਇਸ ਤਰ੍ਹਾਂ ਆਤਮਾ ਹੌਲੀ ਹੌਲੀ ਹੋਰ ਉੱਪਰ ਜਾਂਦੀ ਹੈ ਤੇ ਹੌਲੀ ਹੌਲੀ ਉਸ ਦੇ ਸੂਖਮ ਸਰੀਰ ਤੇ ਪਾਵਰ ਆਉਂਦੀ ਹੈ। ਆਤਮਾ ਤੇ ਪਾਵਰ ਆਉਣ ਨਾਲ ਸੂਖਮ ਸਰੀਰ ਦੇ ਅੰਦਰ ਲਾਈਟ ਆਉਂਦੀ ਹੈ ਤੇ ਸੂਖਮ ਸਰੀਰ ਤੇ ਅਗਨੀ ਤੱਤ ਜ਼ਿਆਦਾ ਹੋ ਜਾਂਦਾ ਹੈ ਅਤੇ ਵਾਯੂ ਤੱਤ ਘੱਟ ਹੋ ਜਾਂਦਾ ਹੈ। ਜਦੋਂ ਆਤਮਾ ਨਿਸੰਕਲਪ ਬਣਦੀ ਹੈ ਤੇ ਸੂਖਮ ਸਰੀਰ ਦੇ 3 ਤੱਤ ਯਾਨੀ ਅਗਨੀ, ਵਾਯੂ ਅਤੇ ਆਕਾਸ਼ ਵਿੱਚੋਂ ਆਕਾਸ਼ ਤੱਤ ਵੱਧਦਾ ਜਾਂਦਾ ਹੈ ਤੇ ਹੁਣ ਆਤਮਾ ਤੇ ਉੱਪਰ ਜਾਣ ਦੀ ਸਪੀਡ ਆ ਜਾਂਦੀ ਹੈ। 1 ਕਰੋੜ ਕਿਲੋਮੀਟਰ ਉੱਪਰ ਗਈ, 10 ਕਰੋੜ ਕਿਲੋਮੀਟਰ ਉੱਪਰ ਗਈ, ਇਸ ਤਰ੍ਹਾਂ ਸਪੀਡ ਆਉਂਦੀ ਜਾਂਦੀ ਹੈ ਅਤੇ ਫਿਰ ਜਿਸ ਤਰ੍ਹਾਂ ਆਕਾਸ਼ ਤੱਤ ਵੱਧਦਾ ਜਾਂਦਾ ਹੈ, ਵਾਯੂ ਤੱਤ ਹੌਲੀ ਹੌਲੀ ਇੱਕਦਮ ਘੱਟ ਹੋ ਜਾਂਦਾ ਹੈ
ਅਤੇ ਉਸ ਆਤਮਾ ਦੇ ਅੰਦਰ ਆਕਾਸ਼ ਅਤੇ ਅਗਨੀ ਤੱਤ ਰਹਿ ਜਾਂਦਾ ਹੈ। 3 ਤੱਤਾਂ ਤੋਂ ਹੁਣ ਸੂਖਮ ਸਰੀਰ 2 ਤੱਤਾਂ ਦਾ ਸਰੀਰ ਬਣ ਜਾਂਦਾ ਹੈ। ਹੁਣ ਉਹ ਆਤਮਾ ਉੱਪਰ ਜਾਏਗੀ, ਬਹੁਤ ਸਪੀਡ ਨਾਲ ਬਹੁਤ ਉੱਪਰ ਜਾਏਗੀ। ਅਨੰਤ ਮਤਲਬ ਜਿੱਥੇ ਇਸ ਧਰਤੀ ਦਾ ਵਾਯੂ ਦਾ ਲੇਅਰਸ ਖਤਮ ਹੋ ਜਾਂਦਾ ਹੈ, ਉਸ ਤੋਂ ਬਾਅਦ ਆਤਮਾ ਦੀ ਉੱਪਰ ਜਾਣ ਦੀ ਸਪੀਡ ਵੱਧ ਜਾਂਦੀ ਹੈ। ਬਾਪੂ ਜੀ, ਵਾਯੂ ਦਾ ਜਿੱਥੇ ਜਿੱਥੇ ਵੀ ਲੇਅਰਸ ਖਤਮ ਹੁੰਦੇ ਹਨ, ਉਸ ਤੋਂ ਬਾਅਦ ਸਪੀਡ ਵੱਧਦੀ ਹੈ, ਪਰ ਆਕਾਸ਼ ਤੱਤ ਤੇ ਹਲਕੀ ਵਾਯੂ ਤੇ ਹੁੰਦੀ ਹੀ ਹੈ ਨਾ। ਤੇ ਹੁਣ ਹੌਲੀ ਹੌਲੀ ਉਸ ਆਤਮਾ ਤੇ ਸਿਰਫ ਆਕਾਸ਼ ਤੱਤ ਰਹਿ ਜਾਏਗਾ, ਉਸ ਦੇ ਸੂਖਮ ਸਰੀਰ ਦੇ ਨਾਲ। ਸਿਰਫ ਇੱਕ ਆਕਾਸ਼ ਤੱਤ ਰਹਿ ਜਾਣ ਕਰਕੇ ਹੁਣ ਸਪੀਡ ਹੋਰ ਵੀ ਵੱਧ ਜਾਂਦੀ ਹੈ। ਫਿਰ ਜਿਸ ਤਰ੍ਹਾਂ ਆਤਮਾ ਦੇ ਅੰਦਰ ਸਪੀਡ ਵੱਧਦੀ ਜਾਂਦੀ ਹੈ, ਜਿਸ ਤਰ੍ਹਾਂ ਮਤਲਬ ਉਹ ਆਤਮਾ 10 ਖਰਬ ਕਿਲੋਮੀਟਰ ਉੱਪਰ ਚਲੇ ਗਈ, ਸੂਰਜ ਦੀ ਗ੍ਰੈਵਿਟੀ ਯਾਨੀ ਗੁਰਤਵਾਕਰਸ਼ਣ ਤੋਂ ਬਾਹਰ ਨਿਕਲ ਗਈ। ਹੁਣ ਆਤਮਾ ਜਿਸ ਨੂੰ ਯਾਦ ਕਰੇਗੀ, ਉਸ ਤੋਂ ਉਸ ਆਤਮਾ ਦੇ ਅੰਦਰ ਪਾਵਰ ਯਾਨੀ ਸ਼ਕਤੀ ਆਏਗੀ। ਜੇਕਰ ਉਹ ਨਿਰਾਕਾਰ ਨੂੰ ਯਾਦ ਕਰਦੀ ਹੈ ਤੇ ਹੁਣ ਉਹ ਸੂਖਮ ਜਗਤ ਤੋਂ ਕਾਰਨ ਜਗਤ ਤੇ ਪ੍ਰਵੇਸ਼ ਕਰ ਲਏਗੀ। ਕਾਰਨ ਜਗਤ ਤੇ ਪਰਮ ਤੱਤਾਂ ਦਾ ਸਰੀਰ ਹੁੰਦਾ ਹੈ ਤੇ ਹੁਣ ਉਸ ਦਾ ਸੂਖਮ ਸਰੀਰ ਵੀ ਪਰਮ ਤੱਤਾਂ ਦੇ ਸਰੀਰ ਤੇ ਬਦਲ ਜਾਏਗਾ। ਹਰ ਘੜੀ ਉਸ ਦਾ ਸਰੀਰ ਬਦਲਦਾ ਜਾਏਗਾ। ਹਰ ਘੜੀ ਜਿੰਨਾ ਉੱਪਰ ਜਾਂਦੀ ਰਹਿੰਦੀ ਹੈ, ਉਨਾ ਸਰੀਰ ਬਦਲਦਾ ਜਾਂਦਾ ਹੈ। ਜਿਸ ਤਰ੍ਹਾਂ ਆਤਮਾ ਦੀ ਸਟੇਜ ਯਾਨੀ ਅਵਸਥਾ ਬਦਲਦੀ ਹੈ, ਉਸ ਤਰ੍ਹਾਂ ਹੀ ਉਸ ਆਤਮਾ ਦੇ ਸਰੀਰ ਬਦਲਦੇ ਹਨ ਅਤੇ ਆਤਮਾ ਦੀ ਅਵਸਥਾ ਚੰਗੀ ਹੁੰਦੀ ਜਾਂਦੀ ਹੈ। ਆਤਮਾ 'ਚ ਪਾਵਰ ਆਉਂਦੀ ਹੈ, ਗਿਆਨ ਆਉਂਦਾ ਹੈ, ਯੋਗ ਆਉਂਦਾ ਹੈ, ਵੈਰਾਗ ਆਉਂਦਾ ਹੈ, ਤਾਂ ਹੀ ਉਹ ਆਤਮਾ ਉੱਪਰ ਜਾਂਦੀ ਹੈ। ਫਿਰ ਜਿਸ ਤਰ੍ਹਾਂ ਕਿ ਵਿਸ਼ਨੂਪੁਰੀ ਤੇ ਗਈ ਤੇ ਵਿਸ਼ਨੂਪੁਰੀ ਕਾਰਨ ਜਗਤ ਯਾਨੀ ਪਰਮ ਤੱਤਾਂ ਦਾ ਜਗਤ ਹੈ ਤੇ ਕਾਰਨ ਜਗਤ ਤੇ 3 ਤੱਤਾਂ ਦੇ ਸਰੀਰ ਦੀ ਬਜਾਏ 3 ਪਰਮ ਤੱਤਾਂ ਦੇ ਸਰੀਰ ਯਾਨੀ ਪਰਮ ਪ੍ਰਕਾਸ਼, ਪਰਮ ਵਾਯੂ, ਪਰਮ ਅਗਨੀ ਦਾ ਸਰੀਰ ਹੋ ਜਾਂਦਾ ਹੈ। ਇਸ ਤਰ੍ਹਾਂ ਮਹਾਕਾਰਨ ਜਗਤ ਮਤਲਬ ਸ਼ਿਵਪੁਰੀ, ਜਿੱਥੇ 100% ਯਾਨੀ 100% ਪਰਮ ਤੱਤ ਹਨ, ਫਿਰ ਆਤਮਾ ਨਿਰਾਕਾਰੀ ਬਣ ਜਾਂਦੀ ਹੈ। ਉਸ ਦੇ ਦੋਨੋਂ ਸਰੀਰ ਖਤਮ ਹੋ ਜਾਂਦੇ ਹਨ, ਯਾਨੀ ਆਕਾਸ਼ ਤੱਤ ਅਤੇ ਸੂਖਮ ਸਰੀਰ ਦੋਨੋਂ ਖਤਮ ਹੋ ਜਾਂਦੇ ਹਨ ਅਤੇ ਆਤਮਾ ਨਿਰਾਕਾਰੀ ਬਣ ਜਾਂਦੀ ਹੈ, ਪਰਮ ਧਾਮ ਤੇ ਚਲੀ ਜਾਂਦੀ ਹੈ। ਤੇ ਹੁਣ ਉਹ ਜੀਵ ਤੋਂ ਸ਼ਿਵ ਬਣ ਗਈ, ਯਾਨੀ ਮਨੁੱਖ ਆਤਮਾ ਤੋਂ ਪਰਮਾਤਮਾ ਬਣ ਗਈ ਤੇ ਸ਼ਿਵ ਨੂੰ ਯਾਨੀ ਪਰਮਾਤਮਾ ਨੂੰ ਪੂਰਨ ਗਿਆਨ ਹੁੰਦਾ ਹੈ। ਉਹ ਗਿਆਨ ਸਰੂਪ ਯਾਨੀ ਖੁਦ ਗਿਆਨ ਦਾ ਰੂਪ ਹੁੰਦਾ ਹੈ। ਬ੍ਰਹਮ ਨੂੰ ਪੂਰਾ ਗਿਆਨ ਹੁੰਦਾ ਹੈ, ਯਾਨੀ ਹੁਣ ਉਹ ਬ੍ਰਹਮ ਗਿਆਨੀ ਬਣ ਗਿਆ, ਪੂਰਾ ਸ਼ਿਵ ਸਰੂਪ ਬਣ ਗਿਆ, ਮਤਲਬ ਪੂਰਾ ਪਰਮਾਤਮਾ ਬਣ ਗਿਆ ਅਤੇ ਪਰਮ ਧਾਮ ਤੇ ਚਲਾ ਗਿਆ। ਪਰਮ ਧਾਮ ਤੇ ਉਸ ਦੀ ਸ਼ਿਵ ਦੀ ਤਰ੍ਹਾਂ ਦੀ ਸ਼੍ਰੇਣੀ ਯਾਨੀ ਕੈਟਾਗਰੀ ਹੁੰਦੀ ਹੈ। ਜਦੋਂ ਉਹ ਪਰਮ ਧਾਮ ਦਾ ਸ਼ਿਵ ਯਾਨੀ ਪਰਮਾਤਮਾ ਬਣ ਜਾਂਦਾ ਹੈ ਤੇ ਫਿਰ ਉਸ ਨੂੰ ਗਿਆਨ ਹੁੰਦਾ ਹੈ ਕਿ ਉਸ ਦਾ ਕ੍ਰੀਏਟਰ ਯਾਨੀ ਰਚਨਾਕਾਰ ਮਹਾਸ਼ਿਵ ਹੈ। ਫਿਰ ਉਹ ਮਹਾਸ਼ਿਵ ਕੋਲ ਜਾਣ ਦੀ ਪ੍ਰੋਸੈਸ ਯਾਨੀ ਪ੍ਰਕਿਰਿਆ ਤੇ ਆਉਂਦਾ ਹੈ। ਇਸ ਤਰ੍ਹਾਂ ਕਈ ਨਿਰਾਕਾਰੀ ਅਵਸਥਾ ਵਾਲੀਆਂ ਆਤਮਾਵਾਂ ਇੱਕ ਗਰੁੱਪ ਤੇ ਯਾਨੀ ਇਕੱਠ ਤੇ ਪਾਵਰ ਦਾ ਇੱਕ ਗੋਲਾ ਬਣਾ ਕੇ ਨਿਰਾਕਾਰੀ ਅਵਸਥਾ ਤੇ ਮਹਾਸ਼ਿਵ ਦੇ ਕੋਲ ਚਲੀਆਂ ਜਾਂਦੀਆਂ ਹਨ। ਗੈਲੈਕਸੀ ਦੇ ਵਿੱਚ ਜਿੱਥੇ ਮਹਾਸ਼ਿਵ ਰਹਿੰਦਾ ਹੈ, ਗੈਲੈਕਸੀ ਦੇ ਸੈਂਟਰ ਪੁਆਇੰਟ ਯਾਨੀ ਬਿਲਕੁਲ ਵਿਚਕਾਰ ਦੇ ਬਿੰਦੂ ਤੇ ਚਲੀਆਂ ਜਾਂਦੀਆਂ ਹਨ ਤੇ ਹੁਣ ਤੇ ਸ਼ਿਵ ਤੋਂ ਮਹਾਸ਼ਿਵ ਬਣ ਗਏ। ਇਸ ਤਰ੍ਹਾਂ ਮਹਾਸ਼ਿਵ ਕੋਲੋਂ ਬਹੁਤ ਪਾਵਰ ਯਾਨੀ ਸ਼ਕਤੀ ਲੈਂਦੇ ਹਨ। ਫਿਰ ਹੋਰ ਗਿਆਨ ਆਉਂਦਾ ਹੈ ਕਿ ਇਸ ਤੋਂ ਬਾਅਦ ਪਰਮ ਮਹਾਸ਼ਿਵ ਹੈ, ਯੂਨੀਵਰਸ ਦੇ ਸੈਂਟਰ ਪੁਆਇੰਟ ਤੇ ਪਰਮ ਮਹਾਸ਼ਿਵ ਰਹਿੰਦਾ ਹੈ ਤੇ ਫਿਰ ਉੱਥੇ ਵੀ ਆਤਮਾਵਾਂ ਜਾਂਦੀਆਂ ਹਨ। ਇਸ ਤਰ੍ਹਾਂ ਆਤਮਾਵਾਂ ਟਰੈਵਲ ਯਾਨੀ ਯਾਤਰਾ ਤੇ ਆ ਜਾਂਦੀਆਂ ਹਨ। ਅਨੰਤ ਬਾਪੂ ਜੀ, ਆਪ ਜੀ ਜੋ ਜਰਨੀ ਯਾਨੀ ਯਾਤਰਾ ਦੱਸ ਰਹੇ ਹੋ ਆਫਟਰ ਡੈਥ ਯਾਨੀ ਮਰਨ ਤੋਂ ਬਾਅਦ ਦੀ ਗੱਲ ਹੈ ਕਿ ਇਹ ਯਾਤਰਾ ਮਨੁੱਖ ਹੁਣ ਤੋਂ ਹੀ ਕਰ ਸਕਦਾ ਹੈ, ਮਤਲਬ ਐਸੀ ਜੀਵਨ ਤੇ। ਬਾਪੂ ਜੀ, ਆਤਮਾ ਦੇ ਕੋਲ ਇੰਨੀ ਸ਼ਕਤੀ ਹੈ ਕਿ ਜੇਕਰ ਮਨੁੱਖ ਚਾਹਵੇ ਤੇ ਆਪਣੇ ਕਰਮ ਬੰਧਨ ਛੱਡ ਕੇ ਯਾਨੀ ਦੇਹ ਅਤੇ ਦੇਹ ਦੇ ਸੰਬੰਧ ਛੱਡ ਕੇ ਆਪਣੇ ਆਪ ਨੂੰ ਦੇਣੇ ਲੈਣੇ ਦੇ ਸੰਬੰਧਾਂ ਤੋਂ ਕੱਢ ਕੇ ਰੋਜ਼ 8 ਘੰਟੇ
ਆਤਮ ਸਰੂਪ ਤੇ ਟਿਕ ਕੇ ਪ੍ਰੋਸੈਸ ਯਾਨੀ ਪ੍ਰਕਿਰਿਆ ਮਤਲਬ ਪਰਮਾਤਮਾ ਕੋਲ ਪਹੁੰਚਣ ਲਈ, ਪਰਮਾਤਮਾ ਨੂੰ ਪਾਉਣ ਲਈ ਗਿਆਨ ਅਤੇ ਯੋਗ ਦੇ ਪ੍ਰੋਸੈਸ ਤੇ ਆਏ। ਸ਼ਿਵ ਨਿਰਾਕਾਰ ਤੋਂ ਪਾਵਰ ਲਏ ਯਾਨੀ ਬ੍ਰਹਮੰਡ ਤੇ ਪਰਮਾਤਮਾ ਸ਼ਿਵ ਨਿਰਾਕਾਰ ਤੋਂ ਪਾਵਰ ਵੀ ਲਵੇ ਜਾਂ ਮਹਾਸ਼ਿਵ ਤੋਂ ਲਵੇ ਜਾਂ ਪਰਮ ਮਹਾਸ਼ਿਵ ਤੋਂ ਲਵੇ, ਪਰ ਇਹਨਾਂ ਸਾਰਿਆਂ ਤੋਂ ਪਾਵਰ ਮਤਲਬ ਸ਼ਕਤੀ ਲੈਣ ਦੇ ਬਜਾਏ ਡਾਇਰੈਕਟ ਸਿੱਧਾ ਆਲਮਾਈਟੀ ਅਥਾਰਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਤੋਂ ਮਤਲਬ ਪਾਵਰ ਹਾਊਸ ਤੋਂ ਲਵੇ, ਜੋ ਕਿ ਕਈ ਮਲਟੀਵਰਸਾਂ ਦਾ ਮਾਲਿਕ ਹੈ ਅਤੇ ਉੱਚੇ ਤੋਂ ਉੱਚੇ ਪਰਮਧਾਮ ਤੇ ਨਿਰਾਕਾਰ ਰੂਪ ਤੇ ਹੈ। ਉਸ ਤੋਂ ਸਿੱਧਾ ਪਾਵਰ ਲਵੇ ਅਤੇ ਇਹ ਭਾਵ ਰੱਖੇ ਕਿ ਮੈਂ ਯਾਨੀ ਮਨੁੱਖ ਆਤਮਾ ਤੁਹਾਡਾ ਯਾਨੀ ਆਲਮਾਈਟੀ ਅਥਾਰਟੀ ਦਾ ਗ੍ਰੈਂਡ ਚਾਈਲਡ ਯਾਨੀ ਪੁੱਤਰ ਦੇ ਪੁੱਤਰ ਦਾ ਪੁੱਤਰ ਹਾਂ। ਤੁਹਾਡੇ ਅੰਦਰ ਭਾਵ ਆਉਣਾ ਜ਼ਰੂਰੀ ਹੈ। ਤੁਹਾਡਾ ਆਲਮਾਈਟੀ ਅਥਾਰਟੀ ਦੇ ਨਾਲ ਕੀ ਰਿਲੇਸ਼ਨ ਯਾਨੀ ਰਿਸ਼ਤਾ ਹੈ, ਕਿਉਂਕਿ ਰਿਸ਼ਤੇ ਦੇ ਹਿਸਾਬ ਨਾਲ ਭਾਵ ਆਏਗਾ। ਜਿਸ ਤਰ੍ਹਾਂ ਕਿ ਤੁਸੀਂ ਯਾਨੀ ਪਰਮਾਤਮਾ ਮੇਰੇ ਯਾਨੀ ਮਨੁੱਖ ਆਤਮਾ ਦੇ ਆਲਮਾਈਟੀ ਅਥਾਰਟੀ ਗ੍ਰੈਂਡਫਾਦਰ ਯਾਨੀ ਵੱਡੇ ਪੜਦਾਦਾ ਹੋ, ਤੁਸੀਂ ਪਰਮ ਧਾਮ ਤੇ ਰਹਿੰਦੇ ਹੋ, ਤੁਸੀਂ ਪਾਵਰ ਹਾਊਸ ਯਾਨੀ ਪਰਮ ਸ਼ਕਤੀ ਦੇ ਭੰਡਾਰ ਹੋ ਅਤੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਥੋੜੀ ਜਿਹੀ ਪਾਵਰ ਦੇ ਦਿਓ ਤੇ ਉਸ ਮਨੁੱਖ ਆਤਮਾ ਤੇ ਹੌਲੀ ਹੌਲੀ ਪਾਵਰ ਆਂਦੀ ਜਾਏਗੀ ਅਤੇ ਨਾਲ ਹੀ ਉਹ ਆਤਮਾ ਕਰਮ ਯੋਗੀ ਜੀਵਨ ਯਾਨੀ ਲਗਾਤਾਰ ਪਰਮਾਤਮਾ ਦੀ ਯਾਦ ਤੇ ਰਹਿੰਦੇ ਹੋਏ ਆਪਣੇ ਕਰਮ ਕਰਦੇ ਹੋਏ ਜੀਵਨ ਬਿਤਾਏ ਤੇ ਇਸੇ ਜਨਮ ਜਾਂ ਜੀਵਨ ਤੇ ਅੰਦਰ ਸਿੱਧਾ ਉੱਚੇ ਤੋਂ ਉੱਚੇ ਪਰਮ ਧਾਮ ਤੇ ਵੀ ਜਾ ਸਕਦੀ ਹੈ। ਉੱਚੇ ਤੋਂ ਉੱਚਾ ਪਰਮ ਧਾਮ ਜਦਕਿ ਕਿੰਨਾ ਦੂਰ ਹੈ, ਉੱਥੇ ਸਿੱਧਾ ਜਾ ਸਕਦੀ ਹੈ। ਅਨੰਤ ਮਤਲਬ ਆਫਟਰ ਜਰਨੀ ਯਾਨੀ ਮਰਨ ਤੋਂ ਬਾਅਦ ਦੀ ਯਾਤਰਾ ਦੀ ਜਗ੍ਹਾ ਪਹਿਲਾਂ ਹੀ ਬਿਫੋਰ ਜਰਨੀ ਯਾਨੀ ਮਰਨ ਤੋਂ ਪਹਿਲਾਂ ਹੀ ਮਤਲਬ ਜੀਵਤ ਰਹਿੰਦਿਆਂ ਹੀ ਯਾਤਰਾ ਹੋ ਜਾਵੇ। ਬਾਪੂ ਜੀ ਇਸ ਕਰਕੇ ਗੀਤਾ 'ਚ ਸਿੱਧੀ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਮੈਨੂੰ ਯਾਦ ਕਰੋ ਯਾਨੀ ਪਰਮਾਤਮਾ ਨੂੰ ਯਾਦ ਕਰੋਗੇ ਤੇ ਸਿੱਧਾ ਮੇਰੇ ਕੋਲ ਯਾਨੀ ਪਰਮਾਤਮਾ ਕੋਲ ਜਾਓਗੇ। ਬਿਲਕੁਲ ਸਿੱਧਾ ਯਾਨੀ ਡਾਇਰੈਕਟ, ਵਿੱਚ ਕੋਈ ਵੀ ਇੰਟਰਪਟ ਯਾਨੀ ਦਖਲ ਜਾਂ ਵਿਘਨ ਨਹੀਂ ਪਏਗਾ। ਅਨੰਤ ਵਾਹ ਬਾਪੂ ਜੀ, ਇਹ ਤੇ ਬਹੁਤ ਚੰਗੀ ਅਤੇ ਹੈਰਾਨੀ ਵਾਲੀ ਗੱਲ ਹੈ। ਬਾਪੂ ਜੀ ਇਸ ਕਰਕੇ ਗੀਤਾ 'ਚ ਕਿਹਾ ਹੈ ਕਿ ਜੇਕਰ ਤੁਸੀਂ ਮੈਨੂੰ ਮਤਲਬ ਪਰਮਾਤਮਾ ਨੂੰ ਯਾਦ ਕਰੋਗੇ ਤੇ ਤੁਸੀਂ ਸਿੱਧਾ ਮੇਰੇ ਕੋਲ ਆ ਜਾਓਗੇ, ਉੱਚਾ ਪਦ ਯਾਨੀ ਉਹਦਾ ਜਾਂ ਸਥਾਨ ਪ੍ਰਾਪਤ ਕਰੋਗੇ ਅਤੇ ਉੱਚੇ ਤੇ ਉੱਚੇ ਪਰਮ ਧਾਮ ਤੇ ਜਾਓਗੇ। ਕਿਉਂਕਿ ਕ੍ਰਿਸ਼ਨ ਨੂੰ ਗਿਆਨ ਦੇਣ ਵਾਲਾ ਆਲਮਾਈਟੀ ਅਥਾਰਟੀ ਸੀ ਤੇ ਉਹ ਉੱਚੇ ਤੋਂ ਉੱਚੇ ਪਰਮ ਧਾਮ 'ਚ ਸਿਰਫ ਪਰਮ ਧਾਮ ਤੇ ਹੀ ਨਹੀਂ, ਮਹਾਪਰਮ ਧਾਮ ਤੇ ਵੀ ਨਹੀਂ, ਬਲਕਿ ਉੱਚੇ ਤੋਂ ਉੱਚੇ ਪਰਮ ਧਾਮ ਤੇ ਰਹਿਣ ਵਾਲਾ ਹੈ ਤੇ ਉਹ ਉਸ ਆਲਮਾਈਟੀ ਅਥਾਰਟੀ ਨੂੰ ਯਾਦ ਕਰਨ ਵਾਲੀ ਆਤਮਾ ਉਸ ਦੇ ਪਰਮ ਧਾਮ ਤੇ ਸਿੱਧਾ ਪਹੁੰਚ ਜਾਏਗੀ। ਅਨੰਤ ਮਤਲਬ ਇਹ ਕਿ ਇੱਥੇ ਯਾਨੀ ਸਥੂਲ ਜਗਤ ਤੇ ਮਨੁੱਖ ਹੁੰਦੇ ਹੋਏ ਵੀ ਅਸੀਂ ਆਪਣੇ ਸੂਖਮ ਸਰੀਰ ਨੂੰ ਪ੍ਰਕਾਸ਼ਮਾਨ ਯਾਨੀ ਪਰਮ ਪ੍ਰਕਾਸ਼ ਨਾਲ ਭਰ ਸਕਦੇ ਹਾਂ। ਬਾਪੂ ਜੀ ਹਾਂ, ਜਦੋਂ ਤੁਸੀਂ ਸੂਖਮ ਸਰੀਰ ਦੇ ਨਾਲ ਕਾਰਨ ਜਗਤ ਤੇ ਯਾਨੀ ਪਰਮ ਤੱਤਾਂ ਦੇ ਜਗਤ ਤੇ ਜਾਓ ਤੇ ਉੱਥੇ ਆਤਮਾ ਤੇ ਹਜ਼ਾਰਾਂ ਸੂਰਜਾਂ ਦੀ ਰੋਸ਼ਨੀ ਆਉਂਦੀ ਹੈ, ਮਤਲਬ ਆਤਮਾ ਪਰਮ ਪ੍ਰਕਾਸ਼ ਨਾਲ ਭਰ ਜਾਂਦੀ ਹੈ। ਅਤੇ ਜੇਕਰ ਤੁਸੀਂ ਆਤਮ ਸਰੂਪ ਤੇ ਟਿਕ ਜਾਓ ਤੇ ਆਤਮ ਸਰੂਪ ਤੇ ਟਿਕਣ ਕਰਕੇ ਤੁਹਾਡੇ ਵਿਘਨ ਯਾਨੀ ਕਰਮਾਂ ਦੇ ਜੋ ਹਿਸਾਬ ਕਿਤਾਬ ਹਨ ਉਹ ਖਤਮ ਹੋ ਜਾਂਦੇ ਹਨ। ਤੇ ਜਦੋਂ ਆਤਮਾ ਅਵਿਨਾਸ਼ੀ ਬਣ ਜਾਂਦੀ ਹੈ ਯਾਨੀ ਅਮਰ ਬਣ ਜਾਂਦੀ ਹੈ, ਬ੍ਰਹਮ ਸਰੂਪ ਯਾਨੀ ਬ੍ਰਹਮ ਦਾ ਰੂਪ ਬਣ ਜਾਂਦੀ ਹੈ ਤੇ ਉਸ ਵਿੱਚ ਕਰੋੜਾਂ ਸੂਰਜਾਂ ਦੀ ਰੋਸ਼ਨੀ ਹੁੰਦੀ ਹੈ। ਅਨੰਤ ਬਾਪੂ ਜੀ ਐਸੀ ਦੇ ਨਾਲ ਕਨੈਕਟਡ ਯਾਨੀ ਸੰਬੰਧਿਤ ਜਾਂ ਜੁੜਿਆ ਹੋਇਆ ਇੱਕ ਹੋਰ ਵੀ ਸਵਾਲ ਹੈ ਕਿ ਪਰਮਾਤਮਾ ਲੋਕਾਂ ਦੀ ਪ੍ਰਾਰਥਨਾ ਜਾਂ ਬੇਨਤੀ ਸੁਣਦਾ ਹੈ। ਬਾਪੂ ਜੀ ਡਾਇਰੈਕਟ ਯਾਨੀ ਸਿੱਧਾ ਤੁਹਾਡੀ ਆਵਾਜ਼ ਪਰਮਾਤਮਾ ਕਿਸ ਤਰ੍ਹਾਂ ਸੁਣੇ, ਤੁਹਾਡੀ ਆਵਾਜ਼ ਪਰਮਾਤਮਾ ਤੱਕ ਕਿਸ ਤਰ੍ਹਾਂ ਜਾਵੇ? ਕਿ ਤੁਸੀਂ ਉਸ ਦੇ ਲਈ ਲਾਊਡ ਸਪੀਕਰ ਲਵਾਓਗੇ ਫਿਰ ਉਹ ਸੁਣੇਗਾ? ਅਨੰਤ ਅੱਜ ਕੱਲ੍ਹ ਤੇ ਲੋਕੀ ਇਸ ਤਰ੍ਹਾਂ ਹੀ ਸਮਝਦੇ ਹਨ, ਇਸ ਲਈ ਤੇ ਮੰਦਿਰ ਤੇ ਮਸਜਿਦ ਤੇ ਹਰ ਜਗ੍ਹਾ ਲਾਊਡ ਸਪੀਕਰ ਲਗਾਉਂਦੇ ਹਨ। ਬਾਪੂ ਜੀ ਪਰ ਇਹ ਸਭ ਇਸ ਗੱਲ ਤੇ ਹੈ ਕਿ ਤੁਸੀਂ ਕਿਸ ਪਰਮਾਤਮਾ ਨੂੰ ਜਾਣਦੇ ਹੋ। ਜਿਸ ਤਰ੍ਹਾਂ ਨਿਰਾਕਾਰ ਸ਼ਿਵ ਨੂੰ ਤੇ ਕੋਈ ਜਾਣਦਾ ਹੀ ਨਹੀਂ,
ਨਿਰਾਕਾਰ ਸ਼ਿਵ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਅਵਿਨਾਸ਼ੀ ਬ੍ਰਹਮ ਨੂੰ ਵੀ ਨਹੀਂ ਜਾਣਦੇ। ਨਹੀਂ, ਕਈ ਲੋਕੀ ਬਸ ਪਰਮ ਪ੍ਰਕਾਸ਼ ਦੀ ਸਾਧਨਾ ਜਾਂ ਭਗਤੀ ਕਰਦੇ ਹਨ, ਪਰ ਤੁਹਾਡਾ ਉਸ ਪਰਮਾਤਮਾ ਨਾਲ ਯਾਨੀ ਜਿਸਨੂੰ ਵੀ ਤੁਸੀਂ ਪਰਮਾਤਮਾ ਮੰਨ ਕੇ ਭਗਤੀ ਕਰਦੇ ਹੋ, ਉਸ ਦੇ ਨਾਲ ਤੁਹਾਡਾ ਕੀ ਰਿਲੇਸ਼ਨ ਯਾਨੀ ਰਿਸ਼ਤਾ ਹੈ, ਇਹ ਨਹੀਂ ਪਤਾ ਹੈ ਨਾ। ਜਦੋਂ ਤੱਕ ਤੁਹਾਡਾ ਉਸ ਪਰਮਾਤਮਾ ਦੇ ਨਾਲ ਕੀ ਰਿਸ਼ਤਾ ਹੈ ਇਹ ਨਹੀਂ ਪਤਾ ਹੈ, ਉਦੋਂ ਤੱਕ ਤੁਹਾਡੀ ਆਤਮਾ ਤੇ ਉਹ ਭਾਵ ਯਾਨੀ ਪਰਮਾਤਮਾ ਨਾਲ ਪ੍ਰੇਮ, ਪਿਆਰ, ਸਮਰਪਣ ਯਾਨੀ ਆਪਣਾ ਸਭ ਕੁਝ ਉਸ ਪਰਮਾਤਮਾ ਨੂੰ ਹੀ ਮੰਨਣ ਦਾ ਭਾਵ ਨਹੀਂ ਆਉਂਦਾ। ਅਤੇ ਜਦੋਂ ਤੱਕ ਆਪਣਾ ਸਭ ਕੁਝ ਉਸ ਪਰਮਾਤਮਾ ਨੂੰ ਹੀ ਮੰਨਣ ਦਾ ਭਾਵ ਨਹੀਂ, ਤੇ ਫਿਰ ਉਹ ਪਿਆਰ ਵੀ ਨਹੀਂ ਆਉਂਦਾ। ਜਦੋਂ ਤੱਕ ਤੁਸੀਂ ਉਸ ਨੂੰ ਆਪਣਾ ਪਰਮ ਪਿਤਾ ਨਹੀਂ ਮੰਨਦੇ, ਯਾਨੀ ਤੁਸੀਂ ਉਸ ਲਈ ਆਪਣੇ ਦੁਨਿਆਵੀ ਪਿਤਾ ਦੀ ਤਰ੍ਹਾਂ ਪਿਆਰ ਦਾ ਜਾਂ ਸਮਰਪਣ ਦਾ ਭਾਵ ਨਹੀਂ ਮਹਿਸੂਸ ਕਰਦੇ, ਉਦੋਂ ਤੱਕ ਤੁਸੀਂ ਉਸ ਪਰਮਾਤਮਾ ਦੇ ਗੁਣਾਂ ਨੂੰ ਵੀ ਨਹੀਂ ਜਾਣਦੇ। ਜਿਸ ਤਰ੍ਹਾਂ ਕਿ ਪਰਮਾਤਮਾ ਪਿਆਰ ਦਾ ਸਾਗਰ ਹੈ, ਦਇਆ ਦਾ ਸਾਗਰ ਹੈ, ਜਦੋਂ ਤੁਸੀਂ ਪਰਮਾਤਮਾ ਨੂੰ ਜਾਣਨ ਲੱਗ ਜਾਂਦੇ ਹੋ ਤੇ ਪਰਮਾਤਮਾ ਦੇ ਸਾਰੇ ਗੁਣ ਵੀ ਤੁਹਾਡੇ ਅੰਦਰ ਯਾਨੀ ਮਨੁੱਖ ਆਤਮਾ ਦੇ ਅੰਦਰ ਹੌਲੀ ਹੌਲੀ ਆਉਂਦੇ ਹਨ। ਪਰ ਪਰਮਾਤਮਾ ਨਾਲ ਇਸ ਤਰ੍ਹਾਂ ਦਾ ਪਿਆਰ ਕਰਨਾ, ਪਰਮਾਤਮਾ ਦੀ ਤਰ੍ਹਾਂ ਦੇ ਗੁਣ ਲਿਆਣਾ, ਪਰਮਾਤਮਾ ਜੈਸਾ ਆਤਮਾ ਤੇ ਤੇਜ ਯਾਨੀ ਪ੍ਰਕਾਸ਼ ਲਿਆਣਾ, ਪਰਮਾਤਮਾ ਦੇ ਗਿਆਨ ਨੂੰ ਸਮਝਣਾ, ਇਹ ਸਭ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਹਨ। ਅਨੰਤ ਤੇ ਪਰਮਾਤਮਾ ਪ੍ਰਾਰਥਨਾ ਜਾਂ ਅਰਦਾਸ ਤੇ ਸੁਣਦਾ ਹੀ ਹੈ। ਬਾਪੂ ਜੀ, ਉੱਪਰ ਵਾਲੇ ਕੋਲ ਸਭ ਦੀ ਅਰਦਾਸ ਬੇਨਤੀ ਜਾਂਦੀ ਹੈ ਕਿ ਪਰਮਾਤਮਾ ਉੱਤੇ ਨਹੀਂ ਬੈਠਾ ਹੈ। ਇੱਕ ਵਾਰ ਮੈਂ ਟੀਵੀ ਤੇ ਵੇਖਿਆ ਕਿ ਇੱਕ ਸਾਧੂ ਸੰਤ ਨੇ ਬਹੁਤ ਵੱਡਾ ਮੇਲਾ ਲਾ ਕੇ 35 ਲੱਖ ਦੇ ਲੋਕਾਂ ਦੇ ਇਕੱਠ ਤੇ ਕਹਿੰਦਾ ਸੀ ਕਿ ਪਰਮਾਤਮਾ ਉੱਤੇ ਨਹੀਂ ਹੈ, ਪਰਮਾਤਮਾ ਤੁਹਾਡੇ ਦਿਲਾਂ ਤੇ ਹੈ। ਇੰਨਾ ਗੰਦਾ ਉਸਨੇ ਝੂਠ ਬੋਲਿਆ। ਉਸ ਸਾਧੂ ਦਾ ਮੈਂ ਨਾਂ ਨਹੀਂ ਦੱਸਣਾ ਚਾਹਾਂਗਾ, ਬਹੁਤ ਨਾਮੀ ਸਾਧੂ ਹੈ। ਕਹਿੰਦਾ ਹੈ ਕਿ ਪਰਮਾਤਮਾ ਤੁਹਾਡੇ ਦਿਲਾਂ ਤੇ ਹੈ, ਪਰ ਮਨੁੱਖ ਦੇ ਦਿਲਾਂ ਤੇ ਅੱਜ ਕੱਲ੍ਹ ਤੇ ਪਾਪ ਭਰਿਆ ਹੈ ਤੇ ਕਿ ਪਰਮਾਤਮਾ ਪਾਪੀ ਹੈ। ਲੋਕੀ ਝੂਠ ਬੋਲਦੇ ਹਨ। ਇਸ ਤਰ੍ਹਾਂ ਦੇ ਸਾਧੂ ਪਾਪੀਆਂ ਦੇ ਵੀ ਪਾਪੀ ਹਨ। ਇਸ ਤਰ੍ਹਾਂ ਦੇ ਸਾਧੂ ਨੂੰ ਸਾਧੂ ਨਹੀਂ ਕਹਿੰਦੇ, ਇਹ ਤੇ ਪਾਪੀਆਂ ਦੇ ਵੀ ਪਾਪੀ ਹੋਏ। ਅਨੰਤ ਚਲੋ ਬਾਪੂ ਜੀ, ਹਰ ਇੱਕ ਦਾ ਆਪਣਾ ਨਜ਼ਰੀਆ ਹੈ। ਬਾਪੂ ਜੀ, ਇਸ ਤਰ੍ਹਾਂ ਦੇ ਸਾਧੂ ਲੋਕਾਂ ਨੂੰ ਭਟਕਾਉਂਦੇ ਹਨ, ਉਲਟੇ ਰਸਤੇ ਤੇ ਲੈ ਜਾਂਦੇ ਹਨ। ਕਹਿੰਦਾ ਹੈ ਕਿ ਪਰਮਾਤਮਾ ਤੁਹਾਡੇ ਦਿਲ ਤੇ ਹੈ। ਉਸ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਪਰਮਾਤਮਾ ਤੁਹਾਡੀ ਆਤਮਾ ਤੇ ਹੈ ਅਤੇ ਆਤਮਾ ਪਰਮਾਤਮਾ ਦਾ ਅੰਸ਼ ਹੈ। ਇਹ ਗਿਆਨ ਲੋਕਾਂ ਨੂੰ ਦਿੰਦਾ। ਸਾਧੂ ਸੰਤਾਂ ਨੂੰ ਵੀ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਕਿ ਤੁਸੀਂ ਪਰਮਾਤਮਾ ਦੇ ਅੰਸ਼ ਯਾਨੀ ਪਰਮਾਤਮਾ ਦਾ ਹਿੱਸਾ ਹੋ। ਇਹ ਗੱਲ ਤੇ ਠੀਕ ਹੈ, ਤੁਹਾਡੀ ਆਤਮਾ ਮੈਲੀ ਹੋ ਗਈ ਹੈ, ਇਹ ਸਮਝਾਉਣਾ ਚਾਹੀਦਾ। ਇਸ ਤਰ੍ਹਾਂ ਦੇ ਸਾਧੂ ਲੋਕਾਂ ਨੂੰ ਇਹ ਕਹਿ ਕੇ ਕਿ ਉੱਤੇ ਪਰਮਾਤਮਾ ਹੈ ਹੀ ਨਹੀਂ, ਲੋਕਾਂ ਨੂੰ ਮਿਸਗਾਈਡ ਯਾਨੀ ਸਹੀ ਰਸਤੇ ਤੋਂ ਭਟਕਾਉਂਦੇ ਹਨ ਤੇ ਮੈਨੂੰ ਇਹ ਸਭ ਵੇਖ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਅਨੰਤ ਚਲੋ ਬਾਪੂ ਜੀ, ਜਿਸ ਦਿਨ ਇਹੋ ਜਿਹੇ ਲੋਕ ਆਪ ਜੀ ਦਾ ਵੀਡੀਓ ਵੇਖਣਗੇ, ਸਾਰੀ ਸਮਝ ਆਪਣੇ ਆਪ ਹੀ ਆ ਜਾਏਗੀ। ਫਿਲਹਾਲ ਅਸੀਂ ਅੱਗੇ ਵਧਾਂਗੇ। ਅਸੀਂ ਇਹ ਆਪ ਜੀ ਤੋਂ ਜਾਣਨਾ ਚਾਹਾਂਗੇ ਕਿ ਪਾਗਲ ਅਤੇ ਅੱਧਾ ਪਾਗਲ ਕਿਉਂ ਜਨਮ ਲੈਂਦੇ ਹਨ। ਸ਼ਾਇਦ ਇਸ ਸਵਾਲ ਦਾ ਜਵਾਬ ਆਪ ਜੀ ਨੇ ਦੇ ਹੀ ਦਿੱਤਾ ਹੈ। ਇਸ ਵਿਸ਼ਾ ਦੇ ਉੱਪਰ ਅਸੀਂ ਜ਼ਿਆਦਾ ਚਰਚਾ ਨਹੀਂ ਕਰਾਂਗੇ, ਕਿਉਂਕਿ ਹੁਣ ਸਮਝ ਆ ਗਈ ਹੈ ਕਿ ਜੇਕਰ ਆਤਮਾ ਪਾਗਲ ਜਾਂ ਅੱਧਾ ਪਾਗਲ ਬਣ ਕੇ ਜਨਮ ਲਏਗੀ ਤੇ ਉਸਦੇ ਪਾਪ ਕਰਮ ਛੇਤੀ ਘਟ ਜਾਣਗੇ। ਬਾਪੂ ਜੀ, ਅਸੀਂ ਮਨੁੱਖ ਇਹ ਸੋਚਦੇ ਹਾਂ ਕਿ ਅਸਲੀਅਤ 'ਚ ਜਾਂ ਰਿਐਲਿਟੀ 'ਚ ਸਵਰਗ ਅਤੇ ਨਰਕ ਹੈ। ਬਾਪੂ ਜੀ, ਹੈ ਕਿਉਂ ਸਵਰਗ ਉੱਪਰ ਹੈ? ਕਿਉਂਕਿ ਦੇਵਤਾ ਉੱਪਰ ਰਹਿੰਦੇ ਸੀ। ਸਵਰਗ ਤੀਸਰਾ ਲੋਕ ਹੈ। ਇਸ ਤੋਂ ਉੱਪਰ ਬ੍ਰਹਮਾਪੁਰੀ, ਵਿਸ਼ਨੂਪੁਰੀ, ਸ਼ਿਵਪੁਰੀ ਅਤੇ ਪਰਮਧਾਮ ਵੀ ਹੈ। ਸਭ ਕੁਝ ਉੱਪਰ ਹੈ। ਅਨੰਤ ਤੇ ਲੋਭੀ ਅਤੇ ਲਾਲਚੀ ਜੋ ਲੋਕ ਹਨ ਤੇ ਉਹ ਕੀ ਐਸੀ ਲੋਕ 'ਚ ਯਾਨੀ ਧਰਤੀ ਲੋਕ 'ਚ ਰਹਿ ਜਾਂਦੇ ਹਨ? ਬਾਪੂ ਜੀ, ਭੂਤ ਪ੍ਰੇਤ ਬਣ ਕੇ ਐਸੀ ਲੋਕ 'ਚ ਰਹਿਣਗੇ, ਕਿਉਂਕਿ ਐਸੇ ਲੋਕ ਮਹਾਪਾਪੀਆਂ ਦੀ ਗਿਣਤੀ 'ਚ ਆਉਂਦੇ ਹਨ। ਅਨੰਤ ਬਾਪੂ ਜੀ, ਜਿਸ ਤਰ੍ਹਾਂ ਕਿ ਆਪ ਜੀ ਦੱਸ ਰਹੇ ਹੋ ਕਿ ਆਤਮਾ ਪਰਮਾਤਮਾ ਬਣ ਸਕਦੀ ਹੈ, ਜਿਸ ਤਰ੍ਹਾਂ ਕਿ ਮਨੁੱਖ ਚੀਨੀ ਜਾਂ ਖੰਡ ਨੂੰ ਖਾਧੇ ਬਿਨਾਂ ਇਹ ਅਹਿਸਾਸ ਨਹੀਂ ਕਰ ਸਕਦਾ ਕਿ ਉਸ ਦਾ ਸਵਾਦ ਮਿੱਠਾ ਹੈ, ਉਸ ਤਰ੍ਹਾਂ ਹੀ ਪਰਮਾਤਮਾ ਦੀ ਦਿਵ ਚੇਤਨਾ ਯਾਨੀ ਬ੍ਰਹਮ ਚੇਤਨਾ ਤੇ ਵਿਲੀਨ ਜਾਂ ਸਮਾਏ ਬਿਨਾਂ, ਪਰਮਾਤਮਾ ਦੇ ਤੇਜ ਜਾਂ ਪਰਮਾਤਮਾ ਦੀ ਪਰਮ ਸ਼ਕਤੀ
ਜਾਂ ਪਰਮਾਤਮਾ ਕੀ ਹੈ, ਇਸ ਦਾ ਅਹਿਸਾਸ ਮਨੁੱਖ ਆਤਮਾ ਨਹੀਂ ਕਰ ਸਕਦੀ। ਇਹ ਗੱਲ ਬਿਲਕੁਲ ਸੱਚ ਹੈ। ਹੁਣ ਮੇਰਾ ਬਹੁਤ ਮਹੱਤਵਪੂਰਨ ਸਵਾਲ ਆ ਰਿਹਾ ਹੈ ਕਿ ਸੂਖਮ ਸਰੀਰ ਤੇ ਵੀ ਦੁੱਖ ਸੁੱਖ ਹੁੰਦਾ ਹੈ। ਬਾਪੂ ਜੀ, ਅਸਲੀਅਤ 'ਚ ਸੂਖਮ ਸਰੀਰ ਦੇ ਅੰਦਰ ਇੱਕ ਕਾਰਨ ਸਰੀਰ ਹੁੰਦਾ ਹੈ। ਇੱਥੇ ਧਰਤੀ ਲੋਕ ਤੇ ਮਨੁੱਖ ਆਤਮਾਵਾਂ ਤੇ ਆਕਾਸ਼ ਤੱਤ ਦੀ ਰਿਕਾਰਡਿੰਗ ਹੁੰਦੀ ਹੈ। ਯਾਨੀ ਮਨੁੱਖ ਆਤਮਾ ਦੇ ਹਰ ਕਰਮ ਦਾ, ਹਰ ਵਿਚਾਰ ਦਾ ਹਿਸਾਬ ਕਿਤਾਬ ਦਾ ਜਮਾ ਖਾਤਾ ਹੁੰਦਾ ਹੈ। ਤੇ ਸੂਖਮ ਸਰੀਰ ਦੇ ਅੰਦਰ ਜੋ ਆਕਾਸ਼ ਤੱਤ ਦੀ ਰਿਕਾਰਡਿੰਗ ਹੈ, ਉਸ ਨੂੰ ਮੈਂ ਕਾਰਨ ਸਰੀਰ ਕਹਿੰਦਾ ਹਾਂ। ਜਿਸ ਤਰ੍ਹਾਂ ਆਕਾਸ਼ ਤੱਤ ਤੇ ਆਕਾਸ਼ੀਏ ਰਿਕਾਰਡ ਯਾਨੀ ਹਰ ਆਤਮਾ ਦੇ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਹੈ, ਉਸੇ ਤਰ੍ਹਾਂ ਆਕਾਸ਼ ਤੱਤ ਦੀ ਰਿਕਾਰਡਿੰਗ ਮਤਲਬ ਕਾਰਨ ਸਰੀਰ ਦਾ ਰਿਕਾਰਡ ਯਾਨੀ ਉਸ ਆਤਮਾ ਦੇ ਕਰਮਾਂ ਦਾ ਹਿਸਾਬ ਕਿਤਾਬ। ਅਨੰਤ ਬਾਪੂ ਜੀ, ਇਸ ਸਵਾਲ ਦੇ ਨਾਲ ਕਨੈਕਟਡ ਯਾਨੀ ਸੰਬੰਧਿਤ ਇੱਕ ਹੋਰ ਸਵਾਲ ਵੀ ਸੀ ਕਿ ਜਿਸ ਤਰ੍ਹਾਂ ਆਪਰੇਸ਼ਨ ਦੇ ਵਕਤ ਮਨੁੱਖ ਨੂੰ ਇੰਜੈਕਸ਼ਨ ਯਾਨੀ ਟੀਕਾ ਦਿੱਤਾ ਜਾਂਦਾ ਹੈ, ਇਸ ਐਨਥੀਸੀਆ ਜਾਂ ਬੇਹੋਸ਼ੀ ਦੀ ਦਵਾ ਦਿੱਤੀ ਜਾਂਦੀ ਹੈ ਤੇ ਉਸ ਨੂੰ ਬੇਹੋਸ਼ ਕੀਤਾ ਜਾਂਦਾ ਹੈ, ਤੇ ਕਹਿੰਦੇ ਹਨ ਕਿ ਉਸ ਵਕਤ ਸਥੂਲ ਸਰੀਰ ਯਾਨੀ 5 ਤੱਤਾਂ ਦੇ ਸਰੀਰ ਤੋਂ ਸੂਖਮ ਸਰੀਰ ਯਾਨੀ 3 ਤੱਤਾਂ ਦਾ ਸਰੀਰ ਅਲੱਗ ਹੋ ਜਾਂਦਾ ਹੈ। ਇਸ ਲਈ ਉਸ ਮਨੁੱਖ ਜਾਂ ਮਰੀਜ਼ ਦੇ ਸਥੂਲ ਸਰੀਰ ਤੇ ਕੁਝ ਵੀ ਸਰਜਰੀ ਯਾਨੀ ਕੱਟ ਵੱਢ ਕਰੋ, ਪਰ ਉਸ ਮਨੁੱਖ ਨੂੰ ਕੋਈ ਦਰਦ ਜਾਂ ਤਕਲੀਫ ਨਹੀਂ ਹੁੰਦੀ। ਆਪ ਜੀ ਇਸ ਸਵਾਲ ਨੂੰ ਜ਼ਰਾ ਡਿਟੇਲ ਯਾਨੀ ਵਿਸਤਾਰ ਨਾਲ ਸਮਝਾਓ। ਬਾਪੂ ਜੀ, ਜੇਕਰ ਬੇਹੋਸ਼ ਕਰਨ ਵਾਲੀ ਦਵਾਈ ਜ਼ਿਆਦਾ ਟੀਕੇ ਦੇ ਰਾਹੀਂ ਲੱਗ ਜਾਵੇ ਤੇ ਕਦੀ-ਕਦੀ ਬਹੁਤ ਰੇਅਰ ਕੇਸ ਯਾਨੀ ਦੁਰਲਭ ਕੇਸ ਤੇ ਐਸੀ ਅਵਸਥਾ ਤੇ ਸੂਖਮ ਸਰੀਰ ਸਥੂਲ ਸਰੀਰ ਦੇ ਅੰਦਰ ਰਹਿ ਨਹੀਂ ਸਕਦਾ। ਸਥੂਲ ਸਰੀਰ ਦੇ ਅੰਦਰ ਬੇਹੋਸ਼ ਕਰਨ ਵਾਲੀ ਸ਼ਕਤੀ ਜ਼ਿਆਦਾ ਆ ਜਾਂਦੀ ਹੈ, ਪਰ ਇਸ ਤਰ੍ਹਾਂ ਬਹੁਤ ਰੇਅਰ ਕੇਸ 'ਚ ਹੁੰਦਾ ਹੈ ਤੇ ਫਿਰ ਸੂਖਮ ਸਰੀਰ ਬਾਹਰ ਨਿਕਲਦਾ ਹੈ ਤੇ ਸਾਰਾ ਕੁਝ ਵੇਖਦਾ ਹੈ, ਕਦੀ-ਕਦੀ ਉੱਪਰ ਵੀ ਚਲਾ ਜਾਂਦਾ ਹੈ। ਅਨੰਤ, ਕੀ ਇਹ ਗੱਲ ਸੱਚ ਹੈ? ਬਾਪੂ ਜੀ, ਸੱਚ ਹੈ। ਕਦੀ-ਕਦੀ ਅਸੀਂ ਵੇਖਦੇ ਜਾਂ ਸੁਣਦੇ ਹਾਂ ਨਾ ਕਿ ਸੂਖਮ ਸਰੀਰ ਬਾਹਰ ਨਿਕਲ ਗਿਆ ਅਤੇ ਫਿਰ ਉਹ ਉੱਪਰ ਚਲਾ ਗਿਆ। ਉੱਪਰ ਉਸਨੇ ਹੌਲ ਯਾਨੀ ਵਾਰਮ ਹੋਲ ਮਤਲਬ ਪਰਮ ਤੱਤਾਂ ਦੀ ਸੁਰੰਗ ਦੀ ਤਰ੍ਹਾਂ ਦਾ ਰਸਤਾ ਵੇਖਿਆ, ਫਿਰ ਦੂਰ ਤੱਕ ਚਲਾ ਗਿਆ। ਫਿਰ ਉੱਥੇ ਉਸਨੂੰ ਕੋਈ ਧਰਮਰਾਜ ਵਰਗਾ ਦਿਸਿਆ, ਜਿਸਨੇ ਉਸਨੂੰ ਕਿਹਾ ਕਿ ਤੂੰ ਜਾ, ਹਲੇ ਤੇਰੇ ਪਾਪ ਕਰਮ ਬਾਕੀ ਹਨ। ਇਸ ਤਰ੍ਹਾਂ ਦੀ ਵੱਖ-ਵੱਖ ਓਪੀਨੀਅਨ ਯਾਨੀ ਰਾਏ ਜਾਂ ਗੱਲਾਂ ਦੱਸਦੇ ਹਨ, ਆਪਣੇ ਐਕਸਪੀਰੀਅੰਸ ਯਾਨੀ ਅਨੁਭਵ ਦੱਸਦੇ ਹਨ। ਅਨੰਤ, ਤੇ ਬਾਪੂ ਜੀ, ਅਸੀਂ ਆਪਣੇ ਸੂਖਮ ਸਰੀਰ ਨੂੰ ਲੱਖਾਂ ਮੀਲ ਦੂਰ ਭੇਜ ਸਕਦੇ ਹਾਂ? ਬਾਪੂ ਜੀ, ਮਨੁੱਖ ਆਤਮਾਵਾਂ ਦਾ ਇੰਨਾ ਸੂਖਮ ਸਰੀਰ ਨਹੀਂ ਨਿਕਲ ਸਕਦਾ। ਜੋ ਰਿਸ਼ੀ ਮੁਨੀ ਯੋਗੀ ਹੁੰਦੇ ਹਨ, ਉਹਨਾਂ ਆਤਮਾਵਾਂ ਦੇ ਅੰਦਰ ਬਹੁਤ ਸ਼ਕਤੀ ਹੁੰਦੀ ਹੈ। ਸਥੂਲ ਸਰੀਰ ਤੋਂ ਸੂਖਮ ਸਰੀਰ ਕੱਢਣ ਲਈ ਕਈ ਯੋਗ ਦੀ ਵਿਧੀਆਂ ਜਾਂ ਤਰੀਕੇ ਹਨ। ਅਨੰਤ, ਜਿਸ ਤਰ੍ਹਾਂ ਕਿ ਬਾਪੂ ਜੀ, ਆਪ ਜੀ ਦਾ ਇੱਕ ਵੀਡੀਓ ਹੈ ਐਸਟਰਲ ਟਰੈਵਲਿੰਗ ਯਾਨੀ ਸੂਖਮ ਯਾਤਰਾ ਦੇ ਨਾਮ ਨਾਲ। ਉਸ ਵੀਡੀਓ ਦੇ ਅੰਦਰ ਆਪ ਜੀ ਨੇ ਪੂਰਾ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਯਾਨੀ ਅਨੁਭਵ ਦੱਸਿਆ ਹੈ। ਲੇਕਿਨ ਇੱਥੇ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਮੈਂ ਇੱਕ ਜਗ੍ਹਾ ਇਸ ਤਰ੍ਹਾਂ ਲਿਖਿਆ ਪੜ੍ਹਿਆ ਸੀ ਕਿ ਜਦੋਂ ਸਾਨੂੰ ਨੀਂਦ ਆਉਂਦੀ ਹੈ ਤੇ ਸਾਡਾ ਜੋ ਸੂਖਮ ਸਰੀਰ ਹੈ ਉਹ ਸਥੂਲ ਸਰੀਰ ਤੋਂ ਅਲੱਗ ਹੋ ਜਾਂਦਾ ਹੈ, ਪਰ ਜੇਕਰ ਕਿਸੇ ਦਾ ਨਹੀਂ ਹੁੰਦਾ ਤੇ ਉਸਨੂੰ ਨੀਂਦ ਨਹੀਂ ਆਉਂਦੀ। ਕੀ ਇਹ ਸਭ ਗੱਲਾਂ ਸੱਚ ਹਨ? ਬਾਪੂ ਜੀ, ਇਹ ਸਭ ਗੱਲਾਂ ਕੋਰੀਆਂ ਬੇਕਾਰ ਹਨ, ਕਿਉਂਕਿ ਜਦੋਂ ਆਤਮਾ ਸੌਂ ਜਾਂਦੀ ਹੈ ਤੇ ਉਸ ਦਾ ਸਥੂਲ ਸਰੀਰ ਜਿਸ ਤਰ੍ਹਾਂ ਕਿ ਸੌਂ ਜਾਣ ਕਰਕੇ ਕੰਮ ਕਰਨਾ ਬੰਦ ਕਰ ਦਿੰਦਾ ਹੈ ਨਾ, ਉਸ ਦਾ ਸੂਖਮ ਸਰੀਰ ਵੀ ਅੰਦਰ ਸੌਂ ਜਾਂਦਾ ਹੈ, ਨਿਸ਼ਕ੍ਰਿਯ ਯਾਨੀ ਕੰਮ ਤੋਂ ਰਹਿਤ ਹੋ ਜਾਂਦਾ ਹੈ। ਜਿਸ ਤਰ੍ਹਾਂ ਸਥੂਲ ਸਰੀਰ ਨੂੰ ਥਕਾਵਟ ਹੋ ਜਾਂਦੀ ਹੈ ਤੇ ਉਸ ਨੂੰ ਆਰਾਮ ਚਾਹੀਦਾ ਹੈ ਨਾ, ਐਸੀ ਤਰ੍ਹਾਂ ਜਦੋਂ ਸਥੂਲ ਸਰੀਰ ਥੱਕ ਜਾਂਦਾ ਹੈ ਤੇ ਸੂਖਮ ਸਰੀਰ ਤੇ ਵੀ ਥਕਾਵਟ ਹੋ ਜਾਂਦੀ ਹੈ ਤੇ ਫਿਰ ਸੂਖਮ ਸਰੀਰ ਵੀ ਸੌਂ ਜਾਂਦਾ ਹੈ। ਅਨੰਤ, ਤੇ ਜਿਸ ਤਰ੍ਹਾਂ ਕਹਿੰਦੇ ਹਨ ਨਾ ਕਿ ਅੱਜ ਮਨ ਥੱਕ ਜਿਹਾ ਗਿਆ ਹੈ, ਟੈਨਸ਼ਨ ਯਾਨੀ ਤਣਾਅ ਹੋ ਗਿਆ ਹੈ। ਬਾਪੂ ਜੀ, ਹਾਂ, ਤੇ ਮਨ ਨਹੀਂ ਥੱਕ ਜਾਂਦਾ? ਅਨੰਤ, ਤੇ ਕੀ ਸੂਖਮ ਸਰੀਰ ਥੱਕ ਜਾਂਦਾ ਹੈ? ਬਾਪੂ ਜੀ, ਮਨ ਦਾ ਕਾਰਨ ਸਰੀਰ ਮਨ ਦੇ ਹਿਸਾਬ ਨਾਲ ਬਣਿਆ ਹੁੰਦਾ ਹੈ।
ਜਦੋਂ ਕਾਰਨ ਸਰੀਰ ਥੱਕ ਜਾਂਦਾ ਹੈ ਤੇ ਉਦੋਂ ਸੂਖਮ ਸਰੀਰ ਤੇ ਵੀ ਡਿਫੈਕਟਡ ਯਾਨੀ ਨੁਕਸ ਹੁੰਦਾ ਹੈ, ਕਿਉਂਕਿ ਸੂਖਮ ਸਰੀਰ ਦੇ ਅੰਦਰ ਕਾਰਨ ਸਰੀਰ ਹੁੰਦਾ ਹੈ। ਤੇ ਜਦੋਂ ਸੂਖਮ ਸਰੀਰ ਤੇ ਕਾਰਨ ਸਰੀਰ ਕਰਕੇ ਨੁਕਸ ਪੈਂਦਾ ਹੈ ਤੇ ਉਦੋਂ ਸਥੂਲ ਸਰੀਰ ਯਾਨੀ ਪੰਜਾਂ ਤੱਤਾਂ ਦੇ ਸਰੀਰ ਤੇ ਵੀ ਨੁਕਸ ਪੈਂਦਾ ਹੈ, ਕਿਉਂਕਿ ਸੂਖਮ ਸਰੀਰ ਸਥੂਲ ਸਰੀਰ ਦੇ ਅੰਦਰ ਹੈ। ਇਸ ਕਰਕੇ ਜਦੋਂ ਸਥੂਲ ਸਰੀਰ ਸੌਂਦਾ ਹੈ ਯਾਨੀ ਜਦੋਂ ਮਨੁੱਖ ਸੌਂ ਜਾਂਦਾ ਹੈ ਤੇ ਉਸ ਦਾ ਕਾਰਨ ਸਰੀਰ ਵੀ ਸੌਂ ਜਾਂਦਾ ਹੈ, ਕਿਉਂਕਿ ਮਨ ਦਾ ਕਾਰਨ ਸਰੀਰ ਸੂਖਮ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਤੇ ਸੂਖਮ ਸਰੀਰ ਸਥੂਲ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਰਕੇ ਜਦੋਂ ਸੂਖਮ ਸਰੀਰ ਸਥੂਲ ਸਰੀਰ ਦੀ ਥਕਾਵਟ ਨਾਲ ਪ੍ਰਭਾਵਿਤ ਹੋ ਕੇ ਸੌਂ ਜਾਂਦਾ ਹੈ ਤੇ ਉਹ ਬਾਹਰ ਨਹੀਂ ਨਿਕਲ ਸਕਦਾ। ਸੂਖਮ ਸਰੀਰ ਨੂੰ ਬਾਹਰ ਕੱਢਣ ਦੇ ਲਈ ਵੱਡੇ ਵੱਡੇ ਰਿਸ਼ੀ ਮੁਨੀ ਕਈ ਜਨਮਾਂ ਤੱਕ ਤਪੱਸਿਆ ਕਰਦੇ ਹਨ ਤੇ ਫਿਰ ਉਹ ਸਥੂਲ ਸਰੀਰ ਜੋ ਸੂਖਮ ਸਰੀਰ ਨੂੰ ਬਾਹਰ ਕੱਢਣ ਦੀ ਵਿਧੀ ਜਾਂ ਪ੍ਰਕਿਰਿਆ ਨੂੰ ਜਾਣ ਪਾਉਂਦੇ ਹਨ ਅਤੇ ਸੂਖਮ ਸਰੀਰ ਨੂੰ ਬਾਹਰ ਕੱਢਣ ਦੇ ਬਹੁਤ ਪ੍ਰੈਕਟੀਕਲ ਜਾਂ ਪ੍ਰਯੋਗ ਕਰਦੇ ਹਨ, ਫਿਰ ਜਾ ਕੇ ਸੂਖਮ ਸਰੀਰ ਬਾਹਰ ਕੱਢਦੇ ਹਨ। ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇਕਰ ਕਿਸੇ ਦੇ ਸਥੂਲ ਸਰੀਰ ਤੋਂ ਸੂਖਮ ਸਰੀਰ ਅਲੱਗ ਨਹੀਂ ਹੁੰਦਾ ਤੇ ਉਸਨੂੰ ਨੀਂਦ ਨਹੀਂ ਆਉਂਦੀ। ਅਤੇ ਜੋ ਆਪਰੇਸ਼ਨ ਤੇ ਸੂਖਮ ਸਰੀਰ ਬਾਹਰ ਨਿਕਲ ਜਾਂਦਾ ਹੈ, ਇਹ ਬਹੁਤ ਰੇਅਰ ਕੇਸ ਤੇ ਹੁੰਦਾ ਹੈ। ਜੇਕਰ ਬੇਹੋਸ਼ ਹੋਣ ਦੀ ਦਵਾਈ ਜ਼ਿਆਦਾ ਦੇ ਦਿੰਦੇ ਹਨ ਅਤੇ ਮਨੁੱਖ ਬੇਹੋਸ਼ ਹੋ ਜਾਂਦਾ ਹੈ ਤਾਂ ਸੂਖਮ ਸਰੀਰ ਬਾਹਰ ਨਿਕਲ ਜਾਂਦਾ ਹੈ। ਬਾਕੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਸੌਂ ਗਏ ਤੇ ਸੂਖਮ ਸਰੀਰ ਬਾਹਰ ਨਿਕਲ ਗਿਆ। ਇਹ ਗੱਲ ਕੋਰੀ ਬਕਵਾਸ ਹੈ। ਬਾਪੂ ਜੀ ਕਹਿੰਦੇ ਹਨ ਕਿ ਇਹ ਮੈਂ ਨਹੀਂ ਮੰਨਦਾ, ਮੇਰਾ ਐਕਸਪੀਰੀਅੰਸ ਯਾਨੀ ਅਨੁਭਵ ਜਾਂ ਤਜਰਬਾ ਐਸਾ ਨਹੀਂ ਕਹਿੰਦਾ। ਮੈਂ ਤੇ ਕਈ ਵਾਰ ਆਪਣਾ ਤਜਰਬਾ ਕਰ ਚੁੱਕਿਆ ਹਾਂ। ਅਨੰਤ ਬਾਪੂ ਜੀ, ਇਹ ਸਾਰੀਆਂ ਗੱਲਾਂ ਤੇ ਸਾਨੂੰ ਸਮਝ 'ਚ ਆ ਗਈਆਂ। ਹੁਣ ਇਹ ਗੱਲ ਹੈ ਕਿ ਜਦੋਂ ਇਸ ਆਤਮਾ ਨੂੰ ਇਹ ਸਭ ਗੱਲਾਂ ਦਾ ਗਿਆਨ ਹੋ ਗਿਆ, ਜੀਵਨ ਦਾ, ਮਰਨ ਦਾ, ਪੁਨਰ ਜਨਮ ਯਾਨੀ ਦੁਬਾਰਾ ਜਨਮ ਲੈਣ ਦਾ, ਪੁੰਨ ਦਾ, ਪਾਪ ਦਾ, ਹਰ ਚੀਜ਼ ਦਾ ਮਨੁੱਖ ਨੂੰ ਹੌਲੀ ਹੌਲੀ ਗਿਆਨ ਹੋਣ ਲੱਗਦਾ ਹੈ ਤੇ ਉਹ ਮਨੁੱਖ ਇਹੀ ਚਾਹੁੰਦਾ ਹੈ ਕਿ ਜਦੋਂ ਵੀ ਉਸ ਦਾ ਸਰੀਰ ਛੱਡਣ ਦਾ ਵਕਤ ਆਏ ਤੇ ਉਹ ਸਿੱਧਾ ਉੱਚੀ ਗੱਤ ਤੇ ਯਾਨੀ ਸਤਗਤ ਤੇ ਉੱਪਰ ਦੀ ਤਰਫ ਜਾਏ ਅਤੇ ਉਹ ਪਰਮ ਧਾਮ ਤੇ ਸਿੱਧਾ ਪਹੁੰਚ ਜਾਏ। ਇਸ ਤਰ੍ਹਾਂ ਦੇ ਵਿਚਾਰ ਕਈ ਲੋਕੀ ਸੋਚਦੇ ਹਨ, ਪਰ ਮਰਨ ਤੋਂ ਬਾਅਦ ਆਪਣੀ ਸਦਗਤ ਲਈ ਜਾਂ ਪਰਮ ਧਾਮ ਤੇ ਪਹੁੰਚਣ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ, ਇਹ ਉਹਨਾਂ ਨੂੰ ਪਤਾ ਨਹੀਂ ਹੁੰਦਾ। ਇਸ ਦੇ ਬਾਰੇ 'ਚ ਆਪ ਜੀ ਦੱਸੋ। ਬਾਪੂ ਜੀ, ਵੇਖੋ, ਇੱਕ ਤੇ ਹਰ ਇੱਕ ਜੋ ਪਾਵਰਫੁਲ ਆਤਮਾ ਯਾਨੀ ਜੋ ਸ਼ਕਤੀ ਨਾਲ ਭਰੀਆਂ ਹੋਈਆਂ ਆਤਮਾਵਾਂ ਹਨ, ਉਹ ਧਰਮ, ਨਾਤ, ਜਾਤ ਤੇ ਵਿਚਾਰਾਂ ਤੋਂ ਉੱਤੇ ਉੱਠ ਕੇ ਇੱਕ ਆਲਮਾਈਟੀ ਅਥਾਰਟੀ ਨੂੰ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਨੂੰ ਲੱਭਣ। ਸਾਡੇ ਜੋ ਵੀ ਵੀਡੀਓਜ਼ ਹਨ, ਯੋਗ ਦੀ ਵਿਧੀ ਜਾਂ ਯੋਗ ਕਰਨ ਦੇ ਢੰਗ ਦੀ ਵੀਡੀਓਜ਼ ਨੂੰ ਸੁਣਨ ਅਤੇ ਉੱਚੇ ਤੋਂ ਉੱਚੇ ਜੋ ਪਰਮਾਤਮਾ ਹੈ, ਜਿਸ ਨੂੰ ਅਸੀਂ ਆਲਮਾਈਟੀ ਅਥਾਰਟੀ ਕਹਿੰਦੇ ਹਨ, ਉਹ ਬੇਹੱਦ ਦੇ ਅਨੰਤ ਕੋਟੀ ਯਾਨੀ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਦਾ ਕ੍ਰੀਏਟਰ ਯਾਨੀ ਰਚਨਾ ਕਰਨ ਵਾਲਾ ਹੈ। ਬੇਹੱਦ ਦੇ ਬੇਅੰਤ ਤਰ੍ਹਾਂ ਦੇ ਬ੍ਰਹਮੰਡ ਨੂੰ ਚਲਾਉਣ ਵਾਲਾ ਹੈ ਤੇ ਬੇਅੰਤ ਦੇ ਬ੍ਰਹਮੰਡਾਂ ਦੇ ਰਚਨਾਕਾਰ ਨੂੰ ਯਾਦ ਕਰੋ ਅਤੇ ਵਿਚਾਰਾਂ ਤੇ ਮਨ ਤੇ ਇੱਕ ਭਾਵ ਲਿਆ ਕੇ ਯਾਨੀ ਉਸ ਬੇਹੱਦ ਦੇ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਨਾਲ ਆਪਣਾ ਸੰਬੰਧ ਜੋੜ ਕੇ ਉਸ ਨੂੰ ਯਾਦ ਕਰੋ। ਮੇਰੇ ਸਾਰੇ ਵੀਡੀਓਜ਼ ਵੇਖੋ ਅਤੇ ਉਸ ਨੂੰ ਜਾਣੋ, ਮੰਨੋ ਅਤੇ ਉਸ ਉੱਚੇ ਤੋਂ ਉੱਚੇ ਪਰਮਾਤਮਾ ਨਾਲ ਯੋਗ ਲਾਓ ਯਾਨੀ ਕਨੈਕਸ਼ਨ ਜੋੜੋ। ਉਸ ਪਰਮਾਤਮਾ ਤੋਂ ਡਾਇਰੈਕਟ ਯਾਨੀ ਸਿੱਧੀ ਪਾਵਰ ਲਓ ਤੇ ਤੁਹਾਡਾ ਇਹ ਜਨਮ ਹੀ ਨਹੀਂ, ਅਗਲੇ ਜਨਮ ਤੇ ਵੀ ਤੁਸੀਂ ਸਿੱਧਾ ਉੱਚੇ ਤੋਂ ਉੱਚੇ ਪਰਮ ਧਾਮ ਤੇ ਚਲੇ ਜਾਓਗੇ। ਇਸ ਗੱਲ ਦੀ ਗਾਰੰਟੀ ਮੈਂ ਲੈਂਦਾ ਹਾਂ। ਇਸ ਲਈ ਇਹ ਧਰਮ, ਨਾਤ, ਜਾਤ ਤੋਂ ਪਰੇ ਚਲੇ ਜਾਓ। ਬੇਹੱਦ ਦੀ ਦੁਨੀਆ ਦਾ ਜੋ ਪਰਮ ਗਿਆਨ ਹੈ, ਉਸ ਪਰਮ ਗਿਆਨ ਨੂੰ ਸਮਝੋ। ਇਹ ਗਿਆਨ ਇਸ ਧਰਤੀ ਤੇ ਅੱਜ ਜੋ ਵੇਦ ਸ਼ਾਸਤਰ ਹਨ, ਇਹ ਉਹਨਾਂ ਤੋਂ ਵੀ ਪਰੇ ਦਾ ਗਿਆਨ ਹੈ, ਕਿਉਂਕਿ ਇਹ ਗਿਆਨ ਪਰਮ ਗਿਆਨ ਹੈ, ਬਹੁਤ ਉੱਚਾ ਗਿਆਨ ਹੈ। ਇਸ ਗਿਆਨ ਨੂੰ ਸਮਝ ਕੇ ਧਾਰਨ ਕਰੋ। ਇਸ ਪਰਮ ਗਿਆਨ ਨੂੰ ਮੈਂ ਵੀਡੀਓਜ਼ 'ਚ ਦੱਸਿਆ ਹੈ।
ਇਸ ਪਰਮ ਗਿਆਨ ਤੋਂ ਆਲਮਾਈਟੀ ਅਥਾਰਟੀ ਨੂੰ ਜਾਣੋ, ਬੇਹੱਦ ਦੇ ਸੰਸਾਰ ਦੇ ਪਿਤਾ ਨੂੰ ਜਾਣੋ, ਬੇਹੱਦ ਦੇ ਸੰਸਾਰ ਦੇ ਕ੍ਰੀਏਟਰ ਯਾਨੀ ਰਚਨਾਕਾਰ ਨੂੰ ਜਾਣੋ, ਬੇਹੱਦ ਦਾ ਵਿਸ਼ਵ ਜਾਂ ਸੰਸਾਰ ਕਿੰਨਾ ਵੱਡਾ ਹੈ ਉਹ ਜਾਣੋ। ਅਨੰਤ ਬਾਪੂ ਜੀ, ਕਈ ਲੋਕੀ ਗਿਆਨ ਨਹੀਂ ਸੁਣਨਾ ਚਾਹੁੰਦੇ, ਉਹ ਕਹਿੰਦੇ ਹਨ ਸਿਰਫ ਸਾਨੂੰ ਯੋਗ ਸਿਖਾਓ। ਬਾਪੂ ਜੀ, ਤੁਸੀਂ ਇੱਕ ਗੱਲ ਦੱਸੋ ਕਿ ਤੁਸੀਂ ਡਾਕਟਰੀ ਦੀ ਪੜ੍ਹਾਈ ਨਾ ਪੜ੍ਹੀ ਹੋਵੇ, ਤੁਹਾਨੂੰ ਡਾਕਟਰੀ ਦਾ ਗਿਆਨ ਨਾ ਹੋਵੇ ਤੇ ਤੁਸੀਂ ਕਹੋ ਕਿ ਮੈਨੂੰ ਸਿੱਧਾ ਸਰਜਰੀ ਕਰਨ ਦਿਓ, ਇਹ ਸਿੱਧਾ ਯੋਗ ਸਿਖਾਉਣ ਦੀ ਗੱਲ ਇਸ ਤਰ੍ਹਾਂ ਦੀ ਗੱਲ ਹੈ। ਇਹ ਗੱਲ ਤੇ ਬਿਲਕੁਲ ਬੇਕਾਰ ਦੀ ਗੱਲ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਐਂਟਰੀ ਜਾਂ ਪ੍ਰਵੇਸ਼ ਨਹੀਂ ਦੇਣਾ ਹੈ। ਪਹਿਲਾ ਸਬਜੈਕਟ ਜਾਂ ਵਿਸ਼ਾ ਗਿਆਨ ਦਾ ਹੈ। ਜਦੋਂ ਗਿਆਨ ਸਮਝ ਆਏਗਾ ਯਾਨੀ ਆਤਮਾ, ਪਰਮਾਤਮਾ, ਵਰਲਡ ਡਰਾਮਾ ਕੀ ਹੈ, ਯੋਗ ਕਿਸ ਤਰ੍ਹਾਂ ਕਰਨਾ ਹੈ, ਸਹੀ ਯੋਗ ਕਰਨ ਦੀ ਵਿਧੀ ਜਾਂ ਤਰੀਕਾ ਕੀ ਹੈ, ਜਦੋਂ ਤੱਕ ਤੁਸੀਂ ਆਲਮਾਈਟੀ ਨੂੰ ਨਹੀਂ ਜਾਣੋਗੇ ਕਿ ਸਰਵ ਸ਼ਕਤੀਮਾਨ ਪਰਮਾਤਮਾ ਕਿੱਥੇ ਰਹਿੰਦਾ ਹੈ, ਕੀ ਕਰਦਾ ਹੈ, ਉਸ ਦੇ ਕੀ ਗੁਣ ਹਨ। ਵੇਖੋ ਗੀਤਾ 'ਚ ਕਿਹਾ ਹੈ ਨਾ ਕਿ ਮੈਂ ਯਾਨੀ ਪਰਮਾਤਮਾ ਜਪ, ਤਪ, ਧਿਆਨ, ਯੋਗ ਨਾਲ ਨਹੀਂ ਮਿਲਦਾ, ਮੈਂ ਸਿਰਫ ਗਿਆਨ ਦੇ ਰਾਹੀਂ ਹੀ ਮਿਲਦਾ ਹਾਂ। ਅਨੰਤ ਬਾਪੂ ਜੀ, ਆਪ ਜੀ ਦੀ ਗੱਲ ਬਿਲਕੁਲ ਠੀਕ ਹੈ। ਭਗਵਾਨ ਕ੍ਰਿਸ਼ਨ ਨੇ ਇਹ ਵੀ ਕਿਹਾ ਹੈ ਕਿ ਜੋ ਗਿਆਨ ਹੈ ਉਹ ਪਰਮ ਤੱਤਾਂ ਨੂੰ ਸੂਰਜ ਦੀ ਤਰ੍ਹਾਂ ਪ੍ਰਕਾਸ਼ਮਾਨ ਕਰ ਦੇਗਾ, ਜਿਸ ਤੋਂ ਬਾਅਦ ਮਨੁੱਖ ਜੀਵਨ ਅਤੇ ਮਰਨ ਤੋਂ ਉੱਤੇ ਚਲਾ ਜਾਏਗਾ ਯਾਨੀ ਅਮਰ ਹੋ ਜਾਏਗਾ ਅਤੇ ਪਰਮ ਸ਼ਕਤੀ ਨੂੰ ਪ੍ਰਾਪਤ ਕਰੇਗਾ। ਇਸ ਤਰ੍ਹਾਂ ਦੀ ਗੱਲ ਮਹਾਭਾਰਤ ਦੇ ਐਪੀਸੋਡ ਨੰਬਰ 74 ਦੇ 10ਵੇਂ ਮਿੰਟ ਦੀ ਲਾਈਨ 'ਚ ਦੱਸੀ ਗਈ ਹੈ। ਅੱਛਾ ਬਾਪੂ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਸਾਨੂੰ ਬਹੁਤ ਚੰਗਾ ਗਿਆਨ ਦਿੱਤਾ। ਅੱਛਾ, ਹੁਣ ਮੈਂ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਜੇਕਰ ਕੋਈ ਵੀ ਇਸ ਗਿਆਨ ਨੂੰ ਅੱਗੇ ਵਧਾਉਣਾ ਯਾਨੀ ਫੈਲਾਉਣਾ ਚਾਹੁੰਦਾ ਹੈ ਤੇ ਇਸ ਗਿਆਨ ਦੇ ਵੀਡੀਓਜ਼ ਨੂੰ YouTube ਤੇ, ਫੇਸਬੁੱਕ ਤੇ ਜਾਂ ਕੋਈ ਵੀ ਸੋਸ਼ਲ ਮੀਡੀਆ ਜਾਂ ਵੈਬਸਾਈਟ ਤੇ ਸ਼ੇਅਰ ਕਰੇ, ਲਾਈਕ ਯਾਨੀ ਪਸੰਦ ਦਾ ਬਟਨ ਦਬਾਏ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਤਾਂ ਕਿ ਸਾਡੇ ਆਉਣ ਵਾਲੇ ਵੀਡੀਓਜ਼ ਦਾ ਮੈਸੇਜ ਤੁਹਾਨੂੰ ਮਿਲਦਾ ਰਹੇ। ਇਸ ਵੀਡੀਓ ਦੀ ਓਰੀਜਨਲ ਵੀਡੀਓਜ਼ ਦੇ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਹਨ। ਬਾਪੂ ਜੀ ਦੇ ਗਿਆਨ ਸੰਬੰਧੀ ਵਧੇਰੀ ਜਾਣਕਾਰੀ ਲਈ ਜਾਂ ਗਿਆਨ ਸੰਬੰਧੀ ਕੋਈ ਵੀ ਸਵਾਲ ਹੋਣ, ਉਸ ਦੇ ਲਈ ਡਿਸਕ੍ਰਿਪਸ਼ਨ ਬਾਕਸ 'ਚ ਅੰਕੁਰ ਭਾਈ ਜੀ ਦਾ ਫੋਨ ਨੰਬਰ ਅਤੇ ਈਮੇਲ ਆਈਡੀ ਅਤੇ ਅਨੰਤ ਭਾਈ ਜੀ ਦੀ ਈਮੇਲ ਆਈਡੀ ਦਿੱਤੀ ਹੋਈ ਹੈ। ਬਾਪੂ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪਰਮ ਸ਼ਾਂਤੀ। बेहद की परम शांति सोचो, बोलो परम शांति। Join us daily for live meditation, 10 p.m. to 11 p.m. on YouTube Live. Subscribe now. Website www.paramshanti.org. Email us anant@paramshanti.org. Like, share, subscribe. Join today. बेहद की परम शांति सोचो।